ਠੀਕ ਹੈ ਜੀ। ਆਜ਼ਾਦੀ ਦੇ ਲਈ ਜੂਝ ਰਹੀ ਕਿਸੇ ਕੌਮ ਦੇ ਲਈ ਪੱਤਰਕਾਰੀ ਕਰਨਾ ਸੌਖਾ ਕਾਰਜ ਨਹੀਂ ਹੁੰਦਾ। ਬਿਲਕੁਲ ਐਵੇਂ ਹੁੰਦਾ ਜਿਵੇਂ ਤੁਸੀਂ ਇਨਸਾਫ ਪ੍ਰਾਪਤ ਕਰਨ ਦੇ ਲਈ ਕਿਸੇ ਭੀੜ ਦਾ ਹਿੱਸਾ ਹੋ ਤੇ ਗੋਲੀਆਂ ਦੀ ਵਾਛੜ ਤੁਹਾਡੇ ਉੱਤੇ ਹੋਣ ਵਾਲੀ ਹੈ। ਇਹੋ ਜਿਹੀਆਂ ਘਟਨਾਵਾਂ ਬਾਰੇ ਅਤੇ ਪੰਜਾਬ ਦੇ ਹੋਰ ਭਖਦੇ ਮਸਲਿਆਂ ਬਾਰੇ ਸਿੱਧੀ ਜਾਣਕਾਰੀ ਮੈਂ ਆਪਣੇ ਟਾਕਿੰਗ ਪੰਜਾਬ ਸ਼ੋਅ ਦੇ ਵਿੱਚ ਲੈ ਕੇ ਹਾਜ਼ਰ ਹਾਂ, ਸਿਰਫ ਖਬਰਦਾਰ ਪੰਜਾਬ ਟੀਵੀ ਦੇ ਉੱਤੇ। ਦੇਖਣਾ ਨਾ ਭੁੱਲਿਓ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅੰਮ੍ਰਿਤਸਰ ਦੇ ਸਮੇਂ ਦੇ ਮੁਤਾਬਕ ਰਾਤ ਨੂੰ 9 ਵਜੇ ਤੋਂ ਲੈ ਕੇ 10 ਵਜੇ ਤੱਕ। ਦੁਨੀਆ ਭਰ ਦੇ ਵਿੱਚ ਖਬਰਦਾਰ ਪੰਜਾਬ ਟੀਵੀ ਦੇ ਜ਼ਰੀਏ ਆਪਣਾ ਵਿਲੱਖਣ ਸ਼ੋਅ ਟਾਕਿੰਗ ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਦਾ, ਸਮੂਹ ਸਰੋਤਿਆਂ ਦਾ ਮੈਂ ਸੁਰਿੰਦਰ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਸਾਰਿਆਂ ਨੂੰ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਿਹੜੇ ਪੰਜਾਬ ਦੇ ਨਾਲ ਸੰਬੰਧਿਤ ਕੁਝ ਮਸਲੇ ਨੇ, ਪੰਜਾਬ ਦੇ ਨਾਲ ਸੰਬੰਧਿਤ ਦੱਖਣ ਏਸ਼ੀਆ ਦੇ ਵਿੱਚ ਕੀ ਹੋ ਰਿਹਾ, ਦੁਨੀਆ ਦੇ ਵਿੱਚ ਕੀ ਹੋ ਰਿਹਾ, ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਵਿਚਾਰ ਵਟਾਂਦਰਾ ਕਰਾਂਗੇ। ਤੇ ਦੁਨੀਆ ਦੇ ਵਿੱਚ ਹਾਲਾਂਕਿ ਤੀਸਰੀ ਸੰਸਾਰ ਜੰਗ ਬਾਰੇ ਜਿਹੜੀਆਂ ਕਿਆਸ ਰਾਈਆਂ ਅੱਜ ਤੋਂ 20 ਸਾਲ ਪਹਿਲਾਂ 25 ਸਾਲ ਪਹਿਲਾਂ ਲੱਗ ਰਹੀਆਂ ਸਨ, ਉਹਨਾਂ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਪਰ ਫਿਰ ਵੀ ਠੰਡੀ ਜੰਗ ਦੇ ਜ਼ਰੀਏ ਅਤੇ ਇੱਕ ਪ੍ਰੌਕਸੀ ਵਾਰ ਦੇ ਜ਼ਰੀਏ ਬਹੁਤ ਕੁਝ ਅਜਿਹਾ ਚੱਲ ਰਿਹਾ ਜਿਸ ਦਾ ਪੰਜਾਬ ਦੇ ਉੱਤੇ, ਸਿੱਖਾਂ ਦੇ ਉੱਤੇ ਸਿੱਧਾ ਅਸਰ ਪੈ ਰਿਹਾ। ਤੇ ਇਹ ਅਸਰ ਕਿਵੇਂ ਪੈ ਰਿਹਾ ਤੇ ਇਸ ਦੇ ਆਲੇ ਦੁਆਲੇ ਦੀ ਜਿਹੜੀ ਜੀਓਪੋਲਿਟਿਕਸ ਹੈ ਉਹ ਕੀ ਹੈ, ਇਹਦੇ ਬਾਰੇ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ ਕਿ ਚੀਨ ਭਾਰਤ ਦਾ ਸਰਹੱਦੀ ਮਸਲਾ ਅਤੇ ਨਵੀਂ ਸੰਸਾਰ ਗੁੱਟਬਾਜ਼ੀ, ਨਵੀਂ ਸਫਬੰਦੀ, ਇਹ ਕੀ ਹੈ ਤੇ ਇਹ ਜਦੋਂ ਕਾਰਜਸ਼ੀਲ ਹੁੰਦੀ ਹੈ ਤਾਂ ਇਸ ਦਾ ਸਿੱਖਾਂ ਦੇ ਉੱਤੇ ਕੀ ਅਸਰ ਪੈਂਦਾ। ਡਾਕਟਰ ਅਮਰਜੀਤ ਸਿੰਘ ਕੌਂਸਲ ਆਫ ਖਾਲਿਸਤਾਨ ਅਫੇਅਰਸ ਦੇ ਜਿਹੜੇ ਚੇਅਰਮੈਨ ਨੇ, ਉਹ ਸਾਡੇ ਅੱਜ ਦੇ ਮਹਿਮਾਨ ਹੋਣਗੇ ਇਸ ਗੱਲਬਾਤ ਦੇ ਵਿੱਚ। ਸੋ ਮੈਂ ਜ਼ਿਆਦਾ ਲੰਮੀ ਚੌੜੀ ਇਸ ਮਜ਼ਮੂਨ ਦੀ ਭੂਮਿਕਾ ਨਾ ਬੰਨਦਾ ਹੋਇਆ ਸਿੱਧਾ ਉਹਨਾਂ ਦੇ ਨਾਲ ਮੁਖਾਤਿਬ ਹੋਣਾ ਤੇ ਅਸੀਂ ਗੱਲਬਾਤ ਸ਼ੁਰੂ ਕਰਾਂਗੇ ਇਸ ਦੇ ਬਾਰੇ। ਡਾਕਟਰ ਅਮਰਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਸਾਡੇ ਵਿਲੱਖਣ ਸ਼ੋਅ ਟਾਕਿੰਗ ਪੰਜਾਬ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸੁਰਿੰਦਰ ਸਿੰਘ ਜੀ, ਤੁਹਾਨੂੰ ਵੀ ਤੇ ਟਾਕਿੰਗ ਪੰਜਾਬ ਦੇ ਦੁਨੀਆ ਭਰ ਚ ਬੈਠੇ ਸਰੋਤਿਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ ਕਿ ਤੁਸੀਂ ਆਪਣਾ ਰੁਝੇਵਿਆਂ ਭਰਿਆ ਜਿਹੜਾ ਸਮਾਂ ਉਹਦੇ ਚੋਂ ਕੁਝ ਪਲ ਸਾਨੂੰ ਦਿੱਤੇ ਨੇ ਤੇ ਸਾਡੇ ਦਰਸ਼ਕਾਂ ਲਈ ਤੁਸੀਂ ਸਮਾਂ ਕੱਢਿਆ। ਜੇ ਅਸੀਂ ਗੱਲ, ਮੇਰੇ ਲਈ ਇਹ ਆਨਰ ਵਾਲੀ ਗੱਲ ਹੈ, ਤੁਹਾਡਾ ਇੱਕ ਖਾਸ ਰੁਤਬਾ ਹੈ ਪੱਤਰਕਾਰੀ ਦੇ ਫੀਲਡ 'ਚ ਵੀ, ਔਰ ਜਦੋਂ ਦਾ ਤੁਸੀਂ ਟੀਵੀ ਰਾਹੀਂ ਔਰ ਖਾਸ ਤੌਰ ਤੇ ਟਾਕਿੰਗ ਪੰਜਾਬ ਨੇ ਜਿਵੇਂ ਆਪਣਾ ਇੱਕ ਰੋਲ ਅਦਾ ਕੀਤਾ, ਇਨਵੈਸਟੀਗੇਟਿਵ ਜਰਨਲਿਜ਼ਮ ਵੀ ਹੈ ਔਰ ਉਹਦਾ ਮੁੱਖ ਧੁਰਾ ਪੰਥਕ ਹੈ। ਸੋ ਮੈਂ ਸਮਝਦਾ ਵੀ ਮੇਰੇ ਲਈ ਫਖਰ ਵਾਲੀ ਗੱਲ ਹੈ ਕਿ ਮੈਂ ਟਾਕਿੰਗ ਪੰਜਾਬ ਦੇ ਦਰਸ਼ਕਾਂ ਦੇ ਰੂਬਰੂ ਹਾਂ। ਵਾਹ ਜੀ ਵਾਹ, ਤੁਸੀਂ ਤਾਂ ਮੈਨੂੰ ਮਾਣ ਨਾਲ ਭਰ ਦਿੱਤਾ ਤੁਸੀਂ। ਤੇ ਗੱਲ ਸ਼ੁਰੂ ਕਰਦੇ ਹਾਂ ਆਪਾਂ, ਜਿਹੜੀ ਨਵੀਂ ਗੁੱਟਬਾਜ਼ੀ ਹੋ ਰਹੀ ਹੈ, ਇਹਦੇ ਕਈ ਪਹਿਲੂ ਜਦੋਂ ਅਸੀਂ ਵਿਚਾਰ ਚਰਚਾ ਦੇ ਅਧੀਨ ਲਿਆਉਂਦੇ ਹਾਂ ਤਾਂ ਇਹ ਵਪਾਰਕ ਪੱਧਰ ਦੀ ਗੁੱਟਬਾਜ਼ੀ ਹੈ। ਹਾਲਾਂਕਿ ਜਿਹੜੀਆਂ ਪਿਛਲੀਆਂ ਜੰਗਾਂ ਵੀ ਹੋਈਆਂ, ਪਹਿਲੀ ਸੰਸਾਰ ਜੰਗ ਜਾਂ ਦੂਜੀ ਸੰਸਾਰ ਜੰਗ, ਉਹਨਾਂ ਦਾ ਜਿਹੜਾ ਅਸੀਂ
ਦੇਖਦੇ ਹਾਂ, ਕਾਰਨ ਦੇਖਦੇ ਹਾਂ, ਭਾਵੇਂ ਬਾਹਰੀ ਤੌਰ ਦੇ ਉੱਤੇ ਵਪਾਰਕ ਨਹੀਂ ਸਨ, ਪਰ ਕੁੱਲ ਮਿਲਾ ਕੇ ਜਦੋਂ ਅਸੀਂ ਅਧਿਐਨ ਕਰਦੇ ਹਾਂ ਤਾਂ ਉਹਦੇ ਕਾਰਨ ਵੀ, ਉਹਨਾਂ ਜੰਗਾਂ ਦੇ ਕਾਰਨ ਵੀ ਵਪਾਰਕ ਹੀ ਨਿਕਲਦੇ ਨੇ। ਜੀ ਤਾਂ ਹੁਣ ਜਿਹੜੀ ਨਵੀਂ ਸਫ਼ਬੰਦੀ ਹੋਈ ਹੈ, ਇਹਦੇ 'ਚ ਵੀ ਜਿਹੜਾ ਵਪਾਰ ਹੈ ਉਹ ਇੱਕ ਮੁੱਖ ਕਾਰਕ ਦੇ ਤੌਰ ਤੇ ਉੱਤੇ ਆਪਣੀ ਭੂਮਿਕਾ ਨਿਭਾ ਰਿਹਾ। ਤੁਸੀਂ ਇਸ ਦੇ ਬਾਰੇ ਕੀ ਕਹੋਗੇ? ਕਿਉਂਕਿ ਜਿਹੜਾ ਸਰਹੱਦੀ ਰੇੜਕਾ ਨਾ ਚੀਨ ਭਾਰਤ ਦਾ, ਉਹਦੇ 'ਚੋਂ ਹੀ ਜਨਮ ਲੈਂਦਾ ਮੈਨੂੰ ਲੱਗਦਾ। ਤੇ ਇਹ ਤੁਹਾਡੇ ਵਿਚਾਰਾਂ ਦੇ ਵਿੱਚ ਕਿਵੇਂ ਹੈ ਇਹ? ਦੇਖੋ, ਜੇ ਮਨੁੱਖੀ ਇਤਿਹਾਸ ਦਾ 7-8 ਹਜ਼ਾਰ ਸਾਲ ਦਾ ਜਿਹੜਾ ਸਿਵਲਾਈਜੇਸ਼ਨ ਜਾਂ ਤਹਿਜ਼ੀਬਾਂ ਜਾਂ ਸਭਿਅਤਾਵਾਂ ਨਾਲ ਜੁੜਿਆ ਇਤਿਹਾਸ ਹੈ ਦੇਖੀਏ, ਤੇ ਕਬੀਲਿਆਂ ਤੋਂ ਸ਼ੁਰੂ ਹੋਈ ਇਨਸਾਨੀ ਜ਼ਿੰਦਗੀ ਅਲਟੀਮੇਟਲੀ ਜਦੋਂ ਕਿਤੇ ਵੀ ਦਰਿਆਵਾਂ ਦੇ ਕੰਢੇ ਜਾਂ ਦੂਸਰੇ ਐਸਟੈਬਲਿਸ਼ਮੈਂਟਸ ਹੁੰਦੀਆਂ, ਤੇ ਪਹਿਲੀ ਚੀਜ਼ ਜਿਹੜੀ ਪ੍ਰਾਇੋਰਟੀ ਹੁੰਦੀ ਹੈ ਆਪਣੇ ਕਬੀਲੇ ਨੂੰ ਜਾਂ ਆਪਣੇ ਖਿੱਤੇ ਦੇ ਲੋਕਾਂ ਨੂੰ ਅੱਗੇ ਤੋਰਨ ਦੇ ਵਿੱਚ, ਉਹ ਵਪਾਰ ਸੀ, ਤਜਾਰਤ ਸੀ, ਟ੍ਰੇਡ ਸੀ। ਔਰ ਜੇ ਅਸੀਂ ਈਵਨ ਉਹਨਾਂ ਟ੍ਰੇਡ ਰਾਊਟਸ ਦੀ ਗੱਲ ਵੀ ਕਰੀਏ, ਕਿਉਂਕਿ ਅੱਜ ਜਦੋਂ ਅਸੀਂ ਦੁਨੀਆ ਦੇ ਵਿੱਚ ਇੱਕ ਨਵੀਂ ਸਫ਼ਬੰਦੀ, ਇੱਕ ਪਾਸੇ ਚੀਨ ਹੈ, ਦੂਸਰੇ ਪਾਸੇ ਅਮਰੀਕਾ ਦੇਖੀਏ, ਤਾਂ ਫਿਰ ਨਜ਼ਰਾਂ 'ਚ ਉਹੀ ਸਿਲਕ ਰਾਊਟ ਜਿਹੜਾ ਅੱਜ ਇਕਨੋਮਿਕਲ ਕੋਰੀਡੋਰ ਜਾਂ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ ਆ ਰਿਹਾ ਹੈ। ਤੇ ਜੇ ਸਿਲਕ ਰਾਊਟ ਦੀ ਜਿਹੜੀ ਹੈ ਉਸ ਦਾ ਪਿਛੋਕੜ ਦੇਖੀਏ, ਤੇ ਉਹ ਹਜ਼ਾਰਾਂ ਸਾਲ ਮਿਲੇਨੀਅਮਸ ਬੈਕ ਜਾਂਦਾ ਹੈ, ਕਿਉਂਕਿ ਇੱਕ ਜ਼ਮਾਨਾ ਸੀ ਚੀਨ ਦੇ ਵਿੱਚ ਇੱਕ ਖਾਸ ਕਿਸਮ ਦਾ ਸਿਲਕ ਹੁੰਦਾ ਸੀ ਜਿਹਦੀ ਦੁਨੀਆ ਭਰ 'ਚ ਮਾਰਕੀਟ ਸੀ, ਔਰ ਉੱਥੋਂ ਹੀ ਜਿਹੜੇ ਵਪਾਰੀ ਜਾਂਦੇ ਸੀ। ਹਾਲਾਂ ਬਹੁਤ ਸਾਰੀਆਂ ਚੀਜ਼ਾਂ ਉਹਦੇ ਨਾਲ ਜੁੜੀਆਂ ਹੋਈਆਂ ਨੇ। ਤੇ ਜੇ ਸਿੱਖ ਰਾਜ ਦੇ ਹਵਾਲੇ ਨਾਲ ਅਸੀਂ ਗੱਲ ਕਰੀਏ, ਤੇ ਫਿਰ ਲਦਾਖ ਅੰਮ੍ਰਿਤਸਰ ਰਾਊਟ, ਜਿਹੜਾ ਅੰਮ੍ਰਿਤਸਰ ਵਿਦਨ 400 years ਗੁਰੂ ਰਾਮਦਾਸ ਜੀ ਨੇ ਉਸ ਚੱਕ ਰਾਮਦਾਸ ਨੂੰ ਵਸਾਇਆ, ਔਰ ਸਭ ਤੋਂ ਜ਼ਿਆਦਾ ਤਜ਼ਾਰਤ ਦਾ ਕੇਂਦਰ ਅੰਮ੍ਰਿਤਸਰ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਬਣਦਾ ਹੈ। ਔਰ ਉਹਦਾ ਕਾਰਨ ਵੀ ਇਹ ਇੱਕ ਇੰਟਰਨੈਸ਼ਨਲ ਰਾਊਟ ਸੀ, ਕਿਉਂਕਿ ਲਦਾਖ ਤੱਕ ਤੋਂ ਜਿਹੜਾ ਉਸ ਰਾਊਟ ਦੇ ਰਾਹੀਂ ਅੰਮ੍ਰਿਤਸਰ ਤੱਕ ਵਪਾਰੀ ਪਹੁੰਚਦੇ ਸੀ। ਸੋ ਕਿਸੇ ਵੀ ਰਾਜ ਜਾਂ ਸੱਤਾ ਦਾ ਸਟੇਬਲ ਹੋਣਾ, ਉਸ ਦੇ ਵਿੱਚ ਜਿਹੜਾ ਸਭ ਤੋਂ ਅਹਿਮ ਰੋਲ ਹੁੰਦਾ ਹੈ ਉਹ ਵਪਾਰ ਦਾ ਹੁੰਦਾ ਹੈ, ਤਜ਼ਾਰਤ ਦਾ ਹੁੰਦਾ ਹੈ। ਔਰ ਜਿਸ ਮੁਗਲ ਰਾਜ ਦੇ ਨਾਲ ਅਸੀਂ ਇੱਕ ਸਦੀ ਲੜੇ, ਇਸ ਗੱਲ ਦਾ ਧਿਆਨ ਰਹੇ ਕਿ ਉਸ ਜ਼ਮਾਨੇ 'ਚ ਦੁਨੀਆ ਦੇ ਵਿੱਚ ਜਿੰਨੀ ਗਲੋਬਲ ਟ੍ਰੇਡ ਸੀ, ਉਹਦਾ 22% ਜਿਹੜਾ ਹੈ ਉਹ ਮੁਗਲਿਆ ਭਾਰਤ ਦੇ ਕੋਲ ਸੀ। ਔਰ ਈਸਟ ਇੰਡੀਆ ਕੰਪਨੀ ਵੀ ਜਦੋਂ ਉੱਥੇ ਆਉਂਦੀ ਹੈ ਜਹਾਂਗੀਰ ਦੇ ਜ਼ਮਾਨੇ 'ਚ, ਔਰ ਇੱਕ ਉਹਨਾਂ ਦਾ ਮਰੀਜ਼ ਠੀਕ ਕਰਦੇ ਉਹਨਾਂ ਦੇ ਪਰਿਵਾਰ ਦਾ, ਤੇ ਜਿਹੜੀ ਉਹਨਾਂ ਨੇ ਸਹੂਲਤ ਮੰਗੀ ਸੀ ਉਹ ਇਹੀ ਸੀ ਕਿ ਸਾਨੂੰ ਇੰਨੇ ਗਜ਼ ਦੀ ਥਾਂ ਦੇ ਦਿਓ ਗੁਜਰਾਤ ਦੀ ਪੋਰਟ ਦੇ ਉੱਤੇ ਤਜ਼ਾਰਤ ਕਰਨ ਦੇ ਲਈ। ਸੋ ਈਸਟ ਇੰਡੀਆ ਕੰਪਨੀ ਜਿਹੜੀ ਹੈ ਹੀ ਤਜ਼ਾਰਤੀ ਕੰਪਨੀ ਸੀ, ਕਿਵੇਂ ਉਹਨੇ ਲਗਭਗ 200 ਸਾਲ 'ਚ ਸਬ ਕੰਟੀਨੈਂਟ ਹੜੱਪਿਆ ਹੈ, ਇਤਿਹਾਸ ਦਾ ਇੱਕ ਵਿਸ਼ਾ। ਹਾਲਾਂ ਅਸੀਂ ਇਸ ਗੱਲ ਤੇ ਫਖਰ ਕਰਦੇ ਹਾਂ ਕਿ ਸਾਡਾ ਪੰਜਾਬ ਸਭ ਤੋਂ ਘੱਟ ਬ੍ਰਿਟਿਸ਼ ਕਲੋਨੀਅਲ ਰੂਲ ਦੇ ਥੱਲੇ ਰਿਹਾ, ਸਿਰਫ 98 ਸਾਲ, ਜਦੋਂ ਕਿ ਬਾਕੀ ਦਾ ਭਾਰਤ ਜਿਹੜਾ 1757 'ਚ ਪਲਾਸੀ ਦੀ ਲੜਾਈ ਤੋਂ ਬਾਅਦ 200 ਸਾਲ ਤੋਂ ਜ਼ਿਆਦਾ ਉਹਨਾਂ ਨੇ ਗੁਲਾਮੀ ਕੀਤੀ। ਸੋ ਅੱਜ ਵੀ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੇ ਦੁਨੀਆ ਦੇ ਵਿੱਚ ਤਾਕਤਾਂ ਹੁੰਦੀਆਂ ਨੇ, ਜੇ ਅਸੀਂ ਰੋਮਨ ਐम्पायर ਤੋਂ ਗੱਲ ਕਰੀਏ, ਰੋਮਨ ਐम्पायर, ਬ੍ਰਿਟਿਸ਼ ਐम्पायर, ਆਟੋਮਨ ਐम्पायर, ਜਿਵੇਂ ਹੁਣ ਟਰਕੀ ਅੱਜ ਇੱਕ ਨਵੀਂ ਪਾਵਰ ਦੇ ਤੌਰ ਤੇ ਇਸਲਾਮਿਕ ਵਰਲਡ 'ਚ ਉੱਭਰ ਰਿਹਾ ਹੈ, ਪਰ ਉਹੀ ਆਟੋਮਨ ਐम्पायर ਸੀ ਜਿਹਨੇ ਲਗਭਗ 700 ਸਾਲ ਸਾਰਾ ਮਿਡਲ ਈਸਟ ਉਹਨਾਂ ਦੇ ਕੰਟਰੋਲ 'ਚ ਸੀ, ਔਰ ਈਵਨ ਯੂਰਪ ਵਿਆਨਾ ਤੱਕ ਕੇ ਦੂਸਰੀਆਂ ਸਾਰਾ ਉਹਨਾਂ ਦੇ ਥੱਲੇ ਸੀ। ਫਿਰ ਬ੍ਰਿਟਿਸ਼ ਐम्पायर, ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਵੀ ਇਹਨਾਂ ਦੇ ਰਾਜ ਕਦੇ ਸੂਰਜ ਨਹੀਂ ਛੁਪਦਾ, ਉਹਨਾਂ ਦਾ। ਔਰ ਸੈਕੰਡ ਵਰਲਡ ਵਾਰ ਬੇਸ਼ੱਕ ਉਹਦੇ 'ਚ ਬ੍ਰਿਟਿਸ਼ ਐम्पायर ਜਾਂ ਉਹਨਾਂ ਦੇ ਅਲਾਈਜ਼ ਜਿੱਤਦੇ ਨੇ, ਪਰ ਉਹ ਇੰਨੇ ਕੁ ਕਰਜ਼ਾਈ ਹੋ ਜਾਂਦੇ ਨੇ, ਕਿਉਂਕਿ ਅਸੀਂ ਆਰਥਿਕਤਾ ਤੋਂ ਸ਼ੁਰੂ ਕਰ ਰਹੇ ਹਾਂ। ਦੁਨੀਆ ਦੇ ਇਨਸਾਨੀ ਇਤਿਹਾਸ 'ਚ ਲੜਾਈ ਦਾ ਬੇਸ ਹੀ ਆਰਥਿਕਤਾ ਰਿਹਾ ਹੈ, ਪੈਸਾ। ਔਰ ਜੇ ਇਹਨੂੰ ਅਸੀਂ ਦੇਖੀਏ ਕਿ ਵੀ ਬ੍ਰਿਟਿਸ਼ ਦਾ 60 ਦੇਸ਼ਾਂ ਨੂੰ ਅਗਲੇ 10-12 ਸਾਲਾਂ 'ਚ ਆਜ਼ਾਦੀ ਦੇਣਾ, ਇਸ ਲਈ ਨਹੀਂ ਸੀ ਕਿ ਉਹਨਾਂ ਦੀ ਪਹੁੰਚ ਬਦਲ ਗਈ, ਪਰ ਉਹ ਇੰਨੇ ਕਰਜ਼ਾਈ ਹੋ ਗਏ ਸੀ ਕਿ ਉਹ ਉਹਨਾਂ ਨੂੰ ਹੋਲਡ ਨਹੀਂ ਸੀ ਕਰ ਸਕਦੇ ਲੰਬਾ ਵਕਤ। ਔਰ ਸੈਕੰਡ ਵਰਲਡ ਵਾਰ ਦੇ ਨਾਲ ਬ੍ਰਿਟਿਸ਼ ਐम्पायर ਇੱਕ ਸੈਕੰਡ ਰੇਟ ਪਾਵਰ ਬਣ ਗਿਆ, ਔਰ ਜਿਹੜੀਆਂ ਨਵੀਆਂ ਦੋ ਪਾਵਰਸ ਉੱਭਰੀਆਂ, ਜ਼ਾਹਰ ਹੈ ਸੋਵੀਅਤ ਯੂਨੀਅਨ, ਜਿਨ੍ਹਾਂ ਨੇ ਕਦੇ ਸਟਾਲਿਨ ਨੇ ਹਿਟਲਰ ਦੇ ਨਾਲ ਵੀ ਸਮਝੌਤਾ ਕਰਕੇ ਬਾਲਟਿਕ ਸਟੇਟਾਂ ਲਿਥੁਆਨੀਆ, ਲਾਤਵੀਆ, ਐਸਟੋਨੀਆ ਦੱਬੀਆਂ ਸੀ, ਔਰ ਦੁਨੀਆ 'ਚ ਇੱਕ ਨਵੀਂ ਸਫ਼ਬੰਦੀ ਸ਼ੁਰੂ ਹੋਈ। ਅਗੇਨ ਦੇਖਣ ਨੂੰ ਬੇਸ਼ੱਕ ਅੱਜ ਦੀ ਜਿਹੜੀ ਸਫ਼ਬੰਦੀ ਹੈ ਉਹ ਜ਼ਿਆਦਾ ਖਤਰਨਾਕ ਹੈ ਸੋਵੀਅਤ ਯੂਨੀਅਨ ਔਰ ਅਮਰੀਕਾ ਜਾਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਕੋਲਡ ਵਾਰ ਨਾਲੋਂ,
ਕਿਉਂਕਿ ਸੋਵੀਅਤ ਯੂਨੀਅਨ ਕੋਈ ਵੱਡੀ ਟ੍ਰੇਡ ਪਾਵਰ ਨਹੀਂ ਸੀ ਜਾਂ ਉਹਨਾਂ ਦੇ ਕੋਈ ਵਪਾਰਕ ਇੰਟਰਸਟ ਕਲੈਸ਼ ਨਹੀਂ ਸੀ ਕਰਦੇ ਜਿਵੇਂ ਅੱਜ ਚਾਈਨਾ ਅਮਰੀਕਾ ਦੇ ਕਰਦੇ ਨੇ। ਹਾਂ, ਉਹਦੇ ਚ ਆਈਡੀਓਲੋਜੀ ਵੀ ਇੱਕ ਜ਼ਰੂਰ ਸੀ ਔਰ ਲਗਭਗ ਅੱਧਾ ਸੰਸਾਰ, ਔਰ ਜਿਵੇਂ ਤੁਸੀਂ ਤੀਸਰੇ ਸੰਸਾਰ ਜੰਗ ਦੀ ਗੱਲ ਕੀਤੀ, ਬੇਸ਼ੱਕ 1945 ਤੋਂ ਬਾਅਦ ਤੀਸਰੀ ਸੰਸਾਰ ਜੰਗ ਨਹੀਂ ਹੋਈ, ਪਰ ਜੇ ਤੁਸੀਂ 1945 ਤੋਂ 1999 ਤੱਕ ਜਦੋਂ ਸੋਵੀਅਤ ਯੂਨੀਅਨ ਦੇ 15 ਟੁਕੜੇ ਹੁੰਦੇ ਨੇ ਦੇਖੋ, ਤੇ ਇਸ ਪੀਰੀਅਡ 'ਚ ਦੁਨੀਆ 'ਚ ਜ਼ਿਆਦਾ ਲੋਕ ਮਾਰੇ ਗਏ। ਜੇ ਤੁਸੀਂ ਦੋਨੋਂ ਵਰਲਡ ਵਾਰਸ ਦੀਆਂ ਕੈਜੂਅਲਟੀਜ਼ ਨੂੰ ਜਮਾ ਵੀ ਕਰ ਲਓ, ਉਸ ਤੋਂ ਵੀ ਜ਼ਿਆਦਾ ਬਿਲਕੁਲ ਖਾਸ ਹੈ। ਉਹ ਕੋਰੀਅਨ ਵਾਰ ਹੋਏ, ਵੀਅਤਨਾਮ ਵਾਰ ਹੋਏ, ਕੰਬੋਡੀਆ ਹੋਏ, ਸਾਊਥ ਦੇ ਵਿੱਚ ਨਿਕਾਰਾਗੁਆ, ਇਕਵਾਡੋਰ, ਕਿਉਂਕਿ 70 ਤੋਂ ਜ਼ਿਆਦਾ ਦੇਸ਼ਾਂ 'ਚ ਪ੍ਰੌਕਸੀ ਵਾਰਸ ਜਿਨ੍ਹਾਂ ਨੂੰ ਦੋਵੇਂ ਪਾਸੇ ਹੀ KGB ਔਰ CIA ਦੋਨੋਂ ਹੀ ਫੰਡ ਕਰ ਰਹੇ ਸੀ, ਉਹਨਾਂ ਨੇ ਬਹੁਤ ਤਬਾਹੀ ਮਚਾਈ। ਔਰ ਇਹ ਲੱਗਦਾ ਸੀ ਕਿ 1999 ਚ ਸੋਵੀਅਤ ਯੂਨੀਅਨ ਦੇ ਕਲੈਪਸ ਹੋਣ ਤੋਂ ਬਾਅਦ ਅਮਰੀਕਾ ਇੱਕ ਸੁਪਰ ਪਾਵਰ ਦੇ ਤੌਰ ਤੇ ਉੱਭਰਿਆ, ਤਾਂ ਸ਼ਾਇਦ ਦੁਨੀਆ ਦੇ ਵਿੱਚ ਹੁਣ ਇਹ ਗੱਲ ਮੁੱਕ ਜਾਏਗੀ। ਪਰ ਅਸੀਂ ਦੇਖਦੇ ਹਾਂ, ਕਿਉਂਕਿ ਜੇ ਤੁਸੀਂ ਵਪਾਰੀਆਂ ਦਾ ਹਾਲ ਦੇਖੋ ਅਮਰੀਕਾ ਜਾਂ ਅੱਜ ਰਸ਼ੀਆ ਜਾਂ ਫਰਾਂਸ, ਇੰਗਲੈਂਡ, ਜਿਨ੍ਹਾਂ 'ਚ ਹੁਣ ਇਜ਼ਰਾਈਲ ਵੀ ਸ਼ਾਮਲ ਹੈ, ਇਹ ਕੋਈ ਗੰਢੇ ਜਾਂ ਗੋਭੀ ਨਹੀਂ ਵੇਚਦੇ ਦੁਨੀਆ ਨੂੰ। ਸਭ ਤੋਂ ਵੱਡੀ ਇੰਡਸਟਰੀ ਜਿਹੜੀ ਹੈ ਕੰਪਿਊਟਰ ਹੁਣ ਦੇ ਪੀਰੀਅਡ 'ਚ ਆਇਆ, ਉਹ ਵੈਪਨ ਇੰਡਸਟਰੀ ਹੈ। ਸੋ ਇਹਨਾਂ ਨੇ ਕਿਤੇ ਨਾ ਕਿਤੇ ਗੱਲ ਨੂੰ ਮਗਦਾ ਰੱਖਣੇ, ਇੱਕੋ ਵੇਲੇ ਐਸਟੈਬਲਿਸ਼ਮੈਂਟ ਨੂੰ ਵੀ ਹਥਿਆਰ ਵੇਚਣੇ ਨੇ ਤੇ ਜਿਹੜੇ ਉਹਨਾਂ ਦੇ ਰਿਬੈਲ ਲੜ ਰਹੇ ਹੁੰਦੇ ਨੇ ਉਹਨਾਂ ਨੂੰ ਵੀ ਵੇਚਣੇ ਨੇ। ਸੋ ਇਸ ਅੰਦਾਜ਼ 'ਚ ਅਸੀਂ ਦੇਖੀਏ ਤੇ ਵਕਤੀ ਤੌਰ ਤੇ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਇਸਲਾਮ ਨੂੰ ਟਾਰਗੇਟ ਕੀਤਾ ਗਿਆ, ਔਰ ਜਿਹੜਾ ਅਸੀਂ 2001 ਤੱਕ ਦੇਖਦੇ ਹਾਂ ਕਿਵੇਂ ਉਹ ਇੱਕ ਵੱਖਰੀ ਸ਼ੇਪ ਲੈਂਦਾ ਹੈ। ਪਰ ਕਿਉਂਕਿ 1.5 ਬਿਲੀਅਨ ਤੋਂ ਜ਼ਿਆਦਾ ਇਸਲਾਮਿਕ ਵਰਲਡ ਦੀ ਕੋਈ ਸੈਂਟਰਲਾਈਜ਼ਡ ਪਾਵਰ ਨਹੀਂ ਸੀ, ਜਿਹੜੀ ਬਣਨ ਵੀ ਨਹੀਂ ਦਿੱਤੇ ਇਹਨਾਂ ਪਾਵਰਸ ਨੇ। ਆਇਤੁੱਲਾ ਖਮੀਨੀ ਉੱਠਿਆ, ਉਹਨੂੰ ਸਨੱਬ ਕਰ ਦਿੱਤਾ ਹੈ, ਔਰ ਅੱਧੇ ਇੱਕ ਦੇਸ਼ ਸੋਵੀਅਤ ਬਲਾਕ ਸੀ, ਅੱਧੇ ਇੱਕ ਅਮਰੀਕਨ ਬਲਾਕ ਸੀ। ਕਿਉਂਕਿ ਜਿਹੜੀ ਮੈਪ ਮੇਕਿੰਗ ਵੀ ਬ੍ਰਿਟਿਸ਼ ਕਲੋਨੀਅਲਸ ਨੇ ਕੀਤੀ ਫਸਟ ਵਰਲਡ ਵਾਰ ਤੋਂ ਬਾਅਦ ਮਿਡਲ ਈਸਟ, ਜਿਹੜੀ ਟੈਰੀਟਰੀ ਆਟੋਮੈਨ ਅੰਪਾਇਰ ਤੋਂ ਲਈ, ਇਹ ਅਸੀਂ ਦੇਖਦੇ ਹਾਂ ਸਾਊਦੀ ਅਰੇਬੀਆ, ਜਾਰਡਨ ਔਰ ਇਜਿਪਟ, ਔਰ ਇਹ ਸਾਰੇ ਇਹਨਾਂ ਦੀ ਮੈਪ ਮੇਕਿੰਗ ਹੈ ਆਪਣੀ ਸਹੂਲਤ ਦੇ ਲਈ। ਲੇਕਿਨ ਇਸ ਪੀਰੀਅਡ 'ਚ ਚਾਈਨਾ ਦਾ ਇੱਕ ਬੜਾ ਦਿਲਚਸਪ ਸਾਨੂੰ ਦੇਖਣਾ ਪਏਗਾ ਕਿ ਜੇ ਅਸੀਂ ਸਿਵਲਾਈਜੇਸ਼ਨ ਦੇ ਆਧਾਰ ਨਾਲ ਦੇਖੀਏ, ਅਮਰੀਕਾ ਦੀਆਂ 200 ਸਾਲ ਤੋਂ ਜ਼ਿਆਦਾ ਰਾਊਟਸ ਨਹੀਂ ਨੇ। ਯੂਰਪ ਦੇ ਵਿੱਚ ਬੇਸ਼ੱਕ ਰੋਮਨ ਐਮਪਾਇਰ 'ਚੋਂ ਇਹ ਪ੍ਰਾਈਡ ਲੈਂਦੇ ਨੇ, ਲੇਕਿਨ ਕ੍ਰਿਸਚੀਅਨਿਟੀ ਦਾ ਇੱਕ ਕ੍ਰਿਸਚੀਅਨਡਮ ਦਾ ਹੈਡਕੁਆਰਟਰ ਹੈ। ਓਲਡ ਸਿਵਲਾਈਜੇਸ਼ਨ ਦੇ ਵਿੱਚ ਜੇ ਅਸੀਂ ਬੈਬੀਲੋਨਿਕ ਸਿਵਲਾਈਜੇਸ਼ਨ ਦੇਖਦੇ ਹਾਂ, ਮਿਡਲ ਈਸਟ ਜਿਹੜੀ ਬਾਅਦ ਦੇ ਵਿੱਚ ਇੱਕ ਡਿਵੈਲਪਡ ਸਿਵਲਾਈਜੇਸ਼ਨ ਹੈ, ਜਾਂ ਇੰਡਸ ਵੈਲੀ ਸਿਵਲਾਈਜੇਸ਼ਨ ਦੇਖਦੇ ਹਾਂ ਜਿਹੜੇ ਸਾਡੇ ਖਿੱਤੇ 'ਚ ਮੋਹਨਜੋਦਾੜੋ ਜਾਂ ਹੜੱਪਾ, ਜਿਹਦੇ ਈਸਟ ਵੈਸਟ ਪੰਜਾਬ ਸਿੰਧ ਤੱਕ ਜਾਂਦਾ ਹੈ, ਤੇ ਜਾਂ ਅਸੀਂ ਚਾਈਨੀਜ਼ ਸਿਵਲਾਈਜੇਸ਼ਨ ਦੇਖਦੇ ਹਾਂ ਜਿਹੜੀ ਸਭ ਤੋਂ ਪੁਰਾਣੀ ਹੈ, 5000 ਸਾਲ ਤੋਂ ਵੀ ਜ਼ਿਆਦਾ, ਜਿਨ੍ਹਾਂ ਨੇ ਦੁਨੀਆ ਨੂੰ ਪ੍ਰਿੰਟਿੰਗ ਪ੍ਰੈਸ ਦਿੱਤੀ, ਪੇਪਰ ਦਿੱਤਾ, ਗਨ ਪਾਊਡਰ ਦਿੱਤਾ, ਬਹੁਤ ਸਾਰੀਆਂ ਇਜਾਜ਼ਤਾਂ। ਕਿਉਂਕਿ ਜਦੋਂ ਹੰਟਿੰਗਟਨ ਵਰਗੇ ਲੋਕ ਕਲੈਸ਼ ਆਫ ਸਿਵਲਾਈਜੇਸ਼ਨ ਦੀ ਗੱਲ ਕਰਦੇ ਨੇ, ਉਹਨਾਂ ਦਾ ਫੋਕਸ ਇਸਲਾਮਿਕ ਵਰਲਡ ਵੱਲ ਸੀ ਕਿ ਉਹਨਾਂ ਨੂੰ ਜਾਲ ਸਾਬਤ ਕਰਨਾ। ਪਰ ਇਸ ਦੇ ਉਲਟ ਜਦੋਂ ਚਾਈਨਾ ਦੇ ਨਾਲ ਅਮਰੀਕਾ ਦੇ ਸੰਬੰਧ ਖੁੱਲਦੇ ਨੇ, ਜ਼ੁਲਫਿਕਾਰ ਅਲੀ ਭੁੱਟੋ ਦਾ ਪਾਕਿਸਤਾਨ ਇੰਸਟਰੂਮੈਂਟਲ ਹੁੰਦਾ ਹੈ, ਔਰ ਉਸ ਪੀਰੀਅਡ ਤੋਂ ਹੁਣ ਤੱਕ, ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਟਰੰਪ ਦੇ ਟੇਕ ਓਵਰ ਕਰਨ ਤੋਂ ਪਹਿਲਾਂ, ਆਲਮੋਸਟ $700 ਬਿਲੀਅਨ ਦਾ ਚਾਈਨਾ ਦਾ ਟ੍ਰੇਡ ਸਰਪਲਸ ਸੀ ਅਮਰੀਕਾ ਦੇ ਨਾਲ। ਔਰ ਇੰਨੀ ਤੇਜ਼ੀ ਨਾਲ ਚਾਈਨਾ ਉਸ ਟੈਰੀਟੋਰੀ 'ਚ, ਖਾਸ ਤੌਰ ਤੇ ਅਫਰੀਕਾ ਕੰਟੀਨੈਂਟ ਜਾਂ ਈਵਨ ਯੂਰਪ ਤੱਕ, ਔਰ ਉਹਦੇ 'ਚ ਇਕਨੋਮਿਕਲ ਕੋਰੀਡੋਰ ਗਵਾਦਰ ਤੱਕ, ਗਵਾਦਰ ਪੋਰਟ ਜਿਹੜੀ ਪਾਕਿਸਤਾਨ ਦੇ ਕੋਲ ਹੈ, ਉਹਦੇ ਤੱਕ ਚਾਈਨਾ ਦੀ ਪਹੁੰਚ ਹੋਣਾ। ਸੋ ਇਹਨਾਂ ਹਾਲਾਤਾਂ 'ਚ ਅਮਰੀਕਾ, ਬੇਸ਼ੱਕ ਮੈਂ ਇਹ ਗੱਲ ਕਹਿਣੀ ਚਾਹੁੰਦਾ ਦਾਅਵੇ ਨਾਲ ਕਿ ਇਸ ਵੇਲੇ ਚਾਈਨਾ ਦੀ ਕੁੱਲ ਇਕਨੋਮੀ $15 ਟ੍ਰਿਲੀਅਨ ਦੀ ਹੈ, ਅਮਰੀਕਾ ਮਚ ਮੋਰ ਸਟਰੋਂਗਰ ਵਿਕਟ ਤੇ ਹੈ। ਔਰ ਮੈਨੂੰ ਨਹੀਂ ਲੱਗਦਾ ਆਉਣ ਵਾਲੇ ਈਵਨ 50 ਸਾਲ ਦੇ ਵਿੱਚ ਕੋਈ ਅਮਰੀਕਾ ਦੀਆਂ ਗ੍ਰੇਟ ਰਿਸੈਸ਼ਨ ਤੋਂ ਬਾਅਦ ਅਮਰੀਕਾ ਦੀਆਂ ਇੰਸਟੀਟਿਊਸ਼ਨਸ ਬਹੁਤ ਸਟਰੋਂਗ ਫੁਟਿੰਗ ਤੇ ਨੇ, ਔਰ ਅਸੀਂ ਸ਼ੁਕਰਗੁਜ਼ਾਰ ਹਾਂ, ਅਸੀਂ ਵੀ ਇਸ ਮੁਲਕ 'ਚ ਬੈਠੇ ਹਾਂ, ਇਹਦੇ ਹਿੱਤ ਸਾਡੇ ਹਿੱਤ ਵੀ ਨੇ, ਅਸੀਂ ਜ਼ਾਹਰ ਹੈ ਆਪਣੀ ਅਡਾਪਟਡ ਕੰਟਰੀ ਦਾ ਹਿੱਤ ਵੀ ਚਾਹੁੰਦੇ ਹਾਂ। ਪਰ ਗੱਲ ਜਦੋਂ ਅਸੀਂ ਡਿਸਪੈਸ਼ਨੇਟਲੀ ਕਰਾਂਗੇ ਕਿ ਦੁਨੀਆ 'ਚ ਕੌਣ ਕਿੱਥੇ ਖੜਾ ਹੈ, ਤਾਂ ਫਿਰ ਦੇਖਣਾ ਹੋਏਗਾ ਕਿ ਇਹ ਵੱਡੀਆਂ ਪਾਵਰਸ ਕਿਸੇ ਵੀ ਖਿੱਤੇ ਨੂੰ ਦਬਾਅ ਥੱਲੇ ਲੈਣ ਲਈ ਇੱਕ ਸਮੋਕ ਸਕਰੀਨ ਕ੍ਰੀਏਟ ਕਰਦੀਆਂ, ਇੱਕ ਪ੍ਰੋਪੇਗੈਂਡਾ ਲਾਈਨ ਹੁੰਦੀ ਹੈ, ਉਹਦੇ ਆਪਣੇ ਜਮੂਰੇ ਫਿੱਟ ਕੀਤੇ ਜਾਂਦੇ ਨੇ, ਔਰ ਫਿਰ ਉਸ ਅੰਦਾਜ਼ ਦੇ ਵਿੱਚ ਹੀ ਜਿਹੜੇ ਉਹ ਦੇਸ਼ ਔਰ ਦੂਸਰੇ ਰਿਐਕਟ ਕਰਦੇ ਨੇ
ਜਿਵੇਂ ਅੱਜ ਅਮਰੀਕਾ ਦੇ ਵਿੱਚ 70% ਅਮਰੀਕਨ, ਭਾਵੇਂ ਉਹ ਰਿਪਬਲਿਕਨ ਹੋਣ ਜਾਂ ਡੈਮੋਕ੍ਰੈਟ ਹੋਣ, ਉਹ ਚੀਨ ਨੂੰ ਨਫ਼ਰਤ ਕਰਦੇ ਨੇ ਕਿਉਂਕਿ ਉਸ ਕਿਸਮ ਦਾ ਰੁਝਾਨ। ਔਰ ਅਨਫੋਰਚੂਨੇਟਲੀ ਇਹ ਜਿਹੜੇ ਤੁਸੀਂ ਗੱਲ ਕੀਤੀ ਹੈ ਕਿ ਅਮਰੀਕਾ ਦੇ ਵਿੱਚ ਜਿਹੜੇ ਭਾਵੇਂ ਰਿਪਬਲਿਕਨ ਨੇ ਤੇ ਭਾਵੇਂ ਡੈਮੋਕ੍ਰੈਟਸ ਨੇ, ਉਹ 70% ਤੋਂ ਵੱਧ ਚੀਨ ਦੇ ਖਿਲਾਫ ਇੱਕ ਤਰ੍ਹਾਂ ਖੜੇ ਹੋਏ ਨੇ, ਆਵਾਜ਼ ਉਹ ਕੱਢਣ ਲੱਗ ਪਏ ਕਿ ਇਹ ਵੀ ਇੱਕ ਤਰ੍ਹਾਂ ਦਾ ਨੈਸ਼ਨਲਿਜ਼ਮ ਬਣ ਚੁੱਕਾ ਹੈ। ਦੇਖੋ ਇੱਕ ਗੱਲ, ਹਾਲਾਂਕਿ ਸ਼ਾਇਦ ਇੱਥੇ ਉਨੀ ਜ਼ਿਆਦਾ ਨਾ ਵੀ ਢੁੱਕਦੀ ਹੋਏ, ਇੱਕ ਬੜਾ ਪਪੂਲਰ ਫਰੇਜ਼ ਹੈ ਜਿਹੜਾ ਖਾਸ ਤੌਰ ਤੇ ਮੋਦੀ ਕਿਹਾ ਤੇ ਢੁੱਕਦਾ ਹੈ, ਕਿਤੇ ਨਾ ਕਿਤੇ ਟਰੰਪ ਐਡਮਿਨਿਸਟ੍ਰੇਸ਼ਨ ਤੇ ਵੀ ਢੁੱਕਦਾ ਹੈ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰਿਜ਼ੋਰਟ ਆਫ ਸਕਾਉਂਡਰਲਸ। ਕਿ ਦੇਸ਼ ਭਗਤੀ ਜਾਂ ਰਾਸ਼ਟਰਵਾਦ ਹੁੰਦਾ ਹੈ ਠੱਗਾ, ਲੁਟੇਰਿਆਂ, ਧੋਖੇਬਾਜ਼ਾਂ, ਫਰਾਡੀਆਂ ਦਾ ਜਿਹੜਾ ਉਹ ਇੱਕ ਰਿਫਿਊਜ ਹੁੰਦਾ ਹੈ, ਉਹਨਾਂ ਦਾ ਇੱਕ ਆਸਰਾ ਹੁੰਦਾ ਹੈ ਜਾਂ ਉਹਨਾਂ ਦੀ ਇੱਕ ਸ਼ਰਨ। ਮਤਲਬ ਜਦੋਂ ਤੁਸੀਂ ਭਾਰਤ ਦੇ ਵਿੱਚ ਦੇਖੋ, ਹੁਣ ਜੇ ਇੰਡੀਆ ਟੁਡੇ ਵਾਲੇ 1200 ਲੋਕਾਂ ਦਾ ਪੋਲ ਕਰਕੇ ਕਹਿੰਦੇ ਨੇ ਜੀ ਮੋਦੀ ਦੀ ਰੇਟਿੰਗ ਜਿਹੜੀ ਹੈ ਉਹ 79% ਹੋ ਗਈ, ਜਿਹੜੀ ਕਦੇ ਪਹਿਲੇ ਪ੍ਰਧਾਨ ਮੰਤਰੀਆਂ ਦੀ ਨਹੀਂ ਹੋਈ। ਲੋਕ ਕਹਿ ਰਹੇ ਨੇ ਜੀ ਉਹਨੇ COVID-19 ਨਾਲ ਵੀ ਬੜਾ ਚੰਗਾ ਡੀਲ ਕੀਤਾ, ਉਹਨੇ ਚੀਨ ਨੂੰ ਵੀ। ਹੁਣ ਅਸੀਂ ਜਾਣਦੇ ਹਾਂ ਕਿ 15 ਤੇ 16 ਜੂਨ ਦੀ ਰਾਤ ਨੂੰ ਕੀ ਹੈ, 20 ਸੋਲਜਰ ਤੁਹਾਡੇ ਮਾਰੇ ਜਾਂਦੇ ਨੇ, 10 ਤੁਹਾਡੇ ਜਿਹੜੇ ਨੇ ਹੌਸਟੇਜ ਹੁੰਦੇ ਨੇ, ਜਿਨ੍ਹਾਂ 'ਚ ਤੁਹਾਡਾ ਕਰਨਲ ਵੀ ਹੈ, ਮੇਜਰ ਵੀ ਹੈ, ਕੈਪਟਨ ਵੀ ਹੈ। 48-72 ਘੰਟਿਆਂ ਬਾਅਦ ਤੁਹਾਨੂੰ ਉਹ ਮੋੜਦੇ ਨੇ। ਸੈਟੇਲਾਈਟ ਇਮੇਜ ਦੱਸ ਰਹੇ ਨੇ ਵੀ ਤੁਹਾਡੀ ਜਿੰਨੀ ਕੁ ਜਿੰਨਾ ਕੁ ਬੰਗਲਾਦੇਸ਼ ਦੀ ਟੈਰੀਟਰੀ ਹੈ 50,000 ਸਕੁਅਰ ਕਿਲੋਮੀਟਰ ਦੇ ਨੇੜੇ, ਉਨੇ ਕੁ ਦੇ ਨੇੜੇ ਤੇੜੇ ਉਹਨਾਂ ਨੇ ਤੁਹਾਡਾ 4 ਥਾਵਾਂ ਤੋਂ। ਪਰ ਤੁਸੀਂ ਕਹੀ ਜਾਓ ਜੀ ਅਸੀਂ ਜਿੱਤ ਗਏ, ਨਫ਼ਰਤ ਫੈਲਾਓ। ਮੈਂ ਸਮਝਦਾ ਵੀ ਕਿਤੇ ਨਾ ਕਿਤੇ ਅਮਰੀਕਾ 'ਚ ਵੀ, ਕਿਉਂਕਿ ਟਰੰਪ ਐਡਮਿਨਿਸਟ੍ਰੇਸ਼ਨ ਦਾ ਔਰ ਟਰੰਪ ਦਾ ਪਹਿਲਾ ਕੈਂਪੇਨ ਵੀ ਜਿਹੜਾ ਹੈ ਉਹ ਬਿਜ਼ਨਸ ਡੈਫਿਸਿਟ, ਚੀਨ ਜਾਂ ਦੂਸਰੇ ਮੁੱਦਿਆਂ ਤੇ ਸੀ। ਸੋ ਡੈਮੋਕ੍ਰੇਟਸ ਨੂੰ ਵੀ ਇਹ ਲੱਗਦਾ ਹੈ ਵੀ ਜਿਹੜੀ ਇੱਕ ਫਿਜ਼ਾ ਬਣੀ ਹੈ, ਜੇ ਅਸੀਂ ਉਹਦੇ ਤੋਂ ਵੱਡੇ ਦੇਸ਼ ਭਗਤੀ ਆਪਣੀ ਰਾਹ ਦੱਸਾਂਗੇ ਤੇ ਅਸੀਂ ਲੋਕਾਂ ਦੀਆਂ ਵੋਟਾਂ ਨਹੀਂ ਲੈ ਸਕਾਂਗੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਜੀ। ਮੇਰਾ ਸਵਾਲ ਇਹ ਹੈ ਕਿ ਇੱਕ ਵੇਲੇ ਪੰਜਾਬ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਮੈਂ 1830 ਤੇ 1840 ਦੇ ਵਿੱਚ ਦੇ ਜਿਹੜੇ 10 ਸਾਲ ਨੇ, ਉਸ ਵੇਲੇ ਸਾਊਥ ਏਸ਼ੀਆ ਹੀ ਨਹੀਂ, ਇਸ ਪੂਰੇ ਮਿਡਲ ਈਸਟ ਤੇ ਏਸ਼ੀਅਨ ਜਿਹੜੇ ਕੰਟੀਨੈਂਟਸ ਨੇ, ਇਹਨਾਂ ਦੇ ਦਰਮਿਆਨ ਪੰਜਾਬ ਦੀ ਜਿਹੜੀ ਪੋਲੀਟੀਕਲ ਇੰਪੋਰਟੈਂਸ ਸੀ ਬਹੁਤ ਜ਼ਿਆਦਾ ਸੀ। ਉਹੀ ਪੋਲੀਟੀਕਲ ਇੰਪੋਰਟੈਂਸ ਅੱਜ ਮੈਂ ਪਾਕਿਸਤਾਨ ਦੀ ਦੇਖ ਰਿਹਾ। ਪਾਕਿਸਤਾਨ ਦੇ ਦੋਵਾਂ ਹੱਥਾਂ ਦੇ ਵਿੱਚ ਲੱਡੂ ਨੇ। ਇਸ ਨੂੰ ਕਿਵੇਂ ਤੁਸੀਂ ਉਹ ਕਰੋਗੇ? ਇਸ ਤੇ ਤੁਹਾਡੇ ਕੀ ਵਿਚਾਰ ਨੇ? ਦੇਖੋ ਤੁਸੀਂ ਬਹੁਤ ਚੰਗੀ ਗੱਲ ਕੀਤੀ ਆ। ਮੈਨੂੰ ਕਈ ਵਾਰੀ ਇਸ ਗੱਲ ਦਾ ਦੁੱਖ ਹੁੰਦਾ ਹੈ ਵੀ ਸਾਡੇ ਬਹੁਤ ਸਾਰੇ ਕੌਮ ਦੇ ਵਿੱਚ ਪੜ੍ਹਿਆ ਲਿਖਿਆਂ ਨੂੰ ਵੀ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ। ਨਤੀਜੇ ਦੇ ਤੌਰ ਤੇ ਅਸੀਂ ਬਹੁਤ ਵਾਰ ਅੱਜ ਜਿਹੜੀ ਸੋਸ਼ਲ ਮੀਡੀਆ ਤੇ ਕਿਹਨੇ ਕੀ ਕਿਹਾ, ਮਰਿਆਦਾ ਇਹ ਹੈ ਉਹ ਹੈ, ਇਸ ਦੇ ਉੱਤੇ ਡਿਬੇਟਸ ਹੁੰਦੀਆਂ। ਸਾਨੂੰ ਅੱਜ ਇਹ ਅਹਿਸਾਸ ਹੀ ਨਹੀਂ ਹੈ ਕਿ ਸਾਨੂੰ ਕੁਦਰਤ ਨੇ, ਬੇਸ਼ੱਕ ਅਸੀਂ 47 ਦੀ ਉਸ ਸਿਵਲ ਵਾਰ ਦੀ ਉਸ ਤਰਾਸਦੀ ਚੋਂ ਨਿਕਲੇ, ਪਰ ਜੇ ਅਸੀਂ ਧਿਆਨ ਨਾਲ ਦੇਖੀਏ, ਮੈਂ ਪਾਕਿਸਤਾਨ ਦੀ ਗੱਲ ਕਰਨ ਤੋਂ ਪਹਿਲਾਂ ਸਿੱਖ ਸਿਵਲਾਈਜੇਸ਼ਨ ਜਾਂ ਤਹਿਜ਼ੀਬ ਦੀ ਗੱਲ ਕਰਾਂਗਾ ਕਿ ਜੇ ਤੁਸੀਂ ਮੋਰਾਕੋ ਤੋਂ ਦੇਖੋ, ਮੋਰਾਕੋ ਤੋਂ ਇਸਲਾਮ ਦੀ ਸ਼ੁਰੂਆਤ ਹੋ ਜਾਂਦੀ ਹੈ, ਉਸ ਮੈਡੀਟੇਰੇਨੀਅਨ ਦੇ ਉਸ ਖਿੱਤੇ ਤੋਂ। ਔਰ ਇਹ ਸਾਰੇ ਸਥਾਨ ਜਿਹੜੇ 6 ਰਿਪਬਲਿਕ ਸੋਵੀਅਤ ਯੂਨੀਅਨ ਨਾਲ ਟੁੱਟੇ ਔਰ ਵਾਘਾ ਤੱਕ ਆਉਂਦੇ ਆ, ਇਸਲਾਮ ਦਾ ਇੱਕ ਜਿਹੜਾ ਪੂਰੀ ਕਨਗਰੂਅਸ ਹੈ ਉਹ ਲਗਾਤਾਰ ਤੇ। ਇੱਧਰ ਜਮਨਾ ਪਾਰ ਉਹ ਸਿਵਲਾਈਜੇਸ਼ਨ ਹੈ ਗੰਗਾ ਜਮਨੀ ਤਹਿਜ਼ੀਬ ਵਾਲੀ, ਜਿਨ੍ਹਾਂ ਨੇ 1000 ਸਾਲ ਕਦੇ ਮੁਸਲਮਾਨਾਂ ਨੂੰ ਉਹਨਾਂ ਦਾ ਛੋਇਆ ਪਾਣੀ ਵੀ ਨਹੀਂ ਪੀਤਾ ਹੈ, ਔਰ ਇੱਕ ਜ਼ਾਤ ਪਾਤੀ ਸਿਸਟਮ, ਇਨਸਾਨੀ ਇਨਇਕੁਐਲਿਟੀ 'ਚ ਯਕੀਨ ਰੱਖਦੇ ਨੇ। ਸਿੱਖ ਸਿਵਲਾਈਜੇਸ਼ਨ ਜਿੱਥੇ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇਗਾਲੀਟੇਰੀਅਨ ਹੈ। ਗੁਰੂ ਨਾਨਕ ਦਾ ਮਨਾ ਸਾਡੀ ਮੁਸਲਮਾਨਾਂ ਦੇ ਨਾਲ ਮਜ਼ਹਬ ਦੇ ਤੌਰ ਤੇ ਕੋਈ ਹੋਸਟਿਲਿਟੀ ਰਹੀ ਜੇ ਹੁੰਦੀ ਤਾਂ ਫਿਰ ਭਾਈ ਮਰਦਾਨਾ ਤੇ ਸਾਈਂ ਮੀਆਂ ਮੀਰ ਜਿਨ੍ਹਾਂ ਨੇ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ। ਇਸੇ ਤਰ੍ਹਾਂ ਅਸੀਂ ਕੋਈ ਹਿੰਦੂ ਧਰਮ ਜਾਂ ਦੂਸਰੇ ਨਾਲ ਉਹਨਾਂ ਨੂੰ ਨਾਲ ਨਫ਼ਰਤ ਨਹੀਂ ਕਰਦੇ। ਜੇ ਇਵੇਂ ਹੁੰਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਮੁੱਢਲੇ ਧਾਰਮਿਕ ਆਜ਼ਾਦੀ ਦੇ ਹੱਕ ਲਈ ਕਿਉਂ ਸ਼ਹਾਦਤ ਦਿੰਦੇ? ਲੇਕਿਨ ਮੈਂ ਸਮਝਦਾ ਹਾਂ ਵੀ ਇਹ ਸਾਡੀ ਸਿਵਲਾਈਜੇਸ਼ਨ ਵੀ, ਜਿੱਥੇ ਅਸੀਂ ਪਾਕਿਸਤਾਨ ਨੂੰ ਸਮਝਦੇ ਹਾਂ ਵੀ ਉਹ ਇੱਕ ਖੁਸ਼ਕਿਸਮਤ ਮੁਲਕ ਹੈ ਕਿ ਉਹ ਸੈਂਟਰਲ ਏਸ਼ੀਆ ਔਰ ਇੱਧਰ ਯੂਰਪ ਦੀਆਂ ਜਿਹੜੀਆਂ ਸਾਰਾ ਪਾਰਟ ਹੈ, ਇਹਦੇ ਵਿਚਾਲੇ ਇੱਕ ਪੁਲ ਵੀ ਹੈ। ਇਹਦੇ ਵਿਚਾਲੇ ਉਹ ਜਿਹੜੇ ਖਾਸ ਤੌਰ ਤੇ ਹੁਣ ਗਵਾਦਰ ਪੋਰਟ ਦੇ ਨਾਲ ਜਿਹੜੀ ਐਕਸੈਸ ਚੀਨ ਨੂੰ ਵੀ ਮਿਲ ਰਹੀ ਹੈ, ਹਾਲਾਂਕਿ ਗਵਾਦਰ 1950s ਚਾਈਨਾ ਨੇ, ਜੇ ਮੈਂ ਗਲਤ ਨਹੀਂ, ਪਾਕਿਸਤਾਨ ਨੇ ਓਮਾਨ ਤੋਂ ਖਰੀਦੀ ਸੀ। ਸੋ ਕੁੱਲ ਮਿਲਾ ਕੇ ਜਿਵੇਂ ਅਸੀਂ ਜਨਰਲ ਜੋਗਰਾਫੀਆ ਦਾ ਗੱਲ ਕਰਦੇ ਹਾਂ ਕਿ ਦੁਨੀਆ
ਵਾਰਸ ਡਿਸਾਈਡ ਹੋਣ ਲੱਗੀਆਂ, ਮੌਸਮ ਕੀ ਸੀ, ਜਿਵੇਂ ਜਰਮਨ ਫੋਰਸਿਸ ਮਾਸਕੋ 'ਚ ਫਸ ਗਈਆਂ, ਉੱਥੇ ਬਰਫ਼ ਪੈਂਦੀ ਹੈ, ਜਾਂ ਦੂਜੇ ਪਾਕਿਸਤਾਨ ਨੂੰ ਇਹ ਐਡਵਾਂਟੇਜ ਹਮੇਸ਼ਾ ਹੀ ਰਹੇਗੀ ਕਿ ਇੱਕ ਪਾਸੇ ਉਹਦੀ ਇੰਪੋਰਟੈਂਸ ਹੈ ਕਿ 57 ਦੇਸ਼ਾਂ ਦੇ OIC 'ਚ ਪਾਕਿਸਤਾਨ ਕੱਲਾ ਨਿਊਕਲੀਅਰ ਪਾਵਰਡ ਕੰਟਰੀ ਹੈ। ਸੋ ਪਾਕਿਸਤਾਨ ਇਸਲਾਮਿਕ ਵਰਲਡ ਦੇ ਲਈ ਫੋਰਫਰੰਟ ਸਟੇਟ ਹੈ। ਸੈਕੰਡਲੀ, ਜਿਹਨੇ ਵੀ ਉੱਤਰੋਂ ਦੀ ਲੰਘਣਾ ਉਹ ਉੱਥੇ ਬੈਠੇ ਨੇ। ਔਰ ਜੇ ਇਸ ਗੱਲ ਦਾ ਧਿਆਨ ਦਈਏ ਕਿ ਮਹਾਰਾਜਾ ਰਣਜੀਤ ਸਿੰਘ, ਬਹੁਤ ਵਾਰ ਅਸੀਂ ਕਹਿੰਦੇ ਹਾਂ ਜੀ ਕਾਬਲ ਕੰਧਾਰ ਤੱਕ ਸਾਡਾ ਰਾਜ ਰਿਹਾ, ਅਸੀਂ ਕਦੇ ਕਾਬਲ ਕੰਧਾਰ ਤੇ ਰਾਜ ਨਹੀਂ ਕੀਤਾ। ਮਹਾਰਾਜਾ ਰਣਜੀਤ ਸਿੰਘ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਸੀ ਕਿ ਜਨਰਲ ਜੋਗਰਾਫੀਆ ਕੀ ਹੁੰਦਾ ਹੈ। ਦਰਾ ਖੈਬਰ, ਉਹਨਾਂ ਨੇ ਅਫਗਾਨਿਸਤਾਨ ਜਿਹੜਾ ਕਿ ਸਬ ਕੈਪੀਟਲ ਸੀ, ਉਹਦੇ ਤੋਂ ਲੈ ਕੇ ਦਰਾ ਖੈਬਰ ਜਮਰੌਦ ਤੱਕ ਸਟ੍ਰੈਟੇਜਿਕਲੀ ਲਿਆ ਕੇ ਉੱਥੇ ਖੜਾ ਕਰ ਦਿੱਤਾ ਕਿ ਜਿੱਥੋਂ ਕੋਈ ਨਵਾਂ ਜਿਹੜਾ ਹਮਲਾਵਰ ਆ ਨਹੀਂ ਸੀ ਸਕਦਾ। ਉਹ ਸਮਝਦਾ ਸੀ ਕਿ ਅਫਗਾਨ ਫੀਅਰਸ ਟ੍ਰਾਈਬਸ ਨੇ, ਇਹਨਾਂ ਨੂੰ ਤੁਸੀਂ ਪਰਮਾਨੈਂਟਲੀ ਨਹੀਂ ਕੰਟਰੋਲ ਕਰ ਸਕਦੇ। ਸੋ ਉਸ ਪੀਰੀਅਡ 'ਚ ਵੀ ਜਿਹੜੀ ਤੁਸੀਂ ਬਹੁਤ ਚੰਗੀ ਗੱਲ ਕੀਤੀ ਕਿ ਜੇ ਅੰਗਰੇਜ਼ਾਂ ਨੇ ਹਰੀਡਲੀ ਸਿੱਖਾਂ ਦੇ ਨਾਲ 1809 ਦੀ ਅੰਮ੍ਰਿਤਸਰ ਦੀ ਟ੍ਰੀਟੀ ਕੀਤੀ ਸੀ, ਰਸ਼ੀਆ ਇੱਕ ਫੈਕਟਰ ਦੇ ਤੌਰ ਤੇ ਸੀ। ਰਸ਼ੀਆ ਆ ਕੇ ਉਸ ਖਿੱਤੇ 'ਚ ਬੈਠ ਗਿਆ ਸੀ ਔਰ ਉਹਨਾਂ ਨੂੰ ਇਹ ਲੱਗਦਾ ਸੀ, ਈਵਨ ਇੱਕ ਸਟੇਜ ਤੇ ਫ੍ਰੈਂਚ ਜਨਰਲਸ ਦਾ ਰਣਜੀਤ ਸਿੰਘ ਦੇ ਦਰਬਾਰ 'ਚ ਹੋਣਾ ਔਰ ਨੈਪੋਲੀਅਨ ਦੀ ਅਸੀਂ ਐਮਰਜੈਂਸ ਦੇਖਦੇ ਹਾਂ। ਜੇ ਨੈਪੋਲੀਅਨ ਜੇਤੂ ਰਹਿੰਦਾ, ਅਸੀਂ ਫਰਾਂਸ ਦੇ ਨਾਲ ਵੀ ਕਮਿਊਨੀਕੇਟ ਕਰਕੇ ਗਲੋਬਲ ਪਾਵਰ ਸੀ, ਅਸੀਂ ਰਸ਼ੀਆ ਦੇ ਨਾਲ ਵੀ ਕਰਕੇ ਗਲੋਬਲ ਪਾਵਰ ਸੀ। ਔਰ ਇੱਕ ਕਾਰਨ ਜਿਹੜਾ ਸਾਨੂੰ ਸਿੰਧ ਫਤਿਹ ਨਹੀਂ ਕਰਨ ਦਿੱਤਾ, ਜਿਹਦਾ ਕਾਰਨ 1809 ਦੀ ਅੰਮ੍ਰਿਤਸਰ ਦੀ ਟ੍ਰੀਟੀ ਸੀ, ਸਤਲੁਜ ਦਰਿਆ ਹੱਦ ਸੀ। ਜੇ ਕਿਤੇ ਇਹ ਟ੍ਰੀਟੀ ਦੇ ਵਿੱਚ ਸਿੱਖਾਂ ਨੇ ਦੇਖਿਆ ਹੁੰਦਾ ਕਿ ਭਾਈ ਸਤਲੁਜ ਦਾ ਕੋਰਸ ਤਾਂ ਦੇਖ ਲਓ, ਸਿੰਧ ਪੈਰਾਂ 'ਚ ਪਿਆ ਸੀ, ਸਿੱਖ ਰਾਜ ਦੇ ਸ਼ਿਕਾਰ ਤੱਕ ਪਹੁੰਚ ਗਏ ਸੀ, ਤਾਂ ਫਿਰ ਅਸੀਂ ਗਲੋਬਲ ਪਾਵਰ ਹੋਣਾ ਸੀ। ਅੰਗਰੇਜ਼ਾਂ ਨੇ ਬੜੀ ਚਲਾਕੀ ਨਾਲ ਸਾਨੂੰ ਸਮੁੰਦਰ ਤੋਂ ਕੱਟ ਆਫ ਕਰ ਦਿੱਤਾ। ਔਰ ਅੱਜ ਪਾਕਿਸਤਾਨ ਦੇ ਕੋਲ ਇਹ ਐਡਵਾਂਟੇਜ ਹੈ। ਔਰ ਮੈਂ ਸਮਝਦਾ ਕਿ ਜੇ ਪਾਕਿਸਤਾਨ ਦੇ ਨਾਲ ਚੀਨ ਦੇ ਵੀ ਬੜੇ ਵਾਰਮ ਰਿਲੇਸ਼ਨਸ ਨੇ ਪਹਿਲੇ ਦਿਨ ਤੋਂ, ਅਮਰੀਕਾ ਵੀ ਇਹਦੇ ਬਾਵਜੂਦ ਕਿ ਉਹ ਵੇਲੇ ਕਵੇਲੇ ਜਿਹੜੀ ਹੈ ਉਹ ਤਨਕੀਦ ਕਰਦਾ, ਪਰ ਉਹਨਾਂ ਨੇ ਕੱਟ ਆਫ ਨਹੀਂ ਕੀਤਾ ਹੋਇਆ। ਰਸ਼ੀਅਨ ਆਰਮੀ ਔਰ ਪਾਕਿਸਤਾਨ ਦੀ ਆਰਮੀ ਵੀ ਜੁਆਇੰਟ ਆਰਮੀ ਐਕਸਰਸਾਈਜ਼ਸ ਕਰ ਰਹੀ ਹੈ, ਤੇ ਇਹਦਾ ਬੇਸਿਸ ਬਹੁਤ ਕਰਕੇ ਪਾਕਿਸਤਾਨ ਦੀ ਸਟ੍ਰੈਟੇਜਿਕ ਇੰਪੋਰਟੈਂਸ ਵੀ ਹੈ। ਔਰ ਜਿਹਦਾ ਐਡਵਾਂਟੇਜ ਮੈਂ ਸਮਝਦਾ ਵੀ ਜਦੋਂ ਅਸੀਂ ਸਟੇਟ ਆਫ ਖਾਲਿਸਤਾਨ ਦੀ ਗੱਲ ਕਰਦੇ ਹਾਂ, ਮੈਂ ਇਹ ਸਮਝਦਾ ਵੀ ਸਾਡੇ ਹਿਸਟੋਰੀਕਲੀ ਬੇਸ਼ੱਕ ਸਵੀਟ ਸਾਵਰ ਰਿਲੇਸ਼ਨਸ਼ਿਪ ਵੇਲੇ ਦੇ ਅੰਪਾਇਰਸ ਨਾਲ ਰਹੀ ਹੋਏ, ਕਿਸੇ ਮਜ਼ਹਬ ਦੇ ਖਿਲਾਫ ਤਾਂ ਸਿੱਖ ਨਹੀਂ ਨੇ, ਲੇਕਿਨ ਸਾਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੇ 'ਚ ਬੈਠੇ ਕੁਝ ਵੀਰ ਭੈਣਾਂ ਕਈ ਵਾਰ ਆਪਣੇ ਜਿਹੜਾ ਦੂਸਰਾ ਨੈਗੇਟਿਵ ਪ੍ਰਚਾਰ ਹੈ ਉਹਦਾ ਅਸਰ ਕਬੂਲਦੇ ਨੇ। ਪਾਕਿਸਤਾਨ 'ਚ ਸਾਡਾ ਹੈਰੀਟੇਜ ਹੈ, ਕੱਲੇ ਇਹ ਨਹੀਂ, 174 ਇਤਿਹਾਸਕ ਗੁਰਦੁਆਰੇ ਨੇ, 70ਵੀਂ ਸਦੀ ਤੋਂ ਸਾਡਾ ਹੈਰੀਟੇਜ ਪਾਕਿਸਤਾਨ 'ਚ ਹੈ। ਮੁਸਲਮਾਨਾਂ ਦੇ ਲਈ ਜਿਹੜੇ ਪਾਕਿਸਤਾਨੀ ਨੇ ਉਹਨਾਂ ਦਾ ਵਤਨ ਹੋਏਗਾ, ਸਾਡੇ ਲਈ ਤਾਂ ਸਾਡੀ ਹੋਲੀ ਲੈਂਡ ਵੀ ਹੈ। ਮੁਸਲਮਾਨਾਂ ਦੇ ਲਈ ਹੋਲੀ ਲੈਂਡ ਮੱਕਾ ਮਦੀਨਾ ਸਾਊਦੀ ਅਰੇਬੀਆ। ਤੇ ਜੇ ਵਪਾਰਕ ਐਂਗਲ ਤੋਂ ਗੱਲ ਕਰੀਏ ਤੇ ਅਸੀਂ ਲੈਂਡ ਲੌਕਡ ਕੰਟਰੀ ਫਿਊਚਰ ਦੀ, ਸਾਡੀ ਸੈਂਟਰਲ ਏਸ਼ੀਆ ਤੱਕ ਐਕਸੈਸ ਵੀ ਪਾਕਿਸਤਾਨ ਰਾਹੀਂ ਹੋਣੀ ਹੈ। ਔਰ ਇਹ ਜਿਹੜੀ ਵਨ ਬੈਲਟ ਵਨ ਰੋਡ ਦੇ ਇਨੀਸ਼ੀਏਟਿਵ ਥੱਲੇ ਹੈ, ਕਰਤਾਰਪੁਰ ਸਾਹਿਬ ਦੀ ਹੋਂਦ ਆਉਣ ਦੇ ਨਾਲ ਜੇ ਪੰਜਾਬ ਨੂੰ ਇਸ ਕੋਰੀਡੋਰ ਦੇ ਨਾਲ ਲਿੰਕ ਮਿਲਦਾ ਤੇ ਸਾਡਾ ਪ੍ਰੋਡਕਟ, ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਿਹੜਾ ਇਹਨਾਂ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ, ਇਹ ਲਗਭਗ 138 ਦੇਸ਼ ਯੂਰਪ ਤੱਕ ਇਸ ਦੀ ਪਹੁੰਚ ਹੈ। ਤੇ ਅਸੀਂ ਇਮੇਜਿਨ ਕਰ ਸਕਦੇ ਹਾਂ ਕਿ ਗੱਲ ਕੱਲੀ ਇੱਕ ਛੋਟਾ ਖਿੱਤਾ ਲੈਣ ਦੀ ਨਹੀਂ ਹੈ, ਸਾਨੂੰ ਦੇਖਣਾ ਹੋਏਗਾ ਕਿ ਸਾਡੀਆਂ ਵਪਾਰਕ ਪੋਸੀਬਿਲਿਟੀਜ਼ ਕੀ ਨੇ। ਮੈਨੂੰ ਹਰ ਐਂਗਲ ਤੋਂ ਇਹ ਨਜ਼ਰ ਆਉਂਦਾ ਹੈ ਕਿ ਪਾਕਿਸਤਾਨ ਸਾਡਾ ਹਮਸਾਇਆ ਵੀ ਹੋਏਗਾ, ਨੈਕਸਟ ਡੋਰ ਨੇਬਰ ਵੀ, ਸਾਡੀ ਐਕਸੈਸ ਵੀ ਹੋਏਗੀ, ਔਰ ਸਾਡੀ ਜੁਆਇੰਟ ਤਹਿਜ਼ੀਬ ਦੇ ਥੱਲੇ 47 ਤੱਕ ਸਾਡਾ ਟਕਰਾਅ ਸੀ, ਡਿਫਰੈਂਟ ਰੀਜ਼ਨ ਸੀ, ਅਸੀਂ ਵੀ ਕਲੇਮੈਂਟ ਸੀ, ਸਾਡਾ ਰਾਜ ਸੀ 1849 ਤੱਕ। ਇਹ ਵੱਖਰੀ ਗੱਲ ਹੈ ਵੀ ਸਾਡੀ ਲੀਡਰਸ਼ਿਪ ਉਸ ਸਿਚੁਏਸ਼ਨ 'ਚ ਬੈਸਟ ਨਹੀਂ ਕਰ ਸਕੀ ਸਿੱਖ ਹਿੱਤਾਂ ਦੇ ਵਿੱਚ, ਪਰ ਅੱਜ ਸਾਡੇ ਕੋਲ ਹੋਪ ਹੈ। ਔਰ ਮੈਂ ਸਮਝਦਾ ਹਾਂ ਵੀ ਸਿੱਖ ਕੌਮ ਦੇ ਸਿਆਣੇ ਬੰਦਿਆਂ ਨੂੰ ਇਸ ਐਂਗਲ ਨੂੰ ਐਕਸਪਲੋਰ ਕਰਨਾ ਚਾਹੀਦਾ ਹੈ ਕਿ ਅਲਟੀਮੇਟਲੀ ਗੱਲ ਸਿਰਫ ਖਾਲਿਸਤਾਨ ਦੀ ਕਾਇਮੀ ਦੀ ਨਹੀਂ ਹੈ। ਅਸੀਂ ਉਹਦੇ ਲਈ ਇੱਕ ਬਲੂਪ੍ਰਿੰਟ, ਜਿੱਥੇ ਕਿ ਦੁਨੀਆ, ਜਿਵੇਂ ਤੁਸੀਂ ਕਿਹਾ, ਲੈ ਦੇ ਕੇ ਲੜਾਈਆਂ ਵਪਾਰਕ ਨੇ, ਹੋਰ ਅਮਰੀਕਾ ਚੀਨ ਦਾ ਬਾਰਡਰ ਨਹੀਂ ਲੱਗਦਾ, ਵਿੱਚ ਸਮੁੰਦਰ ਹੈ, ਇਧਰੋਂ ਪੈਸੀਫਿਕ ਲੱਗਦਾ, ਵਿਚਾਲੇ ਕਿੰਨਾ ਕੁਛ ਹੈ। ਲੇਕਿਨ ਲੜਾਈ ਅਲਟੀਮੇਟਲੀ ਇਹੀ ਹੈ ਕਿ ਭਾਈ ਦੁਨੀਆ ਦੇ ਵਿੱਚ ਵਪਾਰਕ ਤੌਰ ਦੇ ਉੱਤੇ ਕਿਹਦੀ ਜਿਹੜੀ ਹੈ ਸੁਪਰੀਮੇਸੀ ਹੋਣੀ ਹੈ। ਸੋ ਅਸੀਂ ਇਸ ਰਿਐਲਿਟੀ ਨੂੰ ਸਮਝੀਏ, ਬਜਾਏ ਕਿ
ਸਿਰਫ ਤੇ ਸਿਰਫ ਇੱਕ ਹਿਊਮਨ ਰਾਈਟਸ ਦੀ ਗੱਲ ਹੀ ਅਸੀਂ ਕਰਦੇ ਹਾਂ। ਹਿਊਮਨ ਰਾਈਟਸ ਇੱਕ ਸਟਿਕ ਹੈ, ਜਿੰਨਾ ਕਿ ਮੈਂ ਸਮਝਿਆ ਇਹ ਸਾਰੇ ਪਾਰਟ ਨੂੰ ਉਹ ਜਿੱਥੇ ਲੋੜ ਪੈਂਦੀ ਹੈ ਵਰਤ ਲੈਂਦੇ ਨੇ। ਅਦਰਵਾਈਜ਼ ਮੈਨੂੰ ਲੱਗਦਾ ਹੈ ਵੀ ਅਲਟੀਮੇਟਲੀ ਦੁਨੀਆ ਦੇ ਵਿੱਚ ਪੈਸਾ ਹੀ ਡਿਸਾਈਡਿੰਗ ਫੈਕਟਰ ਹੁੰਦਾ ਹੈ, ਐਮਪਾਇਰਸ ਦੇ ਰਾਈਜ਼ ਦਾ ਵੀ ਔਰ ਡਿੱਗਣ ਦਾ ਵੀ, ਔਰ ਕਿਸੇ ਦੀ ਯੂਜ਼ਫੁਲਨੈਸ ਵੀ ਜਿਹੜੀ ਹੈ ਉਸ ਦੀ ਇਕਨੋਮਿਕਲ ਸਿਚੁਏਸ਼ਨ ਦੇ ਉੱਤੇ ਹੀ ਡਿਪੈਂਡ ਕਰਦੀ ਹੈ ਕਿਸੇ ਦੂਸਰੀ ਪਾਵਰ ਦੇ ਲਈ। ਬਿਲਕੁਲ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇਹਨਾਂ ਘਟਨਾਵਾਂ ਦਾ ਬਰੀਕੀ ਦੇ ਨਾਲ, ਮੈਨੂੰ ਲੱਗਦਾ ਕਿ ਜੇ ਆਪਾਂ 35-40 ਘੰਟੇ ਵੀ ਬੈਠੇ ਰਹੀਏ ਨਾ ਤਾਂ ਤੁਹਾਡੇ ਕੋਲ ਇੰਨਾ ਖਜ਼ਾਨਾ ਕਿ ਤੁਸੀਂ ਬੋਲਦੇ ਜਾਓਗੇ ਤੇ ਅਸੀਂ ਸੁਣਨੋਂ ਨਹੀਂ ਥੱਕਾਂਗੇ। ਪਰ ਸਵਾਲ ਹੁਣ ਇਹ ਪੈਦਾ ਹੁੰਦਾ ਕਿ ਆਟੋਮਨ ਐਮਪਾਇਰ ਦੀ ਇੱਕ ਤਰ੍ਹਾਂ ਰਾਜਧਾਨੀ ਰਿਹਾ ਟਰਕੀ, ਤੇ ਹੁਣ ਇੱਕ ਵਾਰ ਫੇਰ ਟਰਕੀ ਦੀ ਅਹਿਮੀਅਤ ਵੱਧ ਗਈ ਹੈ ਜੀ, ਖਾਸ ਕਰਕੇ ਨਵੀਂ ਸਫਬੰਦੀ ਹੋਈ ਹੈ, ਗਰੁੱਪਬਾਜ਼ੀ ਹੋਈ ਹੈ, ਉਹਦੇ ਚ ਚੀਨ ਦੇ ਨੇੜੇ ਆਉਣਾ ਟਰਕੀ ਦਾ, ਪਾਕਿਸਤਾਨ, ਚੀਨ ਤੇ ਟਰਕੀ, ਇਹਨਾਂ ਵੱਲੋਂ ਇੱਕ ਤਰ੍ਹਾਂ ਦੇ ਮੁਹਾਜ਼ ਖੜਾ ਕਰਨ ਦੀ ਇੱਕ ਸ਼ੁਰੂਆਤ ਕਰ ਦਿੱਤੀ ਗਈ ਸੀ 2 ਸਾਲ ਪਹਿਲਾਂ। ਤੇ ਹੁਣ ਨਵੇਂ ਜਿਹੜੇ ਦ੍ਰਿਸ਼ਟੀਕੋਣ ਨੇ ਉਹਨਾਂ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਸਾਊਦੀ ਅਰਬੀਆ ਤੇ ਇਜ਼ਰਾਈਲ ਨੇੜੇ ਆ ਗਏ ਨੇ। ਇਹਦੇ ਕੀ ਮਾਨੇ ਰਹਿਣਗੇ ਅਗਲੀ ਜਿਹੜੀ ਵਪਾਰਕ ਦ੍ਰਿਸ਼ਟੀਕੋਣ ਤੋਂ ਜਾਂ ਅਸੀਂ ਫੌਜੀ ਦ੍ਰਿਸ਼ਟੀਕੋਣ ਤੋਂ ਨਵੀਂ ਗੁੱਟਬਾਜ਼ੀ ਆ ਉਹਦੇ ਚ ਇਹਨਾਂ ਦੇ ਮਾਨੇ ਕੀ ਰਹਿਣਗੇ, ਇਜ਼ਰਾਈਲ ਤੇ ਸਾਊਦੀ ਅਰਬੀਆ ਦੇ? ਦੇਖੋ, ਬੜਾ ਖੂਬਸੂਰਤ ਸਵਾਲ ਹੈ ਤੁਹਾਡਾ। ਮੈਂ ਇਸ ਦੀ ਐਗਜ਼ੈਕਟ ਗੱਲ ਕਰਨ ਤੋਂ ਪਹਿਲਾਂ ਇਹ ਦੱਸਦੇ ਹਾਂ ਕਿ ਇਸਲਾਮ ਲਗਭਗ 1450 ਸਾਲ ਪੁਰਾਣਾ ਹੈ। 1450 ਸਾਲ ਪਹਿਲਾਂ ਹਜ਼ਰਤ ਸਾਹਿਬ ਦੀ ਆਮਦ ਹੁੰਦੀ ਹੈ ਜਿਹਦੇ ਨਾਲ ਇਸਲਾਮ ਆਉਂਦਾ ਹੈ। ਲੇਕਿਨ ਇਹ ਸਾਰੇ ਮਿਡਲ ਈਸਟ ਤੋਂ ਲੈ ਕੇ ਮੌਜੂਦਾ ਟਰਕੀ ਜਾਂ ਸੈਂਟਰਲ ਏਸ਼ੀਅਨ ਰਿਪਬਲਿਕਸ ਤੱਕ ਇਹ ਕਬੀਲਿਆਂ ਦਾ ਖਿੱਤਾ ਸੀ। ਜੇ ਅਸੀਂ ਆਪਣੀ ਵੀ ਪੰਜਾਬ ਦੇ ਵਿੱਚ ਜਿਹੜੇ ਕਬੀਲੇ ਆ ਕੇ ਜਿਨ੍ਹਾਂ ਨੇ ਇਸ ਥਾਂ ਦੇ ਉੱਤੇ ਆਪਣੀ ਥਾਂ ਬਣਾਈ, ਇਹਨਾਂ ਦਾ ਵੀ ਜਿਵੇਂ ਸਕੀਥੀਅਨ ਕਬੀਲੇ ਬਹੁਤ ਸਾਰੇ ਸੈਂਟਰਲ ਏਸ਼ੀਆ ਚੋਂ ਆਉਂਦੇ ਨੇ। ਔਰ ਕਈ ਵਾਰ ਕਿਉਂਕਿ ਬਹੁਤ ਵਾਰ ਸਾਨੂੰ ਲੱਗਦਾ ਹੁੰਦਾ ਹੈ ਕਿ ਜੀ ਇਹ ਮੁਸਲਮਾਨਾਂ ਨਾਲ ਕਿਉਂ ਲੜਦੇ ਨੇ, ਉਹ ਤਾਂ ਹਮ ਮਜ਼ਹਬ ਨੇ, ਸਾਊਦੀ ਅਰੇਬੀਆ ਵੀ ਮੁਸਲਮਾਨ ਹੈ, ਤੁਰਕੀ ਵੀ ਹੈ, ਈਰਾਨ ਇਰਾਕ ਲੜੇ, ਇਹ ਵੀ ਮੁਸਲਮਾਨ ਨੇ ਆਪਸ ਚ। ਔਰ ਇਹ ਕੀ ਹੈ ਗੱਲ, ਦੇਖੋ ਦੇਖਣ ਵਾਲੀ ਇਹ ਅਗੇਨ ਹਿੱਤਾਂ ਦੀ ਗੱਲ ਹੈ। ਜਿਵੇਂ ਕਿਸੇ ਸਿਆਣੇ ਨੇ ਕਿਹਾ ਸੀ ਕਿ there are no permanent friends or foes, permanent only are interests, ਕਿ ਕੋਈ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਹਿੱਤ ਹੁੰਦੇ। ਔਰ ਹਿਸਟਰੀ ਥੋੜੀ ਜਿਹੀ ਕੰਪਲੈਕਸ ਬਣ ਜਾਂਦੀ ਹੈ। ਜੇ ਮੈਂ 4 ਵੱਡੇ ਕਬੀਲਿਆਂ ਦੀ ਗੱਲ ਕਰਾਂ ਜਿਨ੍ਹਾਂ ਨੂੰ ਜੇ ਤੁਸੀਂ ਇਸ 1400 ਸਾਲ ਦੇ ਪੀਰੀਅਡ 'ਚ ਵੀ ਦੇਖੋ, ਕਿਉਂਕਿ ਉਸ ਤੋਂ ਬਹੁਤ ਪਹਿਲਾਂ ਲਾਈਨਸ ਡਰਾ, ਉਹਨਾਂ 'ਚ ਇੱਕ ਤਾਂ ਅਰਬ ਕਬੀਲੇ ਨੇ ਜਿਹਦੇ 'ਚ ਬਹੁਤ ਸਾਰਾ ਅੱਜ ਦਾ ਮਿਡਲ ਈਸਟ ਆ ਜਾਂਦਾ ਹੈ। ਇਸੇ ਤਰ੍ਹਾਂ ਤੁਰਕ ਕਬੀਲੇ ਨੇ, ਜਿਨ੍ਹਾਂ ਤੁਰਕਾਂ ਦਾ ਆਟੋਮਨ ਅੰਪਾਇਰ ਜਿਨ੍ਹਾਂ ਨੇ ਬਣਾਇਆ, ਅੱਜ ਟਰਕੀ ਦੇ ਰੂਪ ਦੇ ਵਿੱਚ ਉਹਨਾਂ ਦਾ ਮੁਲਕ ਹੈ। ਫਿਰ ਕੁਰਦ ਕਬੀਲਾ, ਹੁਣ ਕੁਰਦਾਂ ਦੀ ਗਿਣਤੀ ਲਗਭਗ ਸਿੱਖਾਂ ਜਿੰਨੀ ਹੈ, 30 ਮਿਲੀਅਨ। ਬਹੁਤ ਬਹਾਦਰ ਰਹੇ ਨੇ, ਜਿਹਨੇ ਕਿੰਗ ਰਿਚਰਡ ਬ੍ਰਿਟਨ ਉਹਨਾਂ ਨੂੰ ਹਾਰ ਦਿੱਤੀ। ਸਲਾਉਦੀਨ ਦਾ ਬਹੁਤ ਵੱਡਾ ਯੋਧਾ, ਉਹ ਵੀ ਕੁਰਦ ਸੀ। ਲੇਕਿਨ ਕੁਰਦ ਜਿਹੜੇ ਨੇ ਉਹ ਇਸ ਮੈਪ ਮੇਕਿੰਗ 'ਚ ਫਸ ਗਏ। ਇੱਕ ਵੱਡਾ ਹਿੱਸਾ ਜਿਹੜਾ ਉਹਨਾਂ ਦਾ ਟਰਕੀ 'ਚ ਫਸਿਆ ਹੋਇਆ ਹੈ, ਇੱਕ ਇਰਾਕ 'ਚ ਨੇ, ਈਰਾਨ 'ਚ ਨੇ, ਸੀਰੀਆ 'ਚ ਨੇ, ਔਰ ਮਾਰ ਕੁੱਟ ਖਾ ਰਹੇ ਨੇ ਸਾਰੇ ਪਾਸਿਓਂ। ਸੋ ਕੁਰਦ ਕਬੀਲੇ, ਤੁਰਕ ਜਿਹੜੇ ਨੇ ਉਹਨਾਂ ਦੇ, ਟਰਕ ਕਬੀਲੇ, ਅਰਬ। ਔਰ ਇਹਦੇ ਨਾਲ ਫਿਰ ਅਸੀਂ ਜਦੋਂ ਸਿਵਲਾਈਜੇਸ਼ਨ ਦੀ ਗੱਲ ਕੀਤੀ, ਮੈਂ ਇੱਕ ਦੱਸਣਾ ਭੁੱਲ ਗਿਆ, ਪਰਸ਼ੀਅਨ ਐਮਪਾਇਰ ਜਿਹਨੂੰ ਅੱਜ ਅਸੀਂ ਈਰਾਨ ਕਹਿੰਦੇ ਹਾਂ। ਈਰਾਨ ਦਾ ਸ਼ਾਬਦਿਕ ਅਰਥ ਜਿਹੜਾ ਹੈ ਉਹ ਆਰੀਆ ਹੁੰਦਾ, ਆਰੀਅਨ। ਜਿਵੇਂ ਇੱਧਰ ਇਹਨਾਂ ਨੇ ਆਰੀਆ ਕੁਲੀਨ ਜਿਹੜਾ ਹਾਇਰ ਅਪ ਹੈ। ਲੇਕਿਨ ਜਦੋਂ ਇਸਲਾਮ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਤੇ ਫਿਰ ਵਕਤ ਪਾ ਕੇ ਪਰਸ਼ੀਅਨ ਐਮਪਾਇਰ ਦੇ ਵਿੱਚ ਸ਼ੀਆ ਇਸਲਾਮ ਉੱਭਰਿਆ, ਅਰਬਾਂ ਦੇ ਵਿੱਚ ਜਿਹੜਾ ਉਹ ਸੁੰਨੀ ਸੀ। ਤੁਰਕ ਜਿਹੜੇ ਨੇ ਬੇਸ਼ੱਕ ਉਹ ਇਸਲਾਮ 'ਚ ਵੀ ਆ ਗਏ, ਪਰ ਉਹਨਾਂ ਨੇ ਆਪਣਾ ਜਿਹੜਾ ਕਬੀਲਿਆਂ ਦਾ ਸੀ, ਇਸ ਗੱਲ ਦਾ ਧਿਆਨ ਰਹੇ, ਚੰਗੇਜ਼ ਖਾਨ, ਕੁਬਲੇ ਖਾਨ, ਹਲਾਕੂ, ਅੱਗੋਂ ਉਹਦੀ ਔਲਾਦ ਬਾਬਰ ਜਿਹੜਾ ਭਾਰਤ ਵੱਲ ਆਇਆ, ਇਹ ਸਾਰੇ ਜਿਹੜੇ ਨੇ ਇਹ ਤੁਰਕ ਕਬੀਲੇ ਸੀ। ਔਰ ਜਿੱਥੇ ਇਹਨਾਂ ਨੇ ਇਸਲਾਮ ਕਬੂਲ ਕਰਕੇ ਸ਼ਰੀਆ ਵੀ ਲਾਗੂ ਕੀਤੀ, ਬਹੁਤ ਸਾਰੇ ਜਿਹੜੇ ਇਹਨਾਂ ਦੇ ਰਾਜ ਵੇਲੇ ਜਿਹੜੇ ਇਹਨਾਂ ਦੇ ਲਾਅ ਸੀ, ਜਿਵੇਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਸ਼ਰੀਅਤ ਦਾ ਫਤਵਾ ਨਹੀਂ ਹੈ, ਯਾਸਾ ਜਿਹੜਾ ਹੈ ਉਹ ਇਹਨਾਂ ਦਾ ਤੁਰਕਾਂ ਦਾ ਕਬੀਲੇ ਦਾ ਕਾਨੂੰਨ ਹੈ ਕਿ ਜਿਹੜਾ ਕੋਈ ਮਜ਼ਹਬੀ ਹੈ ਉਹਦਾ ਖੂਨ ਜਿਹੜਾ ਹੈ ਜ਼ਮੀਨ ਤੇ ਨਾ ਡਿਗੇ। ਸੋ ਇਹ ਇੱਕ ਮੈਂ ਸਾਈਡ ਤੇ ਰੈਫਰੈਂਸ ਦੇ ਰਿਹਾ। ਤੁਰਕਾਂ ਦਾ ਇਹਦੇ ਬਾਵਜੂਦ ਕਿ ਉਹਨਾਂ ਨੇ 600-700 ਸਾਲ, ਜਿਹਨੂੰ ਉਸਮਾਨੀਆ ਸਲਤਨਤ ਕਹਿੰਦੇ ਨੇ, ਇਹ ਵੈਸਟ ਵਾਲੇ ਆਟੋਮਨ ਅੰਪਾਇਰ ਕਹਿੰਦੇ ਨੇ,
ਦੁਨੀਆ ਦੇ ਇੱਕ ਵੱਡੇ ਹਿੱਸੇ ਤੇ ਉਹਨਾਂ ਦਾ ਕੰਟਰੋਲ ਰਿਹਾ, ਪਰ ਜੀ ਉਹ ਬਾਈ ਐਂਡ ਲਾਰਜ ਹਾਲਾਂ ਇੱਕ ਗੱਲ ਇੱਥੇ ਹੋਰ ਧਿਆਨ ਰਹੇ, ਜਿਹੜਾ ਉਸਮਾਨੀਆ ਸਲਤਨਤ ਦਾ ਜਾਂ ਆਟੋਮਨ ਐਮਪਾਇਰ ਦਾ ਹੈਡ ਸੀ ਉਹ ਖਲੀਫਾ ਵੀ ਹੁੰਦਾ ਸੀ, ਕੈਲੀਫੇਟ ਨੂੰ ਕਹਿੰਦੇ ਨੇ, ਔਰ ਉਹ ਇਸਲਾਮਿਕ ਵਰਲਡ ਦੇ ਵਿੱਚ ਉਹਦਾ ਵਰਡ ਫਾਈਨਲ ਹੁੰਦਾ ਸੀ। ਖਲੀਫੇ ਦਾ ਇੱਕ ਵੱਖਰਾ ਕਨਸੈਪਟ ਹੈ, ਪਰ ਉਹਨਾਂ ਦੀ ਪਹੁੰਚ ਕਦੇ ਵੀ ਮਿਡਲ ਈਸਟ ਸਾਊਦੀ ਅਰੇਬੀਆ ਤਾਂ ਉਹਨਾਂ ਦੇ ਅਧੀਨ ਸੀ, ਔਰ ਜ਼ਾਹਿਰ ਹੈ ਕਬੀਲਿਆਂ ਦਾ ਆਪਸੀ ਕੋਈ ਇਹ ਨਹੀਂ ਹੈ ਵੀ ਕੋਈ ਕਾਈਂਡਨੈਸ, ਕੋਈ ਦੁੱਧ ਤੇ ਜਲੇਬੀਆਂ ਖਵਾਉਂਦੇ ਰਹੇ ਨੇ ਇੱਕ ਦੂਜੇ ਨੂੰ, ਜ਼ੁਲਮ ਵੀ ਕਰਦੇ ਨੇ। ਇਹ ਮਜ਼ਹਬ ਦਾ ਕਈ ਵਾਰੀ ਐਵੇਂ ਢਕਵੰਜ ਵੀ ਹੁੰਦਾ ਹੈ, ਅਲਟੀਮੇਟਲੀ ਡੋਮੀਨੈਂਸ ਹੁੰਦੀ ਹੈ ਸਿਆਸਤ ਦੇ ਥੱਲੇ। ਸੋ ਫਸਟ ਵਰਲਡ ਵਾਰ ਦੇ ਵੇਲੇ ਆਟੋਮਨ ਐਮਪਾਇਰ ਉਹ ਇਹਨਾਂ ਦੇ ਨਾਲ ਜੁੜਦਾ ਹੈ, ਜਰਮਨੀ ਦੇ ਨਾਲ, ਦੂਜਿਆਂ ਨਾਲ। ਜ਼ਾਹਿਰ ਹੈ ਕੰਪਲੀਟ ਡਿਫੀਟ ਨਹੀਂ ਹੁੰਦੀ, ਲੇਕਿਨ ਮਿਡਲ ਈਸਟ ਜਿਹੜਾ ਹੈ ਉਹ ਉਹਨਾਂ ਦੇ ਆਟੋਮਨ ਐਮਪਾਇਰ ਚੋਂ ਨਿਕਲ ਜਾਂਦਾ। ਔਰ ਅਤਾ ਤੁਰਕ ਜਿਹੜਾ ਬਹੁਤ ਬਹਾਦਰ ਯੋਧਾ ਸੀ, ਔਰ ਜੇ ਅਸੀਂ ਦੇਖੀਏ ਕਿ ਫਸਟ ਵਰਲਡ ਵਾਰ ਦੇ ਵੇਲੇ ਜਿਹੜੀ ਗੈਲੀਪੋਲੀ ਦੀ ਲੜਾਈ ਹੈ, ਜਿਹਦੇ ਵਿੱਚ ਬਹੁਤ ਸਾਰੇ ਸਿੱਖ ਸੋਲਜਰ ਮਾਰੇ ਗਏ ਅੰਗਰੇਜ਼ਾਂ ਦੇ ਵੱਲੋਂ ਲੜਦੇ ਆ, ਉਹ ਉਹਨੇ ਹੀ ਡਿਫੈਂਡ ਕੀਤਾ। ਔਰ ਜਿਹੜਾ ਅੱਜ ਦਾ ਟਰਕੀ ਹੈ ਇਹ ਕਦੇ ਵੀ ਦੁਨੀਆ 'ਚ ਗੁਲਾਮ ਨਹੀਂ ਰਿਹਾ, ਇਹਨਾਂ ਦੇ ਕਦੇ ਡੋਮੀਨੈਂਸ ਨਹੀਂ ਰਹੀ। ਲੇਕਿਨ ਇੱਕ ਗੱਲ ਸੀ ਵੀ ਅਤਾ ਤੁਰਕ ਨੇ ਦੇਖਿਆ, ਉਹਨੇ ਕਿਹਾ ਜੀ ਸਾਡੀ ਗਿਰਾਵਟ ਦਾ ਵੱਡਾ ਕਾਰਨ ਇਹ ਮਜ਼ਹਬੀ ਕੱਟੜਪਨਾ, ਇਹ ਦੂਜਾ ਹੈ। ਔਰ ਉਹਨੇ ਜਿਹੜਾ ਇੱਕ ਪਾਸਿਓਂ ਇਸਲਾਮ ਦੇ ਨਾਲ ਰਿਲੇਟਡ ਵੀ ਬਹੁਤ ਸਾਰੀਆਂ ਪ੍ਰੈਕਟਿਸਿਸ ਖਤਮ ਕਰ ਦਿੱਤੀਆਂ, ਮੁੱਲਾ ਲੌਬੀ ਵੀ ਖਤਮ ਕੀਤੀ, ਔਰ ਇੱਕ ਨਵੇਂ ਟਰਕੀ ਦਾ ਜਿਹੜਾ ਉਹਨੇ ਸ਼ੁਰੂਆਤ ਕੀਤੀ। ਹੁਣ ਜਿਹੜੇ ਪ੍ਰੈਜ਼ੀਡੈਂਟ ਅਰਦੋਗਾਨ ਜਿਹੜੇ ਆਏ ਨੇ, ਇਹਨਾਂ ਨੇ ਜੋ ਕੁਝ 1914 ਤੋਂ 1919 ਤੋਂ ਬਾਅਦ ਪਿਛਲੇ ਆਲਮੋਸਟ 100 ਸਾਲ 'ਚ ਜਿੱਥੇ ਕਿ ਟਰਕੀ ਸੀ ਉਹਨੂੰ ਚੇਂਜ ਕਰਦੇ ਆ, ਵਾਪਸ ਇਹਨਾਂ ਨੂੰ ਲੱਗਾ ਵੀ ਸਾਡੀਆਂ ਰੂਟਸ ਇਸਲਾਮ ਦੇ ਵਿੱਚ ਨੇ। ਔਰ ਹੌਲੀ ਹੌਲੀ ਇਸ ਲੈਵਲ ਤੇ, ਔਰ ਉਹਦਾ ਇੱਕ ਤੁਸੀਂ ਸਿੱਟਾ ਦੇਖਿਆ ਹੋਏਗਾ ਕਿ ਕਾਂਸਟੈਂਟਿਨੋਪਲ ਜਿਹਨੂੰ ਇਸਤਾਨਬੁਲ ਕਹਿੰਦੇ ਨੇ, ਉਹਦੇ ਵਿਚਲਾ ਜਿਹੜਾ ਇੱਕ ਚਰਚ ਜਿਹਦੀ ਇੱਕ ਲੜਾਈ ਕਾਂਸਟੈਂਟਿਨੋਪਲ ਇੱਕ ਬਾਈਜ਼ੈਂਟਾਈਨ ਐਮਪਾਇਰ ਦੇ ਵੇਲੇ ਵੀ, ਔਰ ਦੂਜੇ ਇੱਕ ਵੱਡਾ ਸੈਂਟਰ ਸੀ ਕ੍ਰਿਸਚੀਅਨਿਟੀ ਦਾ। ਸੋ ਇਹ ਸਾਰੀ ਜਿਹੜੀ ਪੋਲਰਾਈਜੇਸ਼ਨ ਹੈ, ਔਰ ਜ਼ਾਹਿਰ ਹੈ ਹੁਣ ਇਹ ਵੀ ਇੱਕ ਦਿਲਚਸਪ ਗੱਲ ਹੈ, ਤੁਸੀਂ UAE ਵੱਲੋਂ ਮਾਨਤਾ ਦੀ ਗੱਲ ਕੀਤੀ ਇਜ਼ਰਾਈਲ ਨੂੰ, ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਇਸਲਾਮਿਕ ਦੁਨੀਆ 'ਚ ਟਰਕੀ ਪਹਿਲਾ ਦੇਸ਼ ਸੀ ਜਿਹਨੇ ਇਜ਼ਰਾਈਲ ਨੂੰ ਮਾਨਤਾ ਦਿੱਤੀ ਸੀ। ਔਰ ਬਹੁਤ ਚੰਗੇ ਇਹਨਾਂ ਦੇ ਸਬੰਧ ਅੱਜ ਵੀ ਇਹਨਾਂ ਦੀਆਂ 에ਅਰਲਾਈਨਸ ਇੱਕ ਦੂਸਰੇ 'ਚ ਫੰਕਸ਼ਨ ਕਰਦੀਆਂ ਨੇ। ਔਰ ਇਹੀ ਗੱਲ ਫਲਸਤੀਨ ਦੇ ਮਾਮਲੇ 'ਚ ਵੀ, ਫਲਸਤੀਨੀ ਤਾਂ ਐਵੇਂ ਵਿਚਾਰੇ ਰੁਲੇ ਹੋਏ ਲੋਕ ਬਣਾ ਦਿੱਤੇ, ਇਹ ਨਹੀਂ ਵੀ ਇਜ਼ਰਾਈਲ ਮਾੜਾ ਸਲੂਕ ਕਰਦੇ। ਜਿਹੜੇ ਅਰਬਾਂ ਦੇ ਕਬੀਲੇ ਨੇ, ਅਰਬ ਵੀ ਆਪਣੇ ਆਪ ਨੂੰ ਬ੍ਰਾਹਮਣ ਸਮਝਦੇ ਨੇ ਇਸਲਾਮਿਕ ਵਰਲਡ, ਉਹ ਵੀ ਫਲਸਤੀਨੀਆਂ ਨੂੰ ਉਹਨਾਂ ਨੇ ਥਾਂ ਨਹੀਂ ਦਿੱਤੀ, ਅਦਰਵਾਈਜ਼ ਉਹ ਨਾ ਖਾਂਦੇ ਹੁੰਦੇ। ਸੋ ਇਸ ਸਾਰੇ ਦੌਰੇ 'ਚ ਜਾਂ ਇਉਂ ਕਿਹਾ ਜਾਏ ਕਿ ਟਰਕੀ ਵਾਪਸ ਆਪਣੀਆਂ ਰੂਟਸ ਵੱਲ ਮੁੜ ਰਿਹਾ। ਪਾਕਿਸਤਾਨ ਦੇ ਨਾਲ ਟਰਕੀ ਦੀ ਰਿਲੇਸ਼ਨਸ਼ਿਪ ਉਸ ਦੌਰ 'ਚ ਵੀ ਠੀਕ ਰਹੀ, ਸਾਵਾਂਪਨ ਰਿਹਾ, ਕਿਉਂਕਿ ਕਸ਼ਮੀਰ ਦੇ ਮੁੱਦੇ ਤੇ ਉਹਨੇ ਹਮੇਸ਼ਾ ਟਰਕੀ ਨੇ ਸਾਥ ਦਿੱਤਾ ਪਾਕਿਸਤਾਨ ਦਾ। ਪਰ ਇਹ ਜਿਹੜੀ ਨਵੀਂ ਜਿਹੜੀ ਹੈ ਆਪਸ ਦੇ ਵਿੱਚ ਇੱਕ ਮੁਹੱਬਤ ਦਾ ਦੌਰ ਸ਼ੁਰੂ ਹੋਇਆ, ਉਹਦੇ ਵਿੱਚ ਕਿਉਂਕਿ ਹੌਲੀ ਹੌਲੀ ਸਾਊਦੀ ਅਰੇਬੀਆ, ਕੁਝ ਅਮਰੀਕਨ ਪ੍ਰਭਾਵ ਥੱਲੇ ਕੁਝ ਵਪਾਰਕ ਕਿਸਮ ਦੇ ਲੋਕ ਆਏ, ਇਸਲਾਮ ਸੈਕੰਡਰੀ ਬਣ ਗਿਆ, ਇੰਡੀਆ ਵੱਲ ਵੀ ਝੁਕਾਅ ਸ਼ੁਰੂ ਹੋਇਆ। ਔਰ ਇਹ ਦੇਖਣ ਵਾਲੀ ਗੱਲ ਹੈ ਕਿ ਇੱਕ ਪਾਸੇ ਮੋਦੀ ਦੀ ਹਕੂਮਤ ਜ਼ੁਲਮਾਂ ਦੀ ਝੜੀ ਲਾ ਰਹੀ ਹੈ ਅਕਲੀਤਾਂ ਦੇ ਉੱਤੇ, ਜਿਹਦੇ 200 ਮਿਲੀਅਨ ਮੁਸਲਮਾਨ ਔਰ 8 ਮਿਲੀਅਨ ਤੋਂ ਜ਼ਿਆਦਾ ਕਸ਼ਮੀਰੀ ਮੁਸਲਮਾਨ ਸ਼ਾਮਲ ਨੇ। ਉੱਥੇ ਉਹ UAE ਦੀ ਹਕੂਮਤ ਹੋਏ, ਉਹਨੇ ਵੀ ਸੱਦ ਕੇ ਮੋਦੀ ਨੂੰ ਹਾਈਐਸਟ ਸਿਵਿਲੀਅਨ ਅਵਾਰਡ ਦਿੱਤਾ ਹੈ, ਸਾਊਦੀ ਅਰੇਬੀਆ ਦੀ ਹਕੂਮਤ ਨੇ ਵੀ ਦਿੱਤਾ ਹੈ। ਹੁਣ ਇਹ ਜਿਹੜੇ ਹਾਰਟ ਬਰਨਿੰਗ ਕ੍ਰੀਏਟ ਹੋਈ ਹੌਲੀ ਹੌਲੀ, ਜਿਹੜੇ ਹਮਦਰਦੀ ਰੱਖਦੇ ਸੀ ਕਿ ਭਾਈ ਇਹ ਕਿੱਧਰ ਨੂੰ ਤੁਰ ਪਏ ਨੇ। ਫਿਰ ਯੂਨਾਈਟਿਡ ਨੇਸ਼ਨਸ ਦਾ ਜਦੋਂ ਸੈਸ਼ਨ ਪਿਛਲੇ ਸਾਲ ਹੁੰਦਾ, ਇਮਰਾਨ ਖਾਨ ਬੜੀ ਇੱਕ ਹੌਕਿਸ਼ ਵੋਕਲ ਲਾਈਨ ਲੈਂਦੇ ਨੇ ਕਸ਼ਮੀਰੀਆਂ ਦੇ ਹੱਕ 'ਚ, ਜੇ ਉਹਨਾਂ ਨੂੰ ਹਮਾਇਤ ਦਿੰਦੇ ਨੇ ਤਾਂ ਟਰਕੀ ਔਰ ਮਲੇਸ਼ੀਆ। ਉੱਥੇ ਵੀ ਅਸੀਂ ਦੇਖਦੇ ਹਾਂ ਭਾਵੇਂ ਸਾਊਦੀ ਅਰੇਬੀਆ ਵਾਲਿਆਂ ਨੇ ਜਹਾਜ਼ ਦਿੱਤਾ, ਇਮਰਾਨ ਖਾਨ ਉਹਨਾਂ ਦੇ ਜਹਾਜ਼ ਤੇ ਹੀ ਸਾਊਦੀ ਅਰੇਬੀਆ ਤੋਂ ਨਿਊਯਾਰਕ ਉਤਰੇ, ਭਾਵੇਂ ਵਾਪਸੀ ਤੇ ਉਹ ਜਹਾਜ਼ ਖਰਾਬ ਹੋ ਗਿਆ। ਲੇਕਿਨ ਇਹਦੇ ਨਾਲ ਅਸੀਂ ਦੇਖਦੇ ਹਾਂ ਕਿ ਇਹ ਨਵੀਂ ਲਾਈਨ ਸ਼ੁਰੂ ਹੋਈ ਕਿ ਇਸਲਾਮਿਕ ਮੁਲਕਾਂ ਦੇ ਵਿੱਚ, ਕਿਉਂਕਿ OIC ਦੀ ਆਲਮੋਸਟ ਲੀਡਰਸ਼ਿਪ ਸਾਊਦੀ ਅਰੇਬੀਆ ਦੇ ਕੋਲ ਹੈ 57 ਮੁਲਕਾਂ ਦੀ। ਸੋ ਇਹ ਇੱਕ ਥਾਟ ਆਇਆ ਕਿ ਭਾਈ ਜੇ ਹੁਣ ਐਗਰੈਸਿਵ ਸਟੈਂਸ ਕਰਨਾ ਹੈ, ਸਾਊਦੀ ਅਰੇਬੀਆ ਨੇ ਕਿਤੇ ਨਾ ਕਿਤੇ ਆਪਣੀ ਪੋਜੀਸ਼ਨ ਕੰਪਰੋਮਾਈਜ਼ ਕਰ ਲਈ ਹੈ। ਔਰ ਹੱਥ ਜਿਹੜੇ ਮਲੇਸ਼ੀਆ ਦੇ ਬਜ਼ੁਰਗ ਪ੍ਰਾਈਮ ਮਿਨਿਸਟਰ ਜਿਹਨੇ ਮਲੇਸ਼ੀਆ ਦਾ ਕਾਇਆ ਕਲਪ ਕੀਤਾ, ਜਦੋਂ ਅਸੀਂ ਮਲੇਸ਼ੀਆ ਦੀ ਗੱਲ ਕਰਦੇ ਹਾਂ, ਸਿੱਖਾਂ ਦੀ 6ਵੀਂ ਜਨਰੇਸ਼ਨ ਮਲੇਸ਼ੀਆ 'ਚ ਰਹਿੰਦੀ ਹੈ, 200 ਤੋਂ ਜ਼ਿਆਦਾ ਗੁਰਦੁਆਰੇ ਨੇ, 2 ਲੱਖ ਤੋਂ ਜ਼ਿਆਦਾ ਸਿੱਖ ਨੇ,
ਮੈਂ ਇਸ ਲਈ ਮੈਂਸ਼ਨ ਕਰ ਰਿਹਾ, ਕਈ ਵਾਰ ਸਾਡੇ ਜਿਨ੍ਹਾਂ ਨੂੰ ਬਹੁਤਾ ਪੜ੍ਹਨ ਲਿਖਣ ਦਾ ਨਹੀਂ ਹੈ, ਉਹ ਇਸਲਾਮ ਦੇ ਨਾਲ ਸਾਡੀ ਇੱਕ ਹੌਸਟਿਲਿਟੀ ਸ਼ੋ ਕਰਦੇ ਨੇ। ਮਲੇਸ਼ੀਆ ਦੇ ਵਿੱਚ ਸਿੱਖ 6ਵੀਂ ਜਨਰੇਸ਼ਨ ਹੈ, ਪੁਲਿਸ ਚੀਫ ਵੀ ਨੇ, ਉਹਨਾਂ ਦੇ ਸਿਸਟਮ 'ਚ ਵੀ ਨੇ, ਔਰ ਮਹਾਤਰ ਜਿਹੜਾ ਸਭ ਤੋਂ ਵੱਡਾ ਐਡਮਾਇਰਰ ਰਿਹਾ। ਲੇਕਿਨ ਅਨਫੋਰਚੂਨੇਟਲੀ ਹੁਣ ਮਹਾਤਰ ਜਿਹੜਾ ਉਹਨੇ ਲੂਜ਼ ਕੀਤਾ ਆਪਣੇ ਕੰਪੀਟੀਟਰ ਤੋਂ, ਔਰ ਉੱਥੇ ਜਿਹੜਾ ਹੁਣ ਰੂਲਰ ਹੈ ਉਹ ਫੇਰ ਟੁਵਰਡਸ ਇੰਡੀਆ ਝੁਕਿਆ। ਸੋ ਲੈ ਦੇ ਕੇ ਇਸ ਵੇਲੇ ਟਰਕੀ ਔਰ ਪਾਕਿਸਤਾਨ ਇਹੀ ਇੱਕ ਬਲੌਕ 'ਚ ਨੇ, ਪਰ ਇਹ ਬਿਟਰਨੈਸ ਇਸ ਪਾਸੇ ਵੱਲ ਜਾ ਰਹੀ ਹੈ ਕਿ ਜੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਭਾਈ OIC ਵਾਲੇ ਮੀਟਿੰਗ ਸੱਦਣ ਕਸ਼ਮੀਰ ਤੇ, ਅਦਰਵਾਈਜ਼ ਜਿਹੜਾ ਅਸੀਂ ਦੇਖਾਂਗੇ ਵੀ ਕੀ ਕਰਨਾ। ਨਾਲ ਦੀ ਨਾਲ ਸਾਊਦੀ ਅਰੇਬੀਆ ਨੇ ਕਿਹਾ ਜੀ ਆ $1 ਬਿਲੀਅਨ ਜਿਹੜਾ ਤੇਲ ਤੁਹਾਨੂੰ ਦਿੱਤਾ ਸੀ ਉਹਦੇ ਸਾਨੂੰ ਪੈਸੇ ਦਿਓ। ਔਰ ਉਸ ਸਾਰੇ ਦਾ ਨਤੀਜਾ ਬਿਟਰਨੈਸ ਇੱਥੋਂ ਤੱਕ ਆਈ ਕਿ ਪਾਕਿਸਤਾਨ ਦੇ ਫੌਜੀ ਚੀਫ ਕਮਰ ਜਾਵੇਦ ਬਾਜਵਾ ਇਸ ਵੇਲੇ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਸਾਊਦੀ ਅਰੇਬੀਆ ਬੈਠੇ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜੀ ਪੋਲਰਾਈਜੇਸ਼ਨ ਹੈ, ਹੁਣ UAE ਦੇ ਮਾਮਲੇ ਤੇ ਪਾਕਿਸਤਾਨ ਨੇ ਕੋਈ ਰਿਐਕਟ ਨਹੀਂ ਕੀਤਾ ਹੈ, ਹਾਲਾਂਕਿ ਈਰਾਨ ਨੇ ਅਗੇਂਸਟ ਸਟੇਟਮੈਂਟ ਦਿੱਤੀ ਹੈ, ਟਰਕੀ ਨੇ ਇਹਨੂੰ ਹਿਸਟੋਰੀਕਲ ਗਦਾਰੀ ਕਹੀ ਹੈ। ਸੋ ਈਵਨ ਟਰਕੀ ਦੇ ਵਿੱਚ ਪ੍ਰੀਡੋਮੀਨੈਂਟ ਸੁੰਨੀ ਇਸਲਾਮ ਹੈ, ਪਰ ਇਸ ਮੁੱਦੇ ਤੇ ਈਰਾਨ ਔਰ ਟਰਕੀ ਨੇੜੇ ਨੇ। ਚਾਈਨਾ ਨੇ ਵੈਲਕਮ ਕੀਤਾ ਹੈ ਕਿਉਂਕਿ ਚਾਈਨਾ ਦੀ ਇਜ਼ਰਾਈਲ ਦੇ ਨਾਲ ਵੀ ਬਰਾਬਰ ਟ੍ਰੇਡ ਹੈ, ਉਹਨਾਂ ਦੀ ਇੱਕ ਪੋਰਟ ਵੀ ਉਹ ਡਿਵੈਲਪ ਕਰ ਰਹੇ ਨੇ, UAE ਨਾਲ ਵੀ ਕਰ ਰਹੇ ਨੇ। ਸੋ ਮੇਰੇ ਖਿਆਲ ਕਿ ਪਾਕਿਸਤਾਨ ਦੇ ਲਈ ਬੜੀ ਟਾਈਟ ਰੋਪ ਵਾਕ ਹੈ। ਉਹਨੇ ਦੇਖਿਆ ਕਿ ਭਾਈ ਜੇ ਚਾਈਨਾ ਵੀ ਹੈ, ਅਮਰੀਕਾ ਵੀ ਜਿਹੜਾ ਉਹ ਇਸ ਨੂੰ ਬਲੈਸ ਕਰ ਰਿਹਾ ਹੈ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਤਾਂ ਇਸ ਟ੍ਰੀਟ ਨੂੰ ਅਬਰਾਹਮ ਟ੍ਰੀਟ ਦਾ ਨਾਂ ਦਿੱਤਾ, ਕਿਉਂਕਿ ਅਬਰਾਹਮ ਇਸ ਗੱਲ ਦਾ ਧਿਆਨ ਰਹੇ ਕਿ ਇਹਨਾਂ ਦੇ ਸਾਂਝੇ ਜਿਹੜੇ ਨੇ ਤਿੰਨੋਂ ਹੀ ਮਜ਼ਹਬ ਜਿਹੜੇ ਮਿਡਲ ਈਸਟ ਦੇ ਨੇ, ਜੂਡਾਇਜ਼ਮ, ਕ੍ਰਿਸਚੀਅਨਿਟੀ ਐਂਡ ਇਸਲਾਮ, ਇਹਨਾਂ ਦੇ ਫੋਰਫਾਦਰ ਜਾਂ ਪ੍ਰੋਫਿਟ ਤਾਂ ਇੱਕੋ ਹੀ ਨੇ। ਅਬਰਾਹਮ ਯਹੂਦੀ ਵੀ, ਈਸਾਈ ਵੀ, ਮੁਸਲਮਾਨ ਹਜ਼ਰਤ ਇਬਰਾਹੀਮ ਕਹਿੰਦੇ ਨੇ, ਔਰ ਇਹ ਇਬਰਾਹੀਮ ਦੇ ਹੀ ਬੱਚੇ ਨੇ। ਇਸ ਲਈ ਈਵਨ ਟਰੰਪ ਨੇ ਕਿਹਾ ਵੀ ਇਹ ਯਹੂਦੀਆਂ ਔਰ ਮੁਸਲਮਾਨਾਂ ਦਾ UAE ਦਾ ਨੇੜੇ ਆਣਾ ਇਵੇਂ ਹੀ ਹੈ ਜਿਵੇਂ ਅਬਰਾਹਮ ਦਾ ਉਹਨੇ ਨਾ ਹੀ ਜਿਹੜਾ ਇਹਨੂੰ ਅਬਰਾਹਮ ਸਮਝੌਤਾ ਕਿਹਾ। ਪਰ ਇੱਕ ਗੱਲ ਜ਼ਾਹਰ ਹੈ ਜਿਹੜੀ ਤੁਹਾਡੇ ਸਵਾਲ ਦੀ ਜਿਸਟ ਸੀ ਕਿ ਬੜੀ ਤੇਜ਼ੀ ਨਾਲ ਸਫਬੰਦੀ ਬਦਲ ਰਹੀ ਹੈ, ਨਵੇਂ ਪਲੇਅਰ ਆ ਰਹੇ ਨੇ, ਬਹੁਤ ਕੁਝ ਆਰਥਿਕਤਾ ਨਾਲ ਅਗੇਨ ਜੁੜਿਆ ਹੋਇਆ ਹੈ। ਔਰ ਸਾਊਦੀ ਅਰੇਬੀਆ ਦਾ ਵੀ, ਕਿਉਂਕਿ ਸਾਊਦੀ ਅਰੇਬੀਆ ਦੀ ਮਰਜ਼ੀ ਤੋਂ ਬਿਨਾਂ UAE ਇਹ ਕਰ ਨਹੀਂ ਸਕਦਾ। ਹੁਣ ਜੇ ਇਵੇਂ ਹੈ ਤਾਂ ਐਸੀ ਕੀ ਕੰਪਲਸ਼ਨ ਹੈ? ਕੰਪਲਸ਼ਨ ਇਹ ਹੈ ਕਿ COVID-19 ਨੇ ਇਹ ਸਾਰੇ ਆਇਲ ਪ੍ਰੋਡਿਊਸਿੰਗ ਦੇਸ਼ਾਂ ਦੀ ਇਕਨੋਮੀ ਵੀ ਥੱਲੇ ਸੁੱਟ ਦਿੱਤੀ ਹੈ। ਅਮਰੀਕਾ ਜਿਹੜਾ ਸਭ ਤੋਂ ਵੱਡਾ ਬਾਇਰ ਸੀ ਸਾਊਦੀ ਆਇਲ ਦਾ ਜਾਂ ਦੂਜਾ, ਅਮਰੀਕਾ ਦੇ ਕੋਲ ਅੱਜ ਆਪਣਾ ਇੰਨਾ ਕੁ ਤੇਲ ਹੈ ਕਿ ਐਕਸਪੋਰਟ ਕਰ ਸਕਦਾ ਹੈ। ਹੁਣ ਉਹਨਾਂ ਨੂੰ ਵੀ ਲੱਗ ਰਿਹਾ ਹੈ ਕਿ ਬਈ ਅਸੀਂ ਡਾਈਵਰਟ ਕਰੀਏ। ਔਰ ਈਵਨ ਇੰਡੀਆ ਨਾਲ ਜਿਹੜੀ ਸਾਊਦੀ ਅਰੇਬੀਆ ਦੇ ਸ਼ੇਖ ਦੀ ਕਰੂਡ ਆਇਲ ਇੰਡਸਟਰੀ ਦੀ $80 ਬਿਲੀਅਨ ਦੀ ਡੀਲ ਹੈ। ਅਗੇਨ ਗੱਲ ਉੱਥੇ ਕੀ ਆ ਕੇ ਘੁੰਮਦੀ ਹੈ ਕਿ ਕਦੇ ਅਸੀਂ ਮਜ਼ਹਬ ਨੂੰ ਸ਼ੀਲਡ ਬਣਾ ਲਈਏ ਜਾਂ ਨੈਸ਼ਨਲਿਜ਼ਮ ਨੂੰ ਬਣਾ ਲਈਏ ਜਾਂ ਕਬੀਲੇ ਨੂੰ ਬਣਾ ਲਈਏ, ਲੇਕਿਨ ਅਲਟੀਮੇਟਲੀ ਗੱਲ ਸਾਰੀ ਪੈਸੇ ਦੇ ਦੁਆਲੇ ਘੁੰਮਦੀ ਹੈ। ਔਰ ਮੈਂ ਸਮਝਦਾ ਵੀ ਸਿੱਖ ਨੁਕਤਾ ਨਿਗਾਹ ਤੋਂ ਸਾਡੇ ਲਈ ਇਹ ਬੜਾ ਅਹਿਮ ਹੈ ਕਿ ਅਸੀਂ ਇਹਨਾਂ ਸਾਰੀਆਂ ਡਿਵੈਲਪਮੈਂਟਸ ਨੂੰ ਆਪਣੇ ਐਡਵਾਂਟੇਜ ਲਈ ਵਰਤੀਏ। ਅਸੀਂ ਵੀ ਜਿਓਗ੍ਰਾਫਿਕਲੀ ਉਹਨਾਂ ਦੋ ਸਿਵਲਾਈਜੇਸ਼ਨ, ਮੋਰਾਕੋ ਤੋਂ ਵਾਗਾ ਤੱਕ ਇਸਲਾਮਿਕ ਸਿਵਲਾਈਜੇਸ਼ਨ, ਜਮਨਾ ਪਾਰ ਦੀ ਇਨਟੋਲਰੈਂਟ ਹਿੰਦੂਤਵੀ ਜਿਹਨੂੰ ਇਹ ਅੱਜ ਕਹਿੰਦੇ ਨੇ ਸਿਵਲਾਈਜੇਸ਼ਨ, ਉਹਦੇ ਵਿਚਕਾਰ ਹੈ। ਸਾਡੇ ਕੋਲ ਬਿਊਟੀ ਹੈ ਕਿ ਅਸੀਂ, ਸਾਡੀ ਆਈਡੀਓਲੋਜੀ ਆਲ ਟਾਈਮ ਟੈਸਟਡ ਹੈ। ਜੇ ਅਸੀਂ ਦੇਖੀਏ UN ਚਾਰਟਰ, ਇੰਟਰਨੈਸ਼ਨਲ ਲਾਅ, ਸਾਰੇ ਉਹਦੇ ਤੇ ਹੀ ਨੇ ਜੋ ਗੁਰੂ ਨਾਨਕ ਸਾਹਿਬ ਦਾ 5 ਸਦੀਆਂ ਪਹਿਲਾਂ ਦਾ ਉਪਦੇਸ਼ ਸੀ। ਔਰ 5 ਮਿਲੀਅਨ ਸਿੱਖ ਡਾਇਸਪੋਰਾ ਜਿਹੜਾ ਦੁਨੀਆ ਦੇ ਲਗਭਗ 150 ਦੇਸ਼ਾਂ ਦੇ ਵਿੱਚ ਬੈਠਾ ਹੋਇਆ ਹੈ। ਸਾਡੀ ਪੋਲੀਟੀਕਲ ਰਿਟ ਵੀ ਹੈ, ਉਹ ਕੈਨੇਡਾ ਹੋਏ, ਉਹ ਇੰਗਲੈਂਡ ਹੋਏ ਜਾਂ ਅਮਰੀਕਾ, ਜੇ 50 ਤੋਂ ਜ਼ਿਆਦਾ ਕਾਂਗਰਸਮੈਨ US ਕਾਂਗਰੈਸ਼ਨਲ ਸਿੱਖ ਕਾਕਸ ਦਾ ਹਿੱਸਾ ਨੇ। ਇੱਕ ਨੇਸ਼ਨ ਦਾ ਬੇਕਰੀ ਕੌਮ ਇਸ ਲੈਵਲ ਤੇ, ਔਰ ਇੱਥੇ ਕਿਵੇਂ ਕਿੰਨੀਆਂ ਸਟੇਟਾਂ 'ਚ ਜੈਨੋਸਾਈਡ ਰੈਕਗਨਾਈਜ਼ ਹੋਇਆ, ਸਿੱਖਾਂ ਦੀ ਆਪਣੀ ਵੱਖਰੀ ਹੋਂਦ ਹੈ। ਔਰ ਇਸ ਗੱਲ ਦਾ ਧਿਆਨ ਹੈ ਜਦੋਂ ਕਰਤਾਰਪੁਰ ਕੋਰੀਡੋਰ ਖੁੱਲਿਆ, ਮੈਂ ਬੜਾ ਕਲੋਜ਼ਲੀ ਮੋਨੀਟਰ ਕੀਤਾ ਕਿਹਦਾ ਕੀ ਰਿਐਕਸ਼ਨ ਹੈ। ਪਹਿਲੇ 2 ਰਿਐਕਸ਼ਨਸ ਚੋਂ ਚੀਨ ਦਾ ਰਿਐਕਸ਼ਨ ਸੀ, ਚਾਈਨੀਜ਼ ਫੋਰਨ ਮਿਨਿਸਟਰੀ ਦਾ ਵੈਲਕਮ, ਔਰ ਦੂਸਰਾ, ਔਰ ਉਸ ਤੋਂ ਪਹਿਲੇ ਤੁਸੀਂ 8-10 ਮਹੀਨਿਆਂ 'ਚ ਦੇਖੋ ਕਿ ਚਾਈਨਾ ਦਾ ਐਂਬੈਸਡਰ ਭਾਰਤ ਦੇ ਵਿੱਚ ਆਪਣੀ ਵਾਈਫ ਦੇ ਨਾਲ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਉਂਦਾ ਹੈ, ਲੰਗਰ ਦੇ ਵਿੱਚ ਸੇਵਾ ਕਰਦਾ ਹੈ, ਅਟਾਰੀ ਬਾਰਡਰ ਤੇ ਜਿਹੜਾ ਵਾਘਾ ਬਾਰਡਰ ਤੇ ਜਾਂਦਾ ਹੈ। ਹੁਣ ਚਾਈਨਾ ਇੱਕ ਕਮਿਊਨਿਸਟ ਰਜੀਮ, ਇੱਕ ਨਾਸਤਕ ਰਜੀਮ, ਉਹਨਾਂ ਦਾ ਦਰਬਾਰ ਸਾਹਿਬ ਜੋ ਦੂਜੇ ਨਾਲ ਕੀ ਲਾਗਾ ਦੇ ਗਿਆ। ਉਹਨਾਂ ਨੇ ਇਹ ਮੈਸੇਜ ਵੀ ਦਿੱਤਾ ਹੈ ਕਿ ਭਾਈ
ਸਾਡਾ ਹੈ, ਕਰਤਾਰਪੁਰ ਕੋਰੀਡੋਰ ਨੂੰ ਵੈਲਕਮ ਕੀਤਾ ਜਾ ਰਿਹਾ, ਸਟੇਟ ਡਿਪਾਰਟਮੈਂਟ ਨੇ ਵੀ ਵੈਲਕਮ ਕੀਤਾ। ਸੋ ਇਹ ਸਾਡੇ ਲਈ ਇਹ, ਔਰ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਖੁਦ ਵਿਜ਼ਿਟ ਕਰਦਾ ਹੈ ਪਾਕਿਸਤਾਨ, ਕਰਤਾਰਪੁਰ ਸਾਹਿਬ ਜਾਂਦਾ ਹੈ, ਉਹਨੂੰ ਕਹਿੰਦਾ ਵੀ ਇਹ ਕੋਰੀਡੋਰ ਆਫ ਲਵ ਹੈ, ਇਹ ਕੋਰੀਡੋਰ, ਇਹ ਬ੍ਰਿਜ ਹੈ ਦੋਨਾਂ ਦਾ। ਸੋ ਮੈਂ ਸਮਝਦਾ ਹਾਂ ਕਿ ਜਿਹਨੂੰ UN ਦਾ ਸੈਕਟਰੀ ਜਨਰਲ ਰੈਕਗਨਾਈਜ਼ ਕਰਦਾ ਹੈ, ਜਿਹੜਾ ਮੈਸੇਜ ਗੁਰੂ ਨਾਨਕ ਸਾਹਿਬ ਨੇ ਵੇਈਂ ਤੋਂ ਬਾਹਰ ਆ ਕੇ ਨਾ ਕੋ ਹਿੰਦੂ ਨਾ ਮੁਸਲਮਾਨ ਦਾ ਦਿੱਤਾ ਸੀ, ਜਿਹਨੂੰ ਪੰਜਾਬ ਦੇ ਖਿੱਤੇ ਦੇ ਲੋਕਾਂ ਨੇ ਬਾਬਾ ਨਾਨਕ ਸ਼ਾਹ ਫਕੀਰ, ਸਿੱਖ ਦਾ ਗੁਰੂ ਮੁਸਲਮਾਨ ਦਾ ਪੀਰ ਇਹ ਕਿਹਾ ਸੀ। ਸੋ ਜ਼ਾਹਰ ਹੈ ਕਿ ਸ਼ਾਹ ਦਾ ਮਤਲਬ ਬਾਦਸ਼ਾਹ ਹੈ, ਸੋਵਰਨ ਹੈ, ਰਾਜ ਸ਼ਕਤੀ ਹੈ, ਪੀਰ ਜਿਹੜੀ ਹੈ ਮੀਰੀ ਪੀਰੀ ਦੀ ਗੱਲ ਹੈ। ਸੋ ਸਾਡੇ ਕੋਲ ਪਰਫੈਕਟ ਆਈਡੀਓਲੋਜੀ ਹੈ ਅੱਜ, ਕਿਉਂਕਿ ਇਹ 47 ਦੇ ਵਿੱਚ ਸਾਡੇ ਕੋਲ ਅਸੀਂ ਲੈਕ ਕਰਦੇ ਸੀ, ਅੱਜ 50,350 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਇੰਡੀਅਨ ਆਕੂਪਾਈਡ ਪੰਜਾਬ ਹੈ, ਜਿਹਦੇ ਚ ਅਸੀਂ ਇਹਨਾਂ ਨੇ ਸਟੈਟਿਸਟਿਕਲ ਜੈਨੋਸਾਈਡ ਵੀ ਕੀਤਾ, ਪਰ ਅਸੀਂ ਕਲੋਜ਼ ਟੂ 70% ਹੈ। ਸੋ ਸਾਡੇ ਕੋਲ ਇੱਕ ਖਿੱਤਾ ਹੈ, ਔਰ ਉਹਦੇ ਨਾਲ ਲੱਗਦੇ ਅਸੀਂ 6 ਜਿਹੜੇ ਏਰੀਆ ਨੇ, ਹਨੂਮਾਨਗੜ੍ਹ, ਗੰਗਾ ਨਗਰ, ਹਰਿਆਣੇ ਦੇ, ਔਰ ਨੈਚੁਰਲ ਰੋਹਤਾਂਗ ਪਾਸ ਤੱਕ ਜਿਹੜਾ ਸਾਡਾ ਬਾਰਡਰ ਸੀ, ਇਸ ਗੱਲ ਦਾ ਧਿਆਨ ਰਹੇ। ਅੱਜ ਵੀ ਜੇ ਤੁਹਾਨੂੰ ਕਦੇ ਮਨਾਲੀ ਵੱਲ ਜਾਣ ਦਾ ਮੌਕਾ ਮਿਲਿਆ ਹੋਏ, ਇਹ ਰੋਹਤਾਂਗ ਪਾਸ ਮਨਾਲੀ ਦੇ ਫੁੱਟ ਹਿਲ ਦੇ ਉੱਤੇ ਇੱਕ ਥਾਂ ਹੈ ਜਿਹਨੂੰ ਲੋਕ ਜਾਣਦੇ ਨੇ, ਉਹਨੂੰ ਮੜੀ ਸਿੰਘਾਂ ਕਹਿੰਦੇ ਨੇ, ਕਿਉਂਕਿ ਜਿਹੜਾ ਪਹਿਲਾ ਅਟੈਂਪਟ ਸਿੱਖਾਂ ਦਾ ਸੀ ਚੀਨ ਦੇ ਨਾਲ ਬਾਰਡਰ ਖੋਲਣ ਦਾ, ਉਹ ਰੋਹਤਾਂਗ ਪਾਸ ਵੱਲੋਂ ਸੀ, ਪਰ ਉੱਥੇ ਅਨਟਾਈਮਲੀ ਬਰਫ਼ ਪੈਂਦੀ ਹੈ, ਉਹ ਬਰਫ਼ ਪਈ ਦੱਬ ਗਏ, ਔਰ ਜਦੋਂ ਉਹਨਾਂ ਦੀਆਂ ਡੈਡ ਬਾਡੀਜ਼ ਬਹੁਤ ਸਾਰਿਆਂ ਦੀਆਂ ਲਿਆਂਦੀਆਂ ਗਈਆਂ ਤੇ ਉਹਨਾਂ ਨੂੰ ਬਜਾਏ ਲਾਹੌਰ ਲਿਜਾਣ ਦੇ ਉੱਥੇ ਹੀ ਉਹਨਾਂ ਦਾ ਸੰਸਕਾਰ ਕੀਤਾ ਗਿਆ। ਔਰ ਦੈਨ ਫਿਰ ਜਿਹੜਾ ਅਸੀਂ ਦੇਖਦੇ ਹਾਂ ਕਿ 1830 ਤੱਕ ਪਹੁੰਚਦੇ ਹਾਂ, ਸਿੱਖ ਫੌਜ ਦਾ ਜਰਨੈਲ ਜਿਹੜਾ ਜ਼ੋਰਾਵਰ ਸਿੰਘ, ਉਹ ਲੱਦਾਖ ਕੰਕਰ ਕਰਦਾ ਹੈ, ਔਰ ਅੱਗੇ ਤੱਕ ਇੱਕ ਵੱਖਰੀ ਕਹਾਣੀ ਹੈ ਕਿ 1842 ਤੱਕ ਪਹੁੰਚਦੇ ਹੈ, ਜਿਹੜੀ ਟ੍ਰੀਟੀ 3 ਧਿਰਾਂ ਦੇ ਵਿਚਕਾਰ ਹੁੰਦੀ ਹੈ, ਸਰਕਾਰੇ ਖਾਲਸਾ ਜੀਓ, ਐਂਪਰਰ ਆਫ ਚਾਈਨਾ ਐਂਡ ਲਾਮਾ ਆਫ ਤਿੱਬਤ, ਜਿੱਥੇ ਤਿੱਬਤ ਬਫਰ ਸਟੇਟ ਹੈ। ਸੋ ਸਾਡਾ ਭਵਿੱਖ ਦੇ ਖਾਲਿਸਤਾਨ ਦਾ ਬਾਰਡਰ ਵੀ ਚੀਨ ਦੇ ਨਾਲ ਵੀ, ਔਰ ਜਦੋਂ ਮੈਂ ਇਹ ਕਹਿੰਦਾ ਕਿ ਭਾਈ ਬਫਰ ਸਟੇਟ ਦੇ ਤੌਰ ਤੇ ਸਾਡਾ ਇੱਕ ਵੱਡਾ ਰੋਲ ਹੈ ਦੁਨੀਆ ਦੀ, ਸਾਊਥ ਏਸ਼ੀਆ ਜਿੱਥੇ ਹਰ ਦੁਨੀਆ ਦਾ 5ਵਾਂ ਬੰਦਾ ਉੱਥੇ ਵੱਸਦਾ ਹੈ, 1,350 ਮਿਲੀਅਨ ਇੰਡੀਅਨ ਨੇ, ਇੰਨਾ ਤੋਂ ਵੀ ਜ਼ਿਆਦਾ ਚਾਈਨੀਜ਼ ਨੇ, ਔਰ ਬਾਕੀਆਂ ਦਾ ਹਾਲ ਦੇਖੋ, 1/3 ਤੋਂ ਜ਼ਿਆਦਾ ਪਾਪੂਲੇਸ਼ਨ ਉੱਥੇ ਹੈ। ਤੇ ਸਿੱਖ ਜਿਹੜੀ ਸਾਡੀ ਸਿਵਲਾਈਜੇਸ਼ਨ ਹੈ, ਉਹ ਗਾਰੰਟੀ ਹੈ ਆਫ ਸਟੇਬਿਲਿਟੀ, ਪ੍ਰੋਸਪੈਰਿਟੀ ਐਂਡ ਪੀਸ, ਐਂਡ ਇਨ ਦਿਸ ਆਰਡਰ। ਜੇ ਕੋਈ ਖਿੱਤਾ ਸਟੇਬਲ ਨਾ ਹੋਏ ਉਹ ਪ੍ਰੋਸਪਰਸ ਨਹੀਂ ਹੁੰਦਾ, ਪ੍ਰੋਸਪੈਰਿਟੀ ਨਾ ਹੋਏ ਅਮਨ ਨਹੀਂ ਹੁੰਦਾ। ਪਰ ਅਨਫੋਰਚੂਨੇਟਲੀ ਈਵਨ ਸਾਡੇ ਵੱਡੇ ਹਿੱਸੇ ਨੂੰ ਵੀ ਆਪਣੀ ਅਹਿਮੀਅਤ ਕੀ ਹੈ, ਇਵੇਂ ਹੀ ਹੈ ਜਿਵੇਂ ਉਹ ਜਿਹੜਾ ਹਿਰਨੀ ਜਿਹੜੀ ਹੈ ਉਹ ਕਸਤੂਰੀ ਉਹਦੀ ਨਾਭੀ ਚ ਹੁੰਦੀ ਹੈ, ਪਰ ਉਹ ਛਾਲਾ ਮਾਰਦੀ ਹੁੰਦੀ ਹੈ ਚਾਰ ਚੁਫੇਰੇ ਕਿ ਭਾਈ ਉਹ ਕਿੱਥੇ ਹੈ। ਸਾਡਾ ਵੀ ਬਹੁਤ ਵਾਰ ਹਾਲ ਇਹੀ ਹੈ ਕਿ ਸਾਨੂੰ ਅਕਾਲ ਪੁਰਖ ਨੇ ਐਸਾ ਕੁਝ ਦਿੱਤਾ ਹੈ, ਉਸ ਖਿੱਤੇ 'ਚ ਦਿੱਤਾ ਹੈ, ਜਰਖੇਜ਼ ਸਾਡੀ ਧਰਤੀ ਹੈ। ਇੱਕ ਲੁੱਟ ਦੀ ਕਹਾਣੀ ਵੱਖਰੀ ਹੈ ਕਿ ਕਿਵੇਂ ਕਲੋਨੀਅਲ ਦਿੱਲੀ ਵਾਲੇ ਲੁੱਟ ਰਹੇ ਨੇ ਪੰਜਾਬ ਦੇ ਪਾਣੀਆਂ ਨੂੰ, ਦੂਜਿਆਂ ਨੂੰ, ਪਰ ਸਾਡਾ ਫਿਊਚਰ ਬਹੁਤ ਬ੍ਰਾਈਟ ਹੈ। ਅੱਛਾ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਜਿਹੜੀ ਦੱਖਣ ਏਸ਼ੀਆ ਦੀ ਤੇ ਮਿਡਲ ਈਸਟ ਦੀ ਜਿਹੜੀ ਪੋਲੀਟੀਕਲ ਸਿਚੁਏਸ਼ਨ ਆ, ਉਹ ਆਪਣੇ ਆਪ ਹੀ ਪੰਜਾਬ ਦੇ ਨਾਲ ਜੁੜ ਗਈ ਹੈ ਤੇ ਤੁਸੀਂ ਉਸ ਨੂੰ ਲਿੰਕ ਕੀਤਾ ਇਸ ਤਰੀਕੇ ਨਾਲ। ਜਿਹੜੀਆਂ ਬਦਲਦੇ ਹਾਲਾਤ ਦੇ ਮੱਦੇਨਜ਼ਰ ਪੰਜਾਬ ਦੀ ਅਹਿਮੀਅਤ ਨੂੰ ਤੁਸੀਂ ਬਿਆਨ ਕੀਤਾ ਕਿ ਪੰਜਾਬ ਦੀ ਕਿੰਨੀ ਅਹਿਮੀਅਤ ਹੈ, ਖਾਸ ਕਰਕੇ ਆਪਣੇ ਅੰਦਰ ਝਾਕਣ ਦੇ ਆਪਣਾ ਜਿਹੜਾ ਸਥਾਨ, ਮੂਲ ਸਥਾਨ, ਉਹਦੀ ਅਹਿਮੀਅਤ ਕਿੰਨੀ ਹੈ, ਉਹਦੇ ਬਾਰੇ ਤੁਸੀਂ ਬਾਖੂਬ ਤਰੀਕੇ ਦੇ ਨਾਲ ਦੱਸਿਆ। ਇਹਦੇ ਨਾਲ ਅਸੀਂ ਦੇਖਦੇ ਕਿ ਮੌਜੂਦਾ ਹਾਲਤਾਂ ਦੇ ਵਿੱਚ ਜਦੋਂ ਕਿਤੇ ਪੰਜਾਬ ਦੀ ਆਜ਼ਾਦੀ ਦੀ ਗੱਲ ਚੱਲਦੀ ਹੈ ਜਾਂ ਪੰਜਾਬ ਬਾਰੇ ਅਸੀਂ ਪੰਜਾਬ ਦੇ ਸੋਰਸਿਸ ਬਾਰੇ ਗੱਲ ਕਰਦੇ ਹਾਂ ਕਿ ਇਹਦੀ ਲੁੱਟ ਹੋ ਰਹੀ ਹੈ ਜਾਂ ਇਹ ਸਾਰਾ ਕੁਝ ਹੋ ਰਿਹਾ ਹੈ, ਤਾਂ ਪੰਜਾਬ ਦੇ ਵਿੱਚ ਜਿਹੜੀ ਅਖੌਤੀ ਕਿਸਮ ਦੀ, ਮੈਂ ਕਹਾਂਗਾ ਸੋ ਕਾਲਡ ਜਿਹੜੀ ਲੀਡਰਸ਼ਿਪ ਹੈ, ਜਿਸ ਨੂੰ ਪ੍ਰੋਜੈਕਟ ਕੀਤਾ ਗਿਆ, ਪ੍ਰੋਜੈਕਸ਼ਨਸ ਹੁੰਦੀਆਂ ਨੇ, ਉਹ ਉੱਥੇ ਵੀ ਗੱਲ ਹਿੱਤਾਂ ਦੀ ਆ ਜਾਂਦੀ ਹੈ। ਜਿਹੜਾ ਉਹ ਸਿਸਟਮ ਹੈ ਜਾਂ ਜਿਹੜੀ ਪਾਵਰ ਹੈ ਉੱਥੇ ਕੰਮ ਕਰਦੀ ਹੈ ਭਾਰਤ ਦੇ ਵਿੱਚ, ਉਸ ਨੂੰ ਆਪਣੇ ਹਿੱਤ ਪਿਆਰੇ ਨੇ ਇਸ ਕਰਕੇ ਆਪਣੇ ਹਿੱਤਾਂ ਦੇ ਮੁਤਾਬਕ ਜਿਹੜੇ ਲੋਕ ਕੰਮ ਕਰਦੇ ਨੇ ਉਹਨਾਂ ਨੂੰ ਉਹ ਲੀਡਰ ਬਣਾ ਕੇ ਪੰਜਾਬ ਦੇ ਉੱਤੇ ਥੋਪ ਦਿੰਦੇ ਨੇ। ਇਹ ਸਾਨੂੰ ਪਤਾ ਨਹੀਂ ਲੱਗਦਾ ਕਿ ਉਹਦੀ ਨਰਚਰਿੰਗ ਜਿਹੜੀ ਹੁੰਦੀ ਹੈ ਲੀਡਰ ਦੀ, ਉਹ 50 ਸਾਲ ਤੱਕ ਵੀ ਚੱਲਦੀ ਰਹਿੰਦੀ ਹੈ। ਹੁਣ ਕਿਵੇਂ ਕਿਸੇ ਲੀਡਰ ਦੀ ਸ਼ੁਰੂਆਤ ਹੁੰਦੀ ਹੈ, ਪਰ ਉਹਦੇ ਪਿੱਛੇ ਕਿਹੜੀਆਂ ਤਾਕਤਾਂ ਹੁੰਦੀਆਂ ਨੇ, ਇਹ ਸਾਰਾ ਹੁਣ ਕੁਛ ਲੋਕਾਂ ਨੇ ਜਾਣਨਾ ਸ਼ੁਰੂ ਕਰ ਦਿੱਤਾ। ਪਹਿਲਾਂ ਇਹ ਪਤਾ ਨਹੀਂ ਸੀ ਹੈਗਾ ਲੋਕਾਂ ਨੂੰ, ਖਾਸ ਕਰਕੇ ਆਪਣੇ ਪੰਜਾਬੀਆਂ ਨੂੰ। ਪਰ ਹੁਣ ਜਿਹੜੀ ਸਥਿਤੀ ਹੈ ਉਹ ਅਸੀਂ ਦੇਖਦੇ ਹਾਂ ਕਿ ਲੀਡਰਸ਼ਿਪ ਦੇ ਪੱਖੋਂ ਤਾਂ ਕਾਫੀ ਗੁੰਝਲਦਾਰ ਹੈ,
ਪਰ ਪੰਜਾਬ ਦੇ ਲੋਕ ਜਿਹੜੇ ਹੈ ਨੇ ਉਹ ਕਿਤੇ ਨਾ ਕਿਤੇ ਇਹਨਾਂ ਗੱਲਾਂ ਨੂੰ ਜਾਣਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਉਹ ਅਵੇਅਰਨੈਸ ਹੋਣੀ ਸ਼ੁਰੂ ਹੋ ਗਈ ਹੈ ਕਿ ਅਸੀਂ ਗੁਲਾਮ ਆ। ਇਹੋ ਹੀ ਵਜ੍ਹਾ ਹੈ ਕਿ ਪੰਜਾਬ ਦੇ ਉੱਤੇ ਪੁਲਿਸ ਦਾ, ਸਰਕਾਰਾਂ ਦਾ, ਉਸ ਸਿਸਟਮ ਦਾ ਤਸ਼ੱਦਦ ਹੈ ਜਿਹੜਾ ਉਹ ਹੁੰਦਾ ਆ। ਮੈਨੂੰ ਏਦਾਂ ਲੱਗਦਾ ਹੁਣ ਵੀ ਜਾਰੀ ਹੈ, ਤਸ਼ੱਦਦ ਹੁੰਦਾ, ਭਾਵੇਂ ਜਦੋਂ ਰੈਫਰੈਂਡਮ ਦੀ ਗੱਲ ਚੱਲਦੀ ਹੈ ਜਾਂ ਪੰਜਾਬ ਦੀ ਆਜ਼ਾਦੀ ਦੀ ਗੱਲ ਚੱਲਦੀ ਹੈ, ਖਾਲਿਸਤਾਨ ਦੀ ਗੱਲ ਚੱਲਦੀ ਹੈ, ਤਾਂ ਉੱਥੇ ਆਨੇ ਬਹਾਨੇ ਉਸ ਲਹਿਰ ਨੂੰ ਹਿੰਸਾ ਦੇ ਪੱਧਰ ਦੇ ਉੱਤੇ ਜੁੜੀ ਹੋਈ ਹੋਣ ਕਾਰਨ ਬਦਨਾਮ ਵੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹ ਤਸ਼ੱਦਦ ਕਰਨ ਦਾ ਇੱਕ ਉਹਨਾਂ ਨੂੰ ਮੌਕਾ ਵੀ ਮਿਲਦਾ। ਤੁਸੀਂ ਕਿਵੇਂ ਦੇਖਦੇ ਹੋ ਇਸ ਸਾਰੀ ਘਟਨਾ ਨੂੰ? ਸਮਾਂ ਵੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਤੇ ਮੈਂ ਚਾਹਾਂਗਾ ਕਿ ਇਸ ਨੂੰ ਆਪਾਂ ਉਸ ਤਰੀਕੇ ਨਾਲ ਗੱਲ ਕਰੀਏ। ਦੇਖੋ, 20ਵੀਂ ਸਦੀ ਦੇ ਵਿੱਚ ਸਾਡੇ ਕੋਲ ਦੋ ਵੱਡੀਆਂ ਸ਼ਖਸੀਅਤਾਂ ਜਿਨ੍ਹਾਂ ਦਾ ਅਸਰ ਮੈਂ ਕਬੂਲਿਆ ਆਪਣੇ ਬਚਪਨ ਤੋਂ, ਮੈਂ ਸਮਝਦਾ ਵੀ ਜਿਨ੍ਹਾਂ ਨੇ ਮੇਰੀ ਵੀ ਜ਼ਿੰਦਗੀ ਦੀ ਵਾਟ ਨੂੰ, ਰਾਹ ਨੂੰ ਜਿਹੜਾ ਹੈ ਉਹ ਇਸ ਪਾਸੇ ਵੱਲ ਮੇਰਾ ਝੁਕਾ ਲਿਆਂਦਾ। ਉਹਨਾਂ 'ਚ ਸਰਦਾਰ ਕਪੂਰ ਸਿੰਘ ਜਿਹੜੇ ਬਹੁਤ ਵੱਡੇ ਫਿਲਾਸਫਰ, ਚਿੰਤਕ ਔਰ ਵਿਟਨੈਸ ਨੇ, 47 ਪੋਸਟ 47, ਔਰ ਦੂਸਰੇ ਸਨ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਿਨ੍ਹਾਂ ਨੇ ਦੱਸਿਆ ਕਿ ਅੜਨਾ ਤੇ ਖੜਨਾ ਤੇ ਲੜਨਾ ਕਿਹਨੂੰ ਕਹਿੰਦੇ ਨੇ ਆਪਣੇ ਹੱਕਾਂ ਦੇ ਲਈ, ਕਿਵੇਂ। ਔਰ ਇਹ ਉਹ ਦੁਹਰਾਇਆ ਉਹਨਾਂ ਦੀ ਸ਼ਖਸੀਅਤ ਦਾ ਜਿਹਨੇ 18ਵੀਂ ਸਦੀ ਦੀ ਸਿੱਖ ਹਿਸਟਰੀ ਨੂੰ ਦੁਬਾਰਾ ਜਿਹੜਾ ਉਹ ਸਜੀਵ ਕੀਤਾ। ਔਰ ਇਹ ਸਪਿਨ ਸੀ ਉਹਨਾਂ ਦੀ ਉਸ ਬਹਾਦਰੀ ਔਰ ਅਣਖ ਦੀ ਕਿ ਅਗਲੇ 10 ਸਾਲ ਖਾਲਿਸਤਾਨ ਦੀ ਸਟਰਗਲ ਉਸ ਸਪਿਨ ਦੇ ਨਾਲ ਹੀ ਤੁਰੀ ਚਲੀ ਗਈ। ਭਾਵੇਂ ਇਸ ਬਾਰੇ ਦੋ ਰਾਵਾਂ ਹੋਣਗੀਆਂ ਕਿ ਭਾਈ ਸੁਚੱਜੀ ਲੀਡਰਸ਼ਿਪ ਕਿੰਨੀ ਸੀ ਜਾਂ ਕਿਉਂ ਨਹੀਂ ਸੀ ਜਾਂ ਕਿਉਂ ਸੀ, ਇਹ ਇੱਕ ਵੱਖਰੀ ਡਿਬੇਟ ਚਲੀ ਜਾਂਦੀ। ਬਿਲਕੁਲ ਇੱਕ ਸਰਦਾਰ ਕਪੂਰ ਸਿੰਘ ਹੋਰਾਂ ਦੀ ਬੜੀ ਖੂਬਸੂਰਤ ਕੋਟ ਹੈ। ਉਹਨਾਂ ਨੇ ਕਿਹਾ ਕਿ ਵੀ ਦੇਖੋ, ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਸੁਰ ਕਰਨਾ ਪੈਂਦਾ, ਉਹਦੀ ਟਿਊਨਿੰਗ ਕਰਨੀ ਪੈਂਦੀ ਹੈ। ਬਿਲਕੁਲ ਜੀ। ਖਾਲਸਾ ਇੱਕ ਐਸਾ ਸਾਜ਼ ਹੈ ਜਿਹਦੀ ਟਿਊਨਿੰਗ, ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਸੁਰ ਕੀਤਾ ਹੋਇਆ, ਸਿਰਫ ਠੀਕ ਨੋਟ ਦੇ ਉੱਤੇ ਉਂਗਲ ਰੱਖਣ ਦੀ ਲੋੜ ਹੈ। ਇਹ ਸਿਤਾਰ, ਇਹ ਸਾਜ਼ ਗੁੰਜਾਰਾ ਪਾ ਦਿੰਦਾ। ਤਾਂ ਮੈਂ ਸਮਝਦਾ ਵੀ ਜੇ ਅਸੀਂ ਦੋ ਵੱਡੀਆਂ ਸ਼ਖਸੀਅਤਾਂ ਸਿੱਖ ਇਤਿਹਾਸ ਦੇ 300 ਸਾਲ ਦੇ ਪੀਰੀਅਡ ਦੇਖੀਏ, ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਪੰਜਾਬ ਚੋਂ ਨਹੀਂ ਨੇ, ਕੋਈ ਉਹਨਾਂ ਦੀ ਉਸ ਤੋਂ ਪਹਿਲਾਂ ਕੋਈ ਜਾਣਦਾ ਨਹੀਂ ਹੈ, ਲੇਕਿਨ ਉਹ ਸੁਰ ਕੀਤੇ ਸਾਜ਼ 10ਵੇਂ ਪਾਤਸ਼ਾਹ ਦਾ ਥਾਪੜਾ ਔਰ ਉਸ ਸਮੇਂ ਦੇ ਨਾਲ ਆਉਂਦੇ ਨੇ ਤੇ ਕਿਵੇਂ ਹੇਠਲੀ ਉੱਤੇ ਲਿਆ ਦਿੰਦੇ ਨੇ। ਪਹਿਲਾ ਸਿੱਖ ਰਾਜ ਜਾਂ ਪਹਿਲਾ ਰੈਵੋਲੂਸ਼ਨ, ਕੱਲਾ ਸਿੱਖ ਰਾਜ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇਹ ਵੀ ਇੱਕ ਜਿਹੜਾ ਕਾਨਸੈਪਟ ਕਿ ਪਤਾ ਨਹੀਂ ਅਸੀਂ ਦੂਸਰੇ ਦੇ ਹੱਕ ਖੋਣੇ ਹੁੰਦੇ, ਇਵੇਂ ਨਹੀਂ ਹੁੰਦਾ। ਰਾਜ ਦਾ ਮਤਲਬ ਇਕਨੋਮਿਕਲ ਪ੍ਰੋਸਪੈਰਿਟੀ ਨਾਲ ਜੁੜਿਆ ਹੁੰਦਾ। ਇਹੀ ਕਾਰਨ ਸੀ ਕਿ ਜਿਹੜਾ ਪਹਿਲਾ ਸਾਡਾ ਰਾਇਲ ਫਰਮਾਨ, ਰਾਇਲ ਸਟੈਂਪ ਦੇ ਰੂਪ ਦੇ ਵਿੱਚ ਆਉਂਦਾ ਹੈ, ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ, ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਜਿਹੜੀਆਂ ਸਾਨੂੰ ਬਖਸ਼ੀਆਂ ਮਿਲੀਆਂ ਨੇ, ਉਹਨਾਂ 'ਚ ਦੇਗ ਦੀ ਗੱਲ ਪਹਿਲਾਂ, ਇਕਨੋਮਿਕਲ ਪ੍ਰੋਸਪੈਰਿਟੀ। ਔਰ ਪਹਿਲਾ ਆਰਡੀਨੈਂਸ ਜੇ ਅੱਜ ਦੀ ਜ਼ਬਾਨ 'ਚ ਲਫ਼ਜ਼ ਇਸਤੇਮਾਲ ਕਰਨਾ ਹੋਏ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਪੀਰੀਅਡ 'ਚ ਹੁੰਦਾ ਹੈ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਹੁਣ ਇਹ ਜਿਹੜਾ ਪਾਰਟ ਹੈ, ਮੈਂ ਸਮਝਦਾ ਵੀ ਉਸ ਤੋਂ ਅਸੀਂ ਲਗਭਗ ਬਾਅਦ ਇਹ ਦੇਖਦੇ ਹਾਂ ਸਿੱਖ ਮਿਸਲਾਂ, ਰਣਜੀਤ ਸਿੰਘ ਦਾ ਰਾਜ। ਪਰ ਜੇ ਮੈਂ 20ਵੀਂ ਸਦੀ 'ਚ ਆਵਾਂ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਫਿਰ ਉਹ ਸ਼ਖਸੀਅਤ ਦੇ ਤੌਰ ਤੇ ਉੱਭਰਦੇ ਨੇ। ਬੇਸ਼ੱਕ 1849 ਤੋਂ 1947 ਤੱਕ ਜਾਂ 1977 ਤੱਕ ਜਦੋਂ ਉਹਨਾਂ ਨੇ ਟਕਸਾਲ ਦੀ ਸੇਵਾ ਲਈ ਬਹੁਤ ਕੁਰਬਾਨੀਆਂ ਹੋਈਆਂ ਨੇ। ਭਾਈ ਮਹਾਰਾਜ ਸਿੰਘ ਤੋਂ ਅਸੀਂ ਸ਼ੁਰੂ ਕਰਦੇ ਹਾਂ, ਕੂਕਾ ਮੂਵਮੈਂਟ ਹੈ, ਗਦਰੀ ਮੂਵਮੈਂਟ ਹੈ, ਸਰ ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਸ਼ਹੀਦ ਭਗਤ ਸਿੰਘ, ਇਹਨਾਂ ਦੀ ਲੈਗੇਸੀ ਸਾਡੀ ਸਿੱਖ ਲੈਗੇਸੀ ਹੈ। ਸਾਨੂੰ ਫਖਰ ਹੋਣਾ ਚਾਹੀਦਾ ਕਿ ਵਾਰੀ ਬੇਮਤਲਬ ਡਿਬੇਟਸ ਅਸੀਂ ਇਹਨਾਂ ਦੇ ਦੁਆਲੇ ਕਹੇ ਨਹੀਂ, ਇਹ ਉਸ ਸਿੱਖ ਥਾਟ, ਉਸ ਸਿੱਖ ਸਪਿਨ ਦਾ ਹਿੱਸਾ ਨੇ ਜਿਹੜੇ ਉਸ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਜ਼ਾਲਮ ਦੀਆਂ ਅੱਖਾਂ 'ਚ ਅੱਖਾਂ ਝਾਕ ਕੇ ਕਿਹਾ ਸੀ ਕਿ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਲੇਕਿਨ ਇਹ ਕ੍ਰੈਡਿਟ ਸੰਤ ਭਿੰਡਰਾਂਵਾਲਿਆਂ ਨੂੰ ਤਾਰੀਖ ਨੇ ਦਿੱਤਾ ਔਰ ਕੱਲ ਨੂੰ ਦੇਗੀ ਕਿ ਉਹਨਾਂ ਨੇ ਸਭ ਤੋਂ 1849 ਦੇ ਰਾਜ ਨੂੰ ਜਾਣ ਤੋਂ ਬਾਅਦ ਸਿੱਖਾਂ ਦੇ ਸਭ ਤੋਂ ਪਹਿਲਾਂ ਸਿੱਖ ਰਾਜ ਨੂੰ ਦੇ ਉੱਤੇ ਫੋਕਸ ਰੱਖ ਕੇ ਉਹਨਾਂ ਨੇ ਆਰਟੀਕੂਲੇਟ ਕੀਤਾ ਉਹਨੂੰ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਕੂਮਤ ਘਬਰਾਈ, ਸਿਸਟਮ ਘਬਰਾਇਆ, ਕਿਉਂਕਿ ਹਮੇਸ਼ਾ ਦੇਖੋ
ਇਮਾਨਦਾਰ ਬੰਦੇ ਨੂੰ ਜਾਂ ਇਮਾਨਦਾਰ ਸਿਸਟਮ ਨੂੰ ਤੋੜਨਾ ਬਹੁਤ ਔਖਾ ਹੁੰਦਾ। ਕਰਪਟ ਬੰਦੇ ਨੂੰ ਜਾਂ ਕਰਪਟ ਸਿਸਟਮ ਨੂੰ ਤੋੜਨਾ ਕੀ ਔਖਾ ਹੈ, ਉਹਦੀ ਕੀਮਤ ਹੈ ਨਹੀਂ, ਉਹਦੀ ਤੁਸੀਂ ਕੀਮਤ ਉਤਾਰੋ ਉਹਨੂੰ ਟੁੱਟ ਜਾਂਦਾ। ਸੋ ਇਹ ਜਿਹੜੇ ਸਾਰੇ ਬਾਦਲ ਕੇ, ਅਮਰਿੰਦਰ ਕੇ ਜਾਂ ਕੇਜਰੀਵਾਲ ਕੇ ਜਾਂ ਕੱਲ ਨੂੰ ਕੋਈ ਹੋਰ ਆ ਜਾਣ, ਇਹ ਸਾਰੀ ਉਹ ਕਲਾਸ ਹੈ ਜਿਨ੍ਹਾਂ ਦੀ ਕੀਮਤ ਦਾ ਉਹਨਾਂ ਦੀਆਂ ਫਾਈਲਾਂ ਦੇ ਵਿੱਚ ਲਿਖਿਆ ਹੋਇਆ ਵੀ ਇਹਦਾ ਕੀ ਮੁੱਲ ਹੈ, ਕਿਸੇ ਨੂੰ ਕਿੱਥੇ ਉਹਨਾਂ ਨੇ ਕਾਣਾ ਕੀਤਾ ਹੋਇਆ, ਕਿਹਦਾ ਕੀ ਪਾਰਟ ਹੈ। ਪਰ ਪੰਜਾਬ ਦੇ ਲੋਕਾਂ ਦੇ ਹਵਾਲੇ ਨਾਲ ਮੈਂ ਹਾਲਾਂਕਿ ਸਾਡੇ ਕਈ ਵਾਰ ਕੁਝ ਵੀਰ ਭੈਣਾਂ ਨਿਰਾਸ਼ ਵੀ ਹੁੰਦੇ ਨੇ ਜੀ ਉੱਤੇ ਲੋਕ ਭੁੱਲ ਗਏ, ਕੋਈ ਖਾਲਿਸਤਾਨ ਨਹੀਂ ਕਹਿੰਦਾ, ਕੋਈ ਮੇਰਾ ਇਹ ਕਹਿਣਾ ਹੁੰਦਾ ਹੈ ਉਹ ਭਾਈ ਉਸ ਧਰਤੀ ਦੀਆਂ ਮਾਵਾਂ ਨਹੀਂ, ਉਹ ਪੁੱਤਰ ਧੀਆਂ ਜੰਮੇ 1.5 ਲੱਖ ਜਿਨ੍ਹਾਂ ਨੇ ਕੌਮ ਲਈ ਕੁਰਬਾਨੀ ਕੀਤੀ ਹੈ। ਵੈਰੀ ਗੁੱਡ। ਇਸ ਵੇਲੇ ਪੰਜਾਬ ਦੇ ਲੋਕਾਂ ਨੇ, ਸਿੱਖ ਕੌਮ ਨੇ ਸਾਨੂੰ ਉਪਰਾਂਤ 2012 ਹੋਏ ਸਰ ਬਲਵੰਤ ਸਿੰਘ ਰਾਜੋਆਣਾ ਦਾ ਡਬਲ ਬਲੈਕ ਵਾਰੰਟ ਹੁੰਦੇ ਨੇ, 2015 ਦਾ ਸਰਬੱਤ ਖਾਲਸਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ 2018 ਦਾ ਬਰਗਾੜੀ ਦਾ ਮੋਰਚਾ। ਮੈਂ ਇਸ ਡਿਟੇਲ 'ਚ ਨਹੀਂ ਜਾਵਾਂਗਾ ਕਿ ਕਿਹਨੇ ਕਿੱਥੇ ਬਿਟਰੇ ਕੀਤਾ, ਲੇਕਿਨ ਇੱਕ ਗੱਲ ਜ਼ਾਹਰ ਹੈ ਕਿ ਲੋਕ ਪੰਥ ਦੇ ਨਾਂ ਤੇ, ਕਦੇ ਭਾਈ ਦਿੱਤ ਸਿੰਘ ਵਰਗੇ ਨੇ ਇਹ ਬੜੀ ਨਿਰਾਸ਼ਤਾ ਦੇ ਨਾਲ ਕਿਹਾ ਸੀ ਕਿ ਕੁਛ ਅੰਨ ਦੇ, ਕੁਛ ਧਨ ਦੇ, ਕੁਛ ਪਹਾੜਾਂ ਵਾਲੀ ਰੰਨ ਦੇ, ਕੁਛ ਢੋਲ ਢਮੱਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ ਦੀ। ਇਹ ਉਸ ਪੀਰੀਅਡ ਦਾ ਬਿਲਕੁਲ ਸਿੱਖ ਰਾਜ ਜਾਣ ਤੋਂ ਬਾਅਦ ਦਾ ਹਾਲ ਸੀ ਕਿ ਕੋਈ ਖਾਣ ਪੀਣ ਤੇ ਲੱਗੇ ਹੋਏ ਨੇ, ਕੋਈ ਦੇਵੀ ਦੇ ਪੁਜਾਰੀ ਨੇ ਉਧਰ ਚੜੇ ਹੋਏ ਨੇ, ਵੈਸ਼ਨੋ ਜਾਂ ਚਵੰਡਾ ਤੇ ਹਿੜਵਸ ਹੀ ਹੈ ਬਾਬੇ ਨਾਨਕ ਦੀ। ਪਰ ਤੁਸੀਂ ਦੇਖੋ ਨਾ, ਦੋ ਯੋਧਿਆਂ ਨੇ, ਭਾਈ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਨੇ ਆਵਾਜ਼ ਦਿੱਤੀ, ਉਹੀ ਖਲੋ ਗਏ, ਉਹਨਾਂ ਚੋਂ ਹੀ ਅੱਗੋਂ ਅਕਾਲੀ ਲਹਿਰ ਨਿਕਲਦੀ ਹੈ ਜਿਹੜੀ ਬ੍ਰਿਟਿਸ਼ ਸਾਮਰਾਜ ਨੂੰ ਝੁਕਣ ਤੇ ਮਜਬੂਰ ਕਰਦੀ ਹੈ। ਸੋ ਪੰਜਾਬ 'ਚ ਉਹ ਆਲਰੇਡੀ ਉਹਦੀ ਟਿਊਨਿੰਗ ਹੈਗੀ ਹੈ। ਮੈਂ ਸਮਝਦਾ ਅੱਜ ਦੇ ਕੰਟੈਕਸਟ ਮੈਂ ਜ਼ਰੂਰ ਕਹਿਣਾ ਚਾਹੁੰਦਾ, ਜਿਹੜਾ ਮੈਨੂੰ ਲੱਗਦਾ ਹੈ ਮੇਬੀ ਕੱਲ ਨੂੰ ਸਤਿਗੁਰੂ ਰਹਿਮਤ ਕਰਨ, ਉੱਥੋਂ ਕੋਈ ਜਿਹੜਾ ਇਸ ਕਿਸਮ ਦੀ ਅਟਰੈਕਟਿਵ ਕੈਰਿਜ਼ਮੈਟਿਕ ਫਿਗਰ ਨਿਕਲ ਆਏ ਜਿਹਨੂੰ ਉਹਨਾਂ ਨੇ ਕਦੇ ਬਿਲਟ ਨਹੀਂ। ਤੁਸੀਂ ਬਿਲਕੁਲ ਠੀਕ ਕਿਹਾ ਕਿ ਲੀਡਰ ਕਿਹਦੇ ਕੌਮ ਦਾ ਕਿਹਨੇ ਬਣਨਾ ਹੈ ਉਹ ਕੌਮਾਂ ਡਿਸਾਈਡ ਨਹੀਂ ਕਰਦੀਆਂ, ਜਿਨ੍ਹਾਂ ਦੇ ਹੱਥ ਕੰਟਰੋਲ ਹੁੰਦਾ ਉਹ ਡਿਸਾਈਡ ਕਰਦੀਆਂ ਨੇ। ਵਿਦਨ ਵੀ ਜੇ ਇੰਡੀਅਨ ਕੰਟੈਕਸਟ ਅਸੀਂ ਬ੍ਰਿਟਿਸ਼ ਕਲੋਨੀਅਲ ਦਾ ਦੇਖੀਏ, ਗਾਂਧੀ ਇੱਕ ਐਵਰੇਜ ਬੰਦਾ ਸੀ, ਉਹਦਾ ਕੋਈ ਇੰਟੈਲੈਕਟ ਲੈਵਲ ਜਾਂ ਜੇ ਈਵਨ ਵੀ ਦੇਖਣਾ ਹੋਏ ਉਹ ਜਿਨ੍ਹਾਂ ਹੋਏ ਜਾਂ ਸੁਭਾਸ਼ ਚੰਦਰ ਬੋਸ ਹੋਏ, ਮਚ ਮੋਰ ਇੰਟੈਲੈਕਚੁਅਲ, ਪਰ ਉਹਨਾਂ ਨੇ ਸਿਸਟੇਮੈਟਿਕਲੀ ਉਹਨੂੰ ਬਿਲਟ ਕੀਤਾ ਔਰ ਜਾਣ ਲੱਗੇ ਅੰਗਰੇਜ਼ ਬਾਣੀਆਂ ਇਹਨਾਂ ਦੇ ਬ੍ਰਾਹਮਣ ਬਾਣੀਆਂ ਦੇ ਹੱਥ ਪਾਵਰ ਦੇ ਗਿਆ। ਕੁਝ ਸਾਲ ਪਹਿਲਾਂ ਤੱਕ ਸਭ ਤੋਂ ਜ਼ਿਆਦਾ ਟ੍ਰੇਡ ਇੰਡੀਆ ਦਾ ਹੈ ਹੀ ਇੰਗਲੈਂਡ ਦੇ ਨਾਲ ਸੀ, ਯੂਕੇ ਦੇ ਨਾਲ ਸੀ। ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਉੱਥੇ ਸ਼ਾਇਦ ਇਹ ਪੋਸੀਬਿਲਿਟੀ ਨੀਅਰ ਫਿਊਚਰ 'ਚ ਵੀ ਨਾ ਉਹ ਬਣਨ ਦੇਣ, ਉਹਨੂੰ ਉਹ ਡੈਨੀਗ੍ਰੇਟ ਕਰ ਦੇਣਗੇ। ਲੇਕਿਨ 5 ਮਿਲੀਅਨ ਸਿੱਖ ਡਾਇਸਪੋਰਾ ਜਿਹਦੇ ਕੋਲ ਅੱਜ ਮੈਂ ਸਮਝਦਾ ਕਿ ਜਿਵੇਂ ਬੇਸ਼ੱਕ ਅਸੀਂ ਇਜ਼ਰਾਈਲ ਕੀ ਕਰਦਾ ਫਲਸਤੀਨੀਆਂ ਨਾਲ ਜਾਂ ਉਹਨੂੰ ਕੰਡੈਮ ਕਰਦੇ ਆ, ਪਰ ਮੈਂ ਐਜ਼ ਏ ਪ੍ਰਿੰਸੀਪਲ ਕਹਿਣਾ ਚਾਹੁੰਦਾ ਕਿ ਜੇ ਕਾਇਦੇ ਆਜ਼ਮ ਨਾ ਹੁੰਦੇ ਤੇ ਪਾਕਿਸਤਾਨ ਨਾ ਹੁੰਦਾ। ਕੋਈ ਮੁਸਲਿਮ ਲੀਗ ਜਾਂ ਕਿਸੇ ਧਿਰ ਨੇ ਨਹੀਂ ਬਣਾਇਆ, ਇੱਕ ਬੰਦੇ ਨੇ ਬਣਾਇਆ ਕਿਉਂਕਿ ਸਾਰੀ ਖੇਡ ਸਮਝ ਗਿਆ ਸੀ ਇਹਨਾਂ ਦੇ। ਇਸੇ ਤਰ੍ਹਾਂ ਇਜ਼ਰਾਈਲ ਦੀ ਕਾਇਮੀ ਜਿਹੜੀ ਆ, ਬਾਹਰ ਬੈਠੇ ਯਹੂਦੀਆਂ ਨੇ ਜਿਹੜੇ ਅਮਰੀਕਾ 'ਚ ਬੈਠੇ ਸੀ, ਯੂਰਪ 'ਚ ਬੈਠੇ ਸੀ, ਜਿਨ੍ਹਾਂ ਨੇ ਅਲਟੀਮੇਟਲੀ ਵਿਜ਼ਨ ਔਰ ਉਸ ਸਾਰੇ ਦੇ ਨਾਲ ਬਾਅਦ ਰਿਸੋਰਸ ਵੀ ਦਿੱਤੇ। ਸੋ ਅੱਜ ਵੀ 5 ਮਿਲੀਅਨ ਸਿੱਖ ਡਾਇਸਪੋਰਾ, ਇਸ ਗੱਲ ਦੇ ਲਈ ਮੈਂ ਸਮਝਦਾ ਵੀ ਸਾਨੂੰ ਠੀਕ ਹੈ ਸਾਡੇ ਆਪਸੀ ਕਈ ਵਾਰ ਈਗੋ ਕਲੈਸ਼ਿਸ ਵੀ ਨੇ, ਡਿਸਟਰਸਟ ਵੀ ਹੈ, ਲੇਕਿਨ ਇਹਦੇ ਬਾਵਜੂਦ ਮੈਨੂੰ ਇਹ ਲੱਗਦਾ ਹੈ ਵੀ ਗੁਰੂ ਗ੍ਰੰਥ ਸਾਹਿਬ ਸਾਨੂੰ ਇੱਕ ਥਾਂ ਤੇ ਜੋੜਦੇ ਨੇ। ਅਸੀਂ ਇਕੱਠੇ ਹਾਂ। ਸਾਡੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ, ਤੇ ਜਿਹੜੀ ਪੰਥ ਦੀ ਗੱਲ ਹੈ, ਹੁਣ ਉਹ ਮੋਗੇ 'ਚ ਜਿਨ੍ਹਾਂ ਨੌਜਵਾਨਾਂ ਨੇ ਪੰਜਾਬ ਦੇ ਉਹਨਾਂ 22 ਜ਼ਿਲ੍ਹਿਆਂ ਤੋਂ ਇੱਕ ਮੇਜਰ ਜ਼ਿਲ੍ਹੇ ਦੇ ਹੈੱਡਕੁਆਰਟਰ ਤੋਂ DC ਦੇ ਉਹ ਲਾ ਕੇ ਤਿਰੰਗਾ ਆਪਣਾ ਕੇਸਰੀ ਝੁਲਾਇਆ, ਉਹ ਇਹ ਮੈਸੇਜ ਹੈ ਕਿ ਵੀ ਇਸ ਧਰਤੀ ਦੇ ਉੱਤੇ ਜਿੱਥੇ ਗੁਰੂ ਨਾਨਕ ਸਾਹਿਬ ਨੇ ਰੈਵੋਲੂਸ਼ਨ ਦੀਆਂ ਇੰਨੀਆਂ ਪੁਖਤਾ ਜਿਹੜੀਆਂ ਫਾਊਂਡੇਸ਼ਨਸ ਰੱਖੀਆਂ ਨੇ, ਜਿਹਨੂੰ ਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਵ ਦੇ। ਸਤਾਣੀ ਹੁੰਦਾ ਪੁਖਤਾ, ਬਹੁਤ ਮਜ਼ਬੂਤ, ਇਹ ਸੱਚ ਦਾ ਕਿਲ੍ਹਾ। ਤੇ ਇਹ ਜਿਹੜਾ ਰਾਜ ਸੱਚ ਹੱਕ ਇਨਸਾਫ ਦਾ ਬਾਬੇ ਨਾਨਕ ਨੇ ਇਸ ਧਰਤੀ ਦੇ ਉੱਤੇ ਕਾਇਮ ਕੀਤਾ, ਉਸ ਧਰਤੀ ਦੇ ਉੱਤੇ ਸਿਰਫ ਉਹਨਾਂ ਨੂੰ ਇੱਕ ਕਾਲ ਦੇਣ ਦੀ ਲੋੜ ਪੈ ਗਈ ਜਦੋਂ ਉਹਨਾਂ ਨੂੰ ਲੱਗਾ ਕਿ ਭਾਈ ਕ੍ਰੈਡੀਬਲ ਲੀਡਰਸ਼ਿਪ, ਕ੍ਰੈਡੀਬਲ ਲੋਕ ਸਾਹਮਣੇ ਆ ਗਏ ਨੇ ਜਿਹੜੇ ਇਸ ਗੁਲਾਮੀ ਦੇ ਸੰਗਲ ਕੱਟਣਗੇ। ਉਹੀ ਲੋਕ ਜਿਹੜੇ ਕਦੇ ਬੰਦਾ ਸਿੰਘ ਬਹਾਦਰ ਨਾਲ ਗੁਰੂ ਦਾ ਹੁਕਮਨਾਮਾ ਸੀ ਕਿ ਆਓ, ਉਹੀ ਜਿਹੜੇ ਨੇ ਆਪਣੇ ਹੜ ਲੈ ਕੇ ਘਰ ਪਈਆਂ ਜਿਹੜੇ ਵੀ ਲੋਹੇ ਦੀ ਚੀਜ਼ ਸੀ ਲੁਹਾਰ ਕੋਲ ਗਏ ਕਿ ਭਾਈ ਵੀ
ਤਲਵਾਰ ਬਣਾ ਦੇ ਜਾਣਾ ਅਸੀਂ ਸਰਹੰਦ ਨੂੰ, ਅਸੀਂ ਗੁਰਮ ਦੀ ਜਿਹੜੀ ਆ ਕੰਧ ਖੜਕਾਣੀ ਹੈ, ਉਸੇ ਨੂੰ ਹੀ ਲੀਰਾਂ ਲਪੇਟ ਕੇ ਮਿਆਨ ਵੀ ਨਹੀਂ ਹੈ। ਔਰ ਜਿਹੜੀ ਅਸੀਂ ਚਾਪੜ ਜਿਹੜੀ ਦੀ ਜੰਗ ਦੇਖਦੇ ਹਾਂ ਜਿਹਨੇ 800 ਸਾਲ ਦਾ ਇਤਿਹਾਸ ਬਦਲ ਕੇ ਰੱਖਿਆ, ਸਾਡੇ ਕੋਲ ਨਾ ਉੱਥੇ ਹਾਥੀ ਸੀ, ਨਾ ਤੋਪਖਾਨਾ ਸੀ, ਨਾ ਬੰਦੂਕਾਂ ਸੀ। ਦੁਨੀਆ ਦੀ ਇੱਕ ਅਸੀਂ ਉਹ ਵਾਰ ਜਿੱਤੀ ਹੈ ਜਿੱਥੇ ਇੱਕ ਪਾਸੇ ਹਜ਼ਾਰਾਂ ਟ੍ਰੇਨਡ ਸੋਲਜਰ ਸੀ, ਵਜ਼ੀਰ ਖਾਨ ਦੇ ਹਾਥੀ ਸੀ, ਪਰ ਇੱਧਰ ਗੁਰੂ ਦੇ ਪ੍ਰੇਮ ਦੇ ਪੁਤਲੇ ਸੀ। ਸੋ ਮੈਂ ਸਮਝਦਾ ਵੀ ਉਹ ਕਮਾਈ ਉੱਥੇ ਹੀ ਹੈ। ਸਾਡਾ ਯਕੀਨ ਪੁਖਤਾ ਹੋਣਾ ਚਾਹੀਦਾ ਹੈ। ਔਰ ਘੱਟੋ ਘੱਟ ਦੁਨੀਆ ਦੇ ਇਸ ਬਦਲਦੇ ਹਾਲਾਤ 'ਚ ਜਿਹੜਾ ਡਾਇਸਪੋਰਾ ਸਿੱਖ ਹੈ, ਮੈਂ ਸਮਝਦਾ ਉਹਦਾ ਇਸ ਵੇਲੇ ਸੈਂਟਰਲ ਰੋਲ ਹੈ। ਔਰ ਸਾਨੂੰ ਆਪਣੀ ਇਹ ਫਰਜ਼ ਨੂੰ ਨਿਭਾਉਣਾ ਚਾਹੀਦਾ ਹੈ। ਇਹ ਨਾ ਹੋਏ ਜਿਵੇਂ ਅੱਜ ਅਸੀਂ 47 ਦੀ ਅਕਾਲੀ ਲੀਡਰਸ਼ਿਪ ਨੂੰ ਬਲੇਮ ਕਰਦੇ ਹਾਂ ਕਿ ਜੀ ਉਹ ਸਮੇਂ ਦੇ ਹਾਣ ਦਾ ਨਹੀਂ ਸੀ। ਸਾਨੂੰ ਵੀ ਕੱਲ ਦਾ ਸਾਡਾ ਸਿੱਖ ਫਿਊਚਰ 'ਚ ਉਹ ਇਹ ਕਹੇ ਕਿ ਜੀ ਇਦਾਂ ਦੇ ਹਾਲਾਤ ਸੀ, ਇਹ ਸਾਡੇ ਜਿਹੜੇ ਨੇ ਜੇ ਸਿਆਣੇ ਹੁੰਦੇ ਤਾਂ ਸਾਡਾ ਕੁਝ ਬਣ ਸਕਦਾ ਸੀ। ਫॉर ਅਸ ਦਿਸ ਇਜ਼ ਅ ਟਾਈਮ ਟੂ ਸੀਜ਼ ਦਾ ਓਪਰਚੁਨਿਟੀ ਬਾਈ ਦਾ ਹਾਰਨਸ। ਬਿਲਕੁਲ, ਬਹੁਤ ਵਧੀਆ ਤਰੀਕੇ ਨਾਲ ਤੁਸੀਂ ਇਸ ਦਾ ਵਿਖਿਆਨ ਕੀਤਾ। ਇੱਕ ਸਵਾਲ ਮੈਂ ਤੁਹਾਡੇ ਕੋਲੋਂ ਕਰਨਾ ਚਾਹੁੰਦਾ, ਹਾਲਾਂਕਿ ਇਸ ਮਜ਼ਮੂਨ ਦਾ ਹਿੱਸਾ ਨਹੀਂ ਹੈਗਾ ਉਹ, ਪਰ ਉਹ ਆਪਣੇ ਨਾਲ ਸੰਬੰਧ ਰੱਖਦਾ। ਤੁਸੀਂ ਜਿਹੜੀ ਖਾਲਿਸਤਾਨ ਦੀ ਲਹਿਰ ਹੈ ਸ਼ੁਰੂ ਤੋਂ ਲੱਗੇ ਹੋਏ ਹੋ, 1984 ਤੋਂ ਵੀ ਪਹਿਲਾਂ ਮੈਨੂੰ ਲੱਗਦਾ ਤੁਸੀਂ ਸ਼ੁਰੂਆਤ ਕੀਤੀ ਹੈ। ਤੇ ਜਦੋਂ ਵੀ ਮੈਂ ਪੁਰਾਣੇ ਅਖਬਾਰ ਦੇਖਦਾ ਇੱਥੋਂ ਦੇ ਛਪੇ ਹੋਏ ਪੁਰਾਣੇ 30 ਸਾਲ ਪਹਿਲਾਂ ਦੇ ਤਾਂ ਉਹਨਾਂ ਦੇ ਵਿੱਚ ਤੁਹਾਡੀਆਂ ਤਸਵੀਰਾਂ ਮੈਂ ਦੇਖਦਾ, ਤੁਸੀਂ ਸੰਬੋਧਨ ਕਰ ਰਹੇ ਹੋ, ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਤੁਸੀਂ ਲੋਕਾਂ ਨੂੰ ਇਕੱਠੇ ਕਰ ਰਹੇ ਹੋ, ਤੁਸੀਂ ਲਾਮਬੰਦੀ ਕਰ ਰਹੇ ਹੋ ਤੇ ਤੁਸੀਂ ਅੱਜ ਵੀ ਉਹੀ ਕੁਛ ਕਰ ਰਹੇ ਹੋ ਜੀ। ਇਹਨਾਂ 30-35 ਸਾਲਾਂ ਦੇ ਵਿੱਚ ਡਾਕਟਰ ਅਮਰਜੀਤ ਸਿੰਘ ਥੱਕਿਆ ਨਹੀਂ? ਕਦੇ ਮਨ ਦੇ ਵਿੱਚ ਆਇਆ ਨਹੀਂ ਕਿ ਮੈਂ ਆਪਣੇ ਲੋਕਾਂ ਤੱਕ ਆਪਣੀ ਆਵਾਜ਼ ਹੈ ਜਿਹੜੀ ਲਗਾਤਾਰ ਪਹੁੰਚਾ ਰਿਹਾ, ਕਿ ਕਿਤੇ ਏਦਾਂ ਲੱਗੇ ਕਿ ਦੁਪਹਿਰ ਹੋ ਗਈ ਆ, ਤਿੱਖੜ ਦੁਪਹਿਰ ਆ, ਮੈਨੂੰ ਚਲਦੇ ਚਲਦੇ ਥਕਾਵਟ ਹੋ ਗਈ ਆ, ਹੁਣ ਮੈਂ ਥੋੜਾ ਆਰਾਮ ਕਰ ਲਾਂ? ਏਦਾਂ ਮਨ ਦੇ ਵਿੱਚ ਨਹੀਂ ਆਇਆ ਕਦੇ? ਦੇਖੋ, ਰੋਬਰਟ ਫਰੋਸਟ ਇੱਕ ਬਹੁਤ ਵੱਡੇ ਸ਼ਾਇਰ ਹੋਏ ਨੇ ਅੰਗਰੇਜ਼ੀ ਵਰਲਡ ਦੇ, ਉਹਨਾਂ ਦੀ ਇੱਕ ਨਜ਼ਮ ਬੜੀ ਪਪੂਲਰ ਹੈ। ਉਹਦੀ ਇੱਕ ਦੋ ਲਾਈਨਾਂ ਨੇ, The woods are lovely, dark and deep, but I have promises to keep and miles to go before I sleep। ਕਿ ਬਹੁਤ ਸੰਘਣੀਆਂ ਛਾਵਾਂ ਵਾਲਾ ਜੰਗਲ ਹੈ, ਬਹੁਤ ਲੰਬਾ ਜੰਗਲ ਹੈ, ਲੇਕਿਨ ਮੈਂ ਆਪਣੇ ਇਕਰਾਰ ਦੇ ਉੱਤੇ ਖੜਾ ਤੁਰਨਾ ਔਰ ਮੈਂ ਸੌਣ ਤੋਂ ਪਹਿਲਾਂ, ਆਰਾਮ ਕਰਨ ਤੋਂ ਪਹਿਲਾਂ, ਬਟ ਆਈ ਹੈਵ ਮਾਈਲਸ ਟੂ ਗੋ ਬਿਫੋਰ ਆਈ ਸਲੀਪ। ਮੈਂ ਸਮਝਦਾ ਕਿ ਇਹ ਸਤਿਗੁਰੂ ਦੀ ਰਹਿਮਤ, ਬਖਸ਼ਿਸ਼ ਹੈ ਔਰ ਆਪਣੀ ਕੌਮ ਦਾ ਪਿਆਰ ਹੈ। ਮੈਂ ਕੱਲ ਹੀ ਪਰਸੋਂ ਇੱਕ ਫੰਕਸ਼ਨ ਸੀ ਇੱਥੇ 14 ਅਗਸਤ ਦਾ, ਔਰ ਪਾਕਿਸਤਾਨ ਦੀ ਕੌਂਸਲ ਜਨਰਲ ਇੱਥੇ ਬੀਬੀ ਆਇਸ਼ਾ ਅਲੀ ਉਹਦੇ 'ਚ ਆਏ ਹੋਏ ਸੀ। ਮੈਨੂੰ ਵੀ ਉਹਨਾਂ ਨੇ ਐਜ਼ ਏ ਗੈਸਟ ਆਫ ਆਨਰ ਬੋਲਣ ਦਾ ਮੌਕਾ ਦਿੱਤਾ ਤੇ ਉਹ ਬਾਅਦ 'ਚ ਉਹਨਾਂ ਨੇ ਕਿਹਾ ਵੀ ਕਿ ਜਿੰਨੀ ਖੂਬਸੂਰਤੀ ਨਾਲ ਤੁਸੀਂ ਕਸ਼ਮੀਰ, ਖਾਲਿਸਤਾਨ ਔਰ ਬਾਕੀ ਇਸ਼ੂਜ਼ ਨੂੰ ਕਹਿੰਦੇ ਹੋ, ਈਵਨ ਮੈਨੂੰ ਲੱਗਦਾ ਵੀ ਮੇਰੇ ਕੋਲੋਂ ਲਫ਼ਜ਼ ਨਹੀਂ ਹੁੰਦੇ, ਤਾਂ ਮੈਂ ਉਹਨਾਂ ਨੂੰ ਬਾਅਦ ਦੇ ਵਿੱਚ ਕਿਹਾ, ਮੈਂ ਕਿਹਾ ਵੀ ਇਹ ਸਾਡੇ ਸ਼ਹੀਦਾਂ ਦਾ ਡੁੱਲਿਆ ਖੂਨ ਹੈ। ਜੇ ਸੰਤ ਪਿੰਡਾਂ ਵਾਲਿਆਂ ਦੇ ਲਫ਼ਜ਼ ਨੇ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਅਸੀਂ ਤਾਂ ਇਹਨਾਂ ਵਰਿਆਂ 'ਚ ਛੱਤ ਦੇ ਥੱਲੇ ਸੁੱਤੇ ਹੈ, 2 ਵੇਲੇ ਦੀ ਰੋਟੀ ਵੀ ਖਾਂਦੇ ਹੈ। ਕੋਈ ਉਹਨਾਂ ਨੇ ਜਿਨ੍ਹਾਂ ਨੇ ਆਪਣਾ ਅੱਜ ਦਿੱਤਾ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨ ਮਤਾ ਹੋਏ, ਮਾਨ ਮਤਾ ਹੋਏ, ਇਹੀ ਸਾਡੀ ਮੋਟੀਵੇਸ਼ਨ ਹੈ, ਇੰਸਪੀਰੇਸ਼ਨ ਹੈ। ਇਹਦਾ ਮਤਲਬ ਇਹ ਨਹੀਂ ਹੈ ਵੀ ਕਮਜ਼ੋਰ ਪਲ ਨਹੀਂ ਆਉਂਦੇ। ਜਦੋਂ ਬਹੁਤ ਵਾਰ ਖਾਸ ਤੌਰ ਤੇ ਤੁਸੀਂ ਆਪਣਿਆਂ ਦੇ ਹੱਥੋਂ ਕਈ ਵਾਰ ਇਸ ਕਿਸਮ ਦੀਆਂ ਗੱਲਾਂ ਸੁਣਦੇ ਹੋ, ਤੇ ਫਿਰ ਉਹ ਸ਼ਿਬਲੀ ਔਰ ਉਹਦੀ ਸੁਕਰਾਤ ਦੀ ਜਾਂ ਪਲੇਟੋ ਦੇ ਨਾਲ ਜੁੜੀਆਂ ਕਹਾਣੀਆਂ, ਜੋ ਮਨਸੂਰ ਦੇ ਨਾਲ ਜੁੜੀਆਂ ਕਹਾਣੀਆਂ ਜੁੜ ਜਾਂਦੀਆਂ ਨੇ, ਲੇਕਿਨ ਇਹ ਵੀ ਇੱਕ ਹਿੱਸਾ ਹੁੰਦਾ। ਫਿਰ ਮੇਰੇ ਸਾਹਮਣੇ ਹਮੇਸ਼ਾ ਇਹ ਪਾਰਟ ਰਿਹਾ ਕਿ ਗੁਰੂ ਅਰਜਨ ਸਾਹਿਬ ਤੋਂ ਵੱਧ ਕੇ ਲਗਭਗ 42 ਸਾਲ ਦੀ ਉਮਰ ਤੱਕ ਉਹਨਾਂ ਨੇ ਦੁਨੀਆ ਨੂੰ ਹਰਮੰਦਰ ਦਿੱਤਾ, ਗੁਰੂ ਗ੍ਰੰਥ ਸਾਹਿਬ ਦਿੱਤਾ। ਅਲਟੀਮੇਟਲੀ ਕੀ ਅਸੀਂ ਜਿਹੜਾ ਕਿਹਦੀ ਸ਼ੁਕਰਗੁਜ਼ਾਰੀ ਕਰੀਏ, ਪਰ ਜ਼ਮਾਨੇ ਨੇ ਉਹਨਾਂ ਨੂੰ ਵੀ ਤੱਤੀ ਤਵੀ ਤੇ ਬਿਠਾਇਆ, ਸਿਰ ਤੇ ਰੇਤ। ਔਰ ਭਗਤ ਕਬੀਰ ਸਾਹਿਬ ਦਾ ਜਦੋਂ ਅਸੀਂ ਇਹ ਪੜ੍ਹਦੇ ਹਾਂ, ਨਿੰਦੋ
ਮੋਕੋ ਲੋਕ ਨਿੰਦੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ, ਨਿੰਦਾ ਹੋਏ ਤਾਂ ਬੈਕੁੰਠ ਜਾਈਏ। ਹੁਣ ਜ਼ਾਹਿਰ ਹੈ ਵੀ ਇਹ ਵੀ ਜਦੋਂ ਤੁਸੀਂ ਪਬਲਿਕ ਲਾਈਫ 'ਚ ਹੁੰਦੇ ਹੋ, ਹਾਲਾਂ ਮੈਨੂੰ ਇੱਕ ਸਾਲ ਦਾ ਜ਼ਰੂਰ ਦੁੱਖ ਹੁੰਦਾ ਹੈ, ਔਰ ਮੈਂ ਜਦੋਂ ਅੱਜ ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਸਾਡੀ ਬਹੁਤ ਸਾਰੀ ਐਨਰਜੀ ਸਾਡੇ ਯੰਗਸਟਰਸ ਦੀ ਵੀ ਨੌਨ ਇਸ਼ੂਜ਼ ਦੇ ਉੱਤੇ ਵੇਸਟ ਹੁੰਦੀ ਦੇਖਦਾ, ਤੇ ਮੈਂ ਇਹ ਦੇਖਿਆ ਵੀ ਅਸੀਂ ਪ੍ਰਿੰਟ ਮੀਡੀਆ ਤੋਂ ਸ਼ੁਰੂ ਕੀਤਾ ਚੜ੍ਹਦੀ ਕਲਾ ਇੰਟਰਨੈਸ਼ਨਲ ਤੇ 1983 ਮੀਡੀਆ ਦੀ ਗੱਲ ਕਰ ਰਹੇ ਹੋ, ਮੈਂ ਮੀਡੀਆ ਤੇ ਅੱਜ ਹਾਂ। ਸੋ ਅੱਜ ਜਿਹੜੀ ਸਾਡੀ ਬਹੁਤ ਸਾਰੀ એનર્ਜੀ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਫੇਕ ਡਿਬੇਟਸ ਦੇ ਉੱਤੇ ਵੇਸਟ ਹੋ ਰਹੀ ਹੈ। ਸੋ ਸਾਡਾ ਫੋਕਸ ਰਹਿਣਾ ਚਾਹੀਦਾ, ਔਰ ਮੈਂ ਇਹਦੇ 'ਚ ਇੱਕ ਗੱਲ ਜ਼ਰੂਰ ਕਹਿ ਸਕਦਾ ਕਿ ਇੱਕ ਪੀਰੀਅਡ ਆਇਆ 1995-96 ਤੋਂ ਲੈ ਕੇ ਆਲਮੋਸਟ ਨਵੇਂ ਜਿਹੜੀ ਹੈ ਸਦੀ ਦੇ ਸ਼ੁਰੂ ਹੋਣ ਤੱਕ, ਜਦੋਂ ਪੰਜਾਬ ਵੀ ਚੁੱਪ ਸੀ, ਇੱਥੇ ਵੀ ਬਹੁਤ ਸਾਰੇ ਜਿਹੜੇ ਨੇ ਉਹ ਇੱਕ ਵੈਗਨ ਤੋਂ ਉਤਰ ਕੇ ਦੂਸਰੀ ਤੇ ਚੜ੍ਹੇ, ਉਦੋਂ ਇੱਕ ਲੱਗਦਾ ਸੀ ਕਿ ਭਾਈ ਇਹ ਕਿਤੇ ਇਹ ਨਾ ਹੋਏ ਕਿ ਅਸੀਂ ਵੀ ਉਸ ਪਾਸੇ ਜਾ ਰਹੇ ਹਾਂ ਜੋ ਹਾਲ ਨਕਸਲਾਈਟ ਮੂਵਮੈਂਟ ਦਾ ਹੋਇਆ ਜਾਂ ਉਸ ਤੋਂ ਪਹਿਲਾਂ। ਲੇਕਿਨ ਇਹ ਫੇਥ ਮੇਰਾ ਹਮੇਸ਼ਾ ਕਾਇਮ ਰਿਹਾ ਕਿ ਭਾਈ ਸਾਊਥ ਏਸ਼ੀਆ ਦੇ ਹੋਰਾਈਜ਼ਨ ਤੇ ਕੋਈ ਸੂਰਜ ਇਹਨਾਂ 36 ਵਰਿਆਂ 'ਚ ਜੇ 84 ਨੂੰ ਕਾਰਡ ਆਫ ਡੇਟ ਦੇਖੀਏ ਐਸਾ ਨਹੀਂ ਚੜਿਆ ਜਿਹਨੇ ਸਿੱਖ ਨੂੰ ਇਹ ਯਕੀਨ ਕਰਵਾਇਆ ਹੋਇਆ ਕਿ ਉਹਦੇ ਲਈ ਹਾਲਾਤ ਬਦਲ ਗਏ ਨੇ ਸਿਸਟਮ ਦੇ ਵਿੱਚ। ਰਾਦਰ ਹਰ ਚੜ੍ਹਦੇ ਸੂਰਜ ਨੇ ਮੇਰੇ ਇਸ ਯਕੀਨ ਨੂੰ ਪੁਖਤਾ ਬਣਾ ਸਕੇ। ਸਿੱਖੀ ਦਾ ਤਾਂ ਕੁਝ ਨਹੀਂ ਵਿਗੜਦਾ, ਉਹ ਤਾਂ ਗਲੋਬਲ ਅਸੀਂ ਪਹੁੰਚ ਗਏ ਹੋਏ ਹਾਂ, ਪਰ ਉਸ ਧਰਤੀ ਤੇ ਸਾਡਾ ਹਾਲ ਇਹ ਬੁੱਧ ਧਰਮ ਵਾਲਾ ਕਰ ਦੇਣਗੇ। ਲੇਕਿਨ ਮੈਨੂੰ ਇਸ ਗੱਲ ਦਾ ਫਖਰ ਹੈ ਆਪਣੇ ਉਹਨਾਂ ਵੀਰਾਂ ਭੈਣਾਂ ਦੇ ਉੱਤੇ ਜਿਨ੍ਹਾਂ ਨੇ ਇਸ ਗੱਲ ਨੂੰ ਅੱਗੇ ਤੋਰਿਆ। ਅੱਜ ਜਿਹੜੇ ਪਲੇਟਫਾਰਮਸ ਦੇ ਉੱਤੇ ਅੱਡ-ਅੱਡ ਥਾਵਾਂ ਤੇ ਗੱਲ ਹੋ ਰਹੀ ਹੈ ਪੰਜਾਬ ਦੇ ਵਿੱਚ, ਭਾਵੇਂ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਐਟ ਕ੍ਰਾਸ ਰੋਡਸ ਵੀ ਰਹੇ, ਅੱਜ ਯਕਜ਼ਦੀ ਦੇ ਨਾਲ ਆਵਾਜ਼ ਉੱਠ ਰਹੀ ਹੈ। ਬਾਹਰ ਜਿਵੇਂ ਸਿੱਖ ਫਾਰ ਜਸਟਿਸ ਨੇ ਰੈਫਰੈਂਡਮ 2020 ਦੇ ਥੱਲੇ ਉਹਨਾਂ ਨੂੰ ਵੀ ਲਾਮਬੰਦ ਕੀਤਾ, ਜਿਨ੍ਹਾਂ ਨੂੰ ਸਾਡੀ ਉਸ ਮੂਵਮੈਂਟ ਦੇ ਵੇਲੇ ਜਿਹੜਾ ਉਹ ਸਿੱਖੀ ਸਰੂਪ 'ਚ ਨਾ ਹੋਣ ਕਰਕੇ ਸ਼ਾਇਦ ਉਸ ਕਿਸਮ ਦੀ ਉਹਨਾਂ ਦੇ ਲਈ ਅਟਰੈਕਸ਼ਨ ਨਹੀਂ ਸੀ। ਸੋ ਇਹ ਜਿਹੜੇ ਸਾਰੇ ਹੀ ਰਸਤੇ ਨੇ ਅਲਟੀਮੇਟਲੀ ਕੌਮ ਦੇ ਵਿੱਚ ਅਵੇਅਰਨੈਸ ਹੈ। ਔਰ ਇਹ ਗੱਲ ਜਿਵੇਂ ਤੁਸੀਂ ਸ਼ੁਰੂਆਤ 'ਚ ਹੀ ਕਹੀ ਸੀ ਕਿ ਇਹ ਖੇਡ ਵੀ ਸਮਝ ਆਣੀ ਸ਼ੁਰੂ ਹੋ ਗਈ ਹੈ ਕਿ ਹਾਕਮਾਂ ਦੀ ਖੇਡ ਕੀ ਹੈ, ਤੇ ਜਦੋਂ ਤੁਹਾਨੂੰ ਖੇਡ ਸਮਝ ਆ ਜਾਂਦੀ ਹੈ ਉਹਦਾ ਤੁਸੀਂ ਸੋਲੂਸ਼ਨ ਲੱਭਣ ਵੱਲ ਤੁਰਦੇ ਹੋ। ਔਰ ਮੈਂ ਸਮਝਦਾ ਵੀ ਅੱਜ ਅਸੀਂ ਬੈਸਟ ਪਲੇਸ ਪੋਜੀਸ਼ਨ ਦੇ ਉੱਤੇ ਹੈ ਐਜ਼ ਏ ਸਿੱਖ ਨੇਸ਼ਨ, ਔਰ ਜਿਹੜੀਆਂ ਜੀਓ ਪੋਲਿਟਿਕਸ ਸਾਡੇ ਖਿੱਤੇ ਦੀ ਹੈ ਉਹ ਸਾਨੂੰ ਇੱਕ ਬੈਸਟ ਕੰਟੈਂਡਰ ਦੇ ਤੌਰ ਤੇ ਸਾਡੀ ਰੈਲੇਵੈਂਸ ਵੀ ਪ੍ਰੂਵ ਕਰਦੀ ਹੈ ਕਿ ਸਿੱਖ ਫੈਕਟਰ ਕਿਵੇਂ ਇੱਕ ਇੰਪੋਰਟੈਂਟ ਫੈਕਟਰ ਹੈ। ਕਰਤਾਰਪੁਰ ਕੋਰੀਡੋਰ ਦਾ ਖੁੱਲ੍ਹਣਾ, ਕਸ਼ਮੀਰ ਦੇ ਮੁੱਦੇ ਤੇ ਸਿੱਖਾਂ ਦਾ ਅੱਗੇ ਨਿਕਲਣਾ, ਆ ਕੇ ਉਹਨਾਂ ਦੇ ਬੱਚਿਆਂ ਨੂੰ ਸੇਫਲੀ ਪਹੁੰਚਾਉਣਾ, ਔਰ ਹੁਣ 15 ਅਗਸਤ ਦੇ ਇਸ ਮੁੱਦੇ ਤੇ ਪੰਜਾਬ ਦੇ ਲਗਭਗ ਵੱਡੇ ਸ਼ਹਿਰਾਂ ਦੇ ਵਿੱਚ ਪ੍ਰੋਟੈਸਟ ਵੀ ਨੇ, ਝੰਡਾ ਵੀ ਲਹਿਰਾਇਆ ਗਿਆ, ਉਹ ਥਾਈ ਜਿਹੜੀ ਹੈ ਖਾਲਿਸਤਾਨ ਜ਼ਿੰਦਾਬਾਦ ਵੀ ਗੂੰਜਿਆ ਗਲੋਬਲੀ। ਹਰ ਦੇਸ਼ ਦੇ ਵੱਡੇ ਜਿੱਥੇ ਕੌਂਸੂਲੇਟ ਨੇ ਉਹਦੇ ਬਾਹਰ ਪ੍ਰੋਟੈਸਟ ਹੋਏ ਨੇ। ਸੋ ਮੈਂ ਸਮਝਦਾ ਵੀ ਅੱਜ ਔਰ ਇੱਕ ਇਹਦੇ ਚ ਜਿਹੜੀ ਇੱਕ ਆਪਾਂ ਕਾਲ ਲੈ ਲਈਏ, ਸ਼ਾਇਦ ਕੋਈ ਗੱਲ ਕਰਨੀ ਚਾਹੁੰਦੇ ਨੇ ਆਪਣੇ ਨਾਲ। ਇੱਕ ਕਾਲ ਲਵਾਂਗੇ ਫਿਰ ਆਪਾਂ ਅੱਗੇ ਗੱਲਬਾਤ ਜਾਰੀ ਰੱਖਾਂਗੇ। ਹਾਂਜੀ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਿੰਦਰ ਸਿੰਘ ਜੀ, ਮੈਂ ਪ੍ਰੋਗਰਾਮ ਸੁਣ ਰਿਹਾ ਸੀ ਡਾਕਟਰ ਅਮਰਜੀਤ ਸਿੰਘ ਜੀ ਨੂੰ। ਮੇਰਾ ਇੱਕ ਸਵਾਲ ਹੈ ਜੀ। ਸਾਡੇ ਕੋਲ ਇਹੋ ਜਿਹੇ ਇਤਿਹਾਸਕ ਸਰੋਤ ਨੇ ਜੀ, ਉਹ ਸਰੋਤ ਨੇ ਇੱਕ ਚਿੱਠੀ ਜਿਹੜੀ ਭਾਸ਼ਾ ਵਿਭਾਗ ਨੇ ਲਿਖਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ, ਸਰਹੰਦ ਦਾ ਸੂਬੇਦਾਰ ਲਿਖਦਾ ਹੈ ਜੀ। ਸੰਖੇਪ ਚ ਕਰਨਾ। ਹਾਂਜੀ ਸੰਖੇਪ ਚ ਕਰਾਂਗਾ ਜੀ। ਉਹਦੇ ਚੋਂ ਦੋ ਗੱਲਾਂ ਲਿਖਦਾ ਕਿ ਮੈਂ ਉਹ ਆ ਜਿਹੜਾ ਕਦੀ ਲੜਾਈ ਹਾਰਿਆ ਨਹੀਂ, ਮੈਂ ਉਹ ਆ ਜਿਹਨੇ ਤੇਰੇ ਗੁਰੂ ਨੂੰ ਅਨੰਦਪੁਰ ਸਾਹਿਬ ਤੋਂ ਕੱਢਿਆ ਸੀ, ਹੁਣ ਤੇਰੀ ਵਾਰੀ ਹੈ। ਅੱਛਾ। ਬਾਬਾ ਬੰਦਾ ਸਿੰਘ ਬਹਾਦਰ ਜੀ ਇਹ ਚਿੱਠੀ ਦਾ ਜਵਾਬ ਦਿੰਦੇ ਨੇ, ਹੋਣਾ ਉਹ ਹੈ ਜੋ ਅਕਾਲ ਪੁਰਖ ਨੂੰ ਮਨਜ਼ੂਰ ਹੈ, ਕਰਨਾ ਮੈਂ ਉਹ ਆ ਜਿਹੜਾ ਮੇਰੇ ਗੁਰੂ ਦਾ ਹੁਕਮ ਹੈ। ਮੈਨੂੰ ਤੇਰੇ ਨਾਲ ਇਕੱਠੇ ਇਸ ਧਰਤੀ ਤੇ ਰਹਿਣਾ ਮਨਜ਼ੂਰ ਨਹੀਂ ਹੈ ਵਜ਼ੀਰ ਖਾਨ, ਚਾਹੇ ਤੂੰ ਰਹੇਗਾ ਚਾਹੇ ਮੈਂ ਰਵਾਂਗਾ ਜੀ। ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਇਹੋ ਜਿਹੀ ਦ੍ਰਿੜਤਾ ਸਿਰਫ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੇ ਦੇਖਣ ਨੂੰ ਮਿਲੀ ਹੈ ਜੀ। ਹੁਣ ਮੇਰਾ ਸਵਾਲ ਹੈ ਇਹ ਕਿ ਕੀ ਸਾਡੇ ਕੋਲ ਇਹੋ ਜਿਹਾ ਲੀਡਰ ਹੈ ਡਾਕਟਰ ਅਮਰਜੀਤ ਸਿੰਘ ਜੀ
ਜਾਂ ਇਹੋ ਜਿਹਾ ਲੀਡਰ ਡਿਵੈਲਪ ਹੋਵੇਗਾ? ਮੇਰਾ ਸਵਾਲ ਬਹੁਤ ਕਲੀਅਰ ਹੈ ਕਿ ਮੈਨੂੰ ਜੋ ਲੱਗਦਾ ਅਜੇ ਤੱਕ ਸਾਡੇ ਕੋਲ ਇਸ ਲੈਵਲ ਦੀ ਲੀਡਰਸ਼ਿਪ ਨਹੀਂ ਹੈ, ਜਿਸ ਲੈਵਲ ਦੀ ਲੀਡਰਸ਼ਿਪ ਕਿ ਜਾਂ ਤੇ ਤੂੰ ਰਹੇਗਾ ਜਾਂ ਮੈਂ ਰਹਾਂਗਾ, ਜਾਂ ਫਿਰ ਇੱਕ ਪਾਸੇ ਹਿੰਦ ਪੰਜਾਬ ਦਾ ਜੰਗ 2 ਵਾਰੀ ਹੋਇਆ, ਇੱਕ ਵਾਰੀ ਜਦੋਂ ਅਸੀਂ ਖਾਲਸਾ ਰਾਜ ਖੋਇਆ, ਇੱਕ ਵਾਰੀ ਜਦੋਂ ਦਰਬਾਰ ਸਾਹਿਬ ਤੇ ਜ਼ਾਲਮਾਂ ਨੇ ਹਮਲਾ ਕੀਤਾ। ਜੀ ਬਹੁਤ ਧੰਨਵਾਦ ਜੀ। ਇਸ ਸਵਾਲ ਦਾ ਜਵਾਬ ਜੇ ਡਾਕਟਰ ਸਾਹਿਬ ਦੇ ਸਕਣ ਤੇ ਮੈਂ ਬਹੁਤ ਧੰਨਵਾਦੀ ਹੋਵਾਂਗਾ ਜੀ। ਡਾਕਟਰ ਸਾਹਿਬ। ਹਾਂਜੀ, ਦੇਖੋ ਪਹਿਲਾਂ ਤਾਂ ਸ਼ੁਕਰੀਆ, ਤੁਸੀਂ ਜਿਹੜਾ ਜਾਣਕਾਰੀ ਵੀ ਦਿੱਤੀ, ਤੁਹਾਡਾ ਸਵਾਲ ਵੀ ਹੈ ਔਰ ਕਾਫੀ ਇਨਫੋਰਮੇਟਰੀ ਹੈ। ਮੈਂ ਇੱਕ ਗੱਲ ਪਹਿਲਾਂ ਮੈਂ ਇੱਕ ਹਿਸਟੋਰੀਕਲ ਕਰੈਕਸ਼ਨ ਕਰਨਾ ਚਾਹੁੰਦਾ। ਇੱਥੇ ਵੀ ਸਾਡੇ ਪਿਛਲੇ ਕੁਛ ਹਫ਼ਤੇ ਪਹਿਲਾਂ ਸਮਾਗਮ ਹੋਇਆ ਔਰ ਉਹਦੇ ਇਸ਼ਤਿਹਾਰ 'ਚ ਵੀ ਸਿੱਖਾਂ ਦੇ ਪਹਿਲੇ ਬਾਦਸ਼ਾਹ ਬੰਦਾ ਸਿੰਘ ਬਹਾਦਰ ਲਿਖਿਆ ਸੀ। ਮੈਂ ਆਪਣੀ ਸਪੀਚ ਵੀ ਉੱਥੇ ਕਿਹਾ, ਮੈਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਖੂਬਸੂਰਤੀ ਇਹ ਵੀ ਹੈ ਕਿ ਉਹਨਾਂ ਨੇ ਕੋਈ ਅਹੁਦਾ ਨਹੀਂ ਕਬੂਲਿਆ, ਉਹ ਬਾਦਸ਼ਾਹ ਨਹੀਂ ਸੀ, ਨਾ ਹੀ ਬਾਦਸ਼ਾਹ ਦਾ ਕਨਸੈਪਟ ਇਸ ਕਿਸਮ ਦਾ ਹੈ। ਉਹਨਾਂ ਨੇ ਬਿਲਕੁਲ ਦੇਗੋ ਤੇਗੋ ਫਤਿਹ ਦੀ ਜਿਹੜੀ ਗੱਲ ਔਰ ਸਿੱਖਾਂ ਤੁਸੀਂ ਜ਼ਿਕਰ ਕੀਤਾ ਸੀ, ਹਾਂਜੀ, ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਫਜ਼ਲ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ, ਇਹ ਦਿੱਤਾ ਹੈ। ਸੋ ਦੂਸਰੀ ਗੱਲ ਦੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੈਂ ਹਿਸਟਰੀ 'ਚ ਆਪਣੇ ਪਹਿਲੇ ਕਾਮੈਂਟ 'ਚ ਵੀ ਮੈਂ ਗੱਲ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਔਰ ਉਹਨਾਂ ਟਾਈਮ ਫਰੇਮ 7 ਸਾਲ ਦਾ ਪੀਰੀਅਡ 1977 ਤੋਂ 1984 ਤੱਕ ਜਿਹੜਾ ਲੀਡਰ ਬਣਦਾ ਇਮਾਨਦਾਰੀ ਦੇ ਨਾਲ, ਉਸ ਕਣ ਦੇ ਨਾਲ ਖਲੋਣ ਵਾਲਾ ਜਾਂ ਸਿਆਣਾ ਬਣਦਾ ਹੈ, ਜਾਂ ਮੈਂ ਬਹੁਤ ਵਾਰ ਦੇਖਦਾ ਮੂਰਖ ਵੀ ਹੁੰਦਾ ਹੈ, ਉਹ ਜੰਮਦਿਆਂ ਹੀ ਹੁੰਦਾ ਹੈ। ਪਰ ਇਹ ਅਕਾਲ ਪੁਰਖ ਦੇ ਕੋਲ ਹੁੰਦਾ ਹੈ ਕਿ ਉਹਨੇ ਕਿਸ ਖਿੱਤੇ 'ਚ ਕਦੋਂ ਕੀ ਦੇਣਾ। ਲੇਕਿਨ ਮੈਂ ਇਹ ਸਮਝਦਾ ਹਾਂ ਵੀ ਇਹ ਸਾਡਾ ਨਹੀਂ ਹੈ, ਇਹ ਅਕਾਲ ਪੁਰਖ ਨੇ ਡਿਵੈਲਪ ਨਹੀਂ ਹੁੰਦਾ। ਡਿਵੈਲਪ ਤਾਂ ਸਾਨੂੰ ਗੁਰੂ ਨੇ ਕਲੈਕਟਿਵ ਲੀਡਰਸ਼ਿਪ ਨੂੰ ਡਿਵੈਲਪ ਕਰਨ ਦੀ ਗੱਲ ਦਿੱਤੀ। ਸ਼ਾਇਦ ਇਹ ਬੇਸ਼ੱਕ ਇਹ ਸਾਡਾ ਕਨਸੈਪਟ ਬਹੁਤਾ ਸਰਬੱਤ ਖਾਲਸਾ ਦੇ ਰੂਪ 'ਚ ਵੀ ਸਾਡੀ ਕਲੈਕਟਿਵ ਲੀਡਰਸ਼ਿਪ ਸੀ, ਔਰ ਉਸ ਤੋਂ ਹੀ ਉਸ ਸਿਸਟਮ ਨੇ ਜੱਸਾ ਸਿੰਘ ਆਹਲੂਵਾਲੀਆ ਥਰੋ ਕੀਤਾ ਹੈ, ਜਿਨ੍ਹਾਂ ਨੇ 45 ਸਾਲ ਸਿੱਖਾਂ ਨੂੰ ਲੀਡ ਕੀਤਾ ਹੈ। ਉਸੇ ਸਿਸਟਮ ਨੇ ਇੱਕੋ ਪੀਰੀਅਡ ਸਿਆਣੇ ਸਿੱਖ ਮਿਸਲਾਂ ਦੇ ਵੇਲੇ ਨੇ, ਜਿਨ੍ਹਾਂ ਨੇ ਅਲਟੀਮੇਟਲੀ ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਪਾਵਰ 'ਚ ਆਉਂਦੇ ਨੇ, ਉਹ ਤੀਸਰੀ ਜਨਰੇਸ਼ਨ ਸੀ। ਸਰ ਚੜਤ ਸਿੰਘ ਜਿਹੜੇ ਪਹਿਲਾਂ ਲੜ ਚੁੱਕੇ ਸੀ ਮਿਸਲਾਂ ਦੇ ਵੇਲੇ ਦੁਸ਼ਮਣ ਨਾਲ, ਮਹਾਨ ਸਿੰਘ ਉਹਨਾਂ ਦੇ। ਸੋ ਮੈਂ ਸਮਝਦਾ ਵੀ ਅਕਾਲ ਪੁਰਖ ਦਾ ਕੰਮ ਅਕਾਲ ਪੁਰਖ ਤੇ ਛੱਡ ਦਈਏ। ਅਸੀਂ ਜਿੰਨੀ ਕੁ ਸਾਨੂੰ ਗੁਰੂ ਨੇ ਹਿੰਮਤ ਸਮਰੱਥਾ ਦਿੱਤੀ ਹੈ, ਅਸੀਂ ਇੰਡੀਵਿਜੂਅਲੀ ਗੁਰੂ ਪ੍ਰਤੀ ਸਮਰਪਿਤ ਹੋ ਕੇ ਇਮਾਨਦਾਰੀ ਦੇ ਨਾਲ ਕਲੈਕਟਿਵ ਲੀਡਰਸ਼ਿਪ ਜਿਹੜੀ ਬਾਹਰ ਅਸੀਂ ਬਿਲਡ ਕਰ ਸਕਦੇ ਹਾਂ। ਬਾਕੀ ਅਕਾਲ ਪੁਰਖ ਨੇ ਕਦੋਂ ਕੀ ਮੌਜਜ਼ਾ ਕਰਨਾ, ਅਕਾਲ ਪੁਰਖ ਕਰਦਾ ਹੀ ਮੌਜਜ਼ੇ ਹੈ। ਪਿੰਡਾਂ ਵਾਲੇ ਜ਼ਾਹਿਰਾ ਤੌਰ ਤੇ ਇੱਕ ਮੌਜਜ਼ਾ ਸਨ, ਔਰ ਅਕਾਲ ਪੁਰਖ ਉਹ ਕੱਲ ਨੂੰ ਵੀ ਕਰੇਗਾ, ਇਸ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਜੀ ਬਹੁਤ ਬਹੁਤ ਵਧੀਆ ਜੀ। ਸਿੱਖ ਮੀਡੀਆ ਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਕਿ ਸੰਗਠਿਤ ਰੂਪ ਦੇ ਵਿੱਚ ਭਾਵੇਂ ਅਸੀਂ ਉਸ ਪੱਧਰ ਦੇ ਉੱਤੇ ਟੈਕਨੋਲੋਜੀ ਨੂੰ ਹਾਲੇ ਨਹੀਂ ਵਰਤ ਪਾ ਰਹੇ ਜਾਂ ਆਉਣ ਵਾਲਾ ਸਮਾਂ ਏਦਾਂ ਦਾ ਹੋਏਗਾ ਕਿ ਅਸੀਂ ਉਸ ਦੇ ਵਿੱਚ ਕਾਮਯਾਬੀ ਹਾਸਲ ਕਰਾਂਗੇ। ਪਰ ਜਿਸ ਤਰੀਕੇ ਨਾਲ ਵੀ ਵੱਖ-ਵੱਖ ਤੌਰ ਦੇ ਉੱਤੇ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਿੱਖ ਮੀਡੀਆ ਨੇ, ਵੈਬ ਪੋਰਟਲਸ ਨੇ, ਜਾਂ ਵੱਖ-ਵੱਖ ਤਰੀਕਿਆਂ ਨਾਲ ਜਿਹੜੀ ਗੱਲ ਹੈ ਖਾਲਿਸਤਾਨ ਦੀ ਜਾਂ ਪੰਜਾਬ ਦੀ ਆਜ਼ਾਦੀ ਦੀ, ਉਹ ਸ਼ੁਰੂ ਕੀਤੀ ਹੈ। ਤੇ ਇਸ ਮੀਡੀਆ ਤੋਂ ਠੀਕ ਹੈ, ਜਦੋਂ ਪੰਜਾਬ ਦੀ ਆਜ਼ਾਦੀ ਦੀ ਗੱਲ ਚੱਲੇਗੀ ਤਾਂ ਜਿਹੜੀਆਂ ਬ੍ਰਾਹਮਣਵਾਦੀ ਤਾਕਤਾਂ ਨੇ ਉਹਨਾਂ ਨੂੰ ਖੌਫ ਆਏਗਾ ਹੀ ਆਏਗਾ। ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਸਿੱਖ ਮੀਡੀਆ ਦੇ ਉੱਤੇ ਜਿਹੜੀ ਮੈਂ ਕਹਿੰਦਾ ਵੀ ਪਾਬੰਦੀ ਹੈ, ਉਹ ਐਸੇ ਗੱਲ ਦਾ ਸੂਚਕ ਹੈ ਕਿ ਸਰਕਾਰ ਘਬਰਾਉਂਦੀ ਤਾਂ ਹੈ, ਡਰਦੀ ਤਾਂ ਹੈ। ਜੀ ਹੈਲੋ, ਹਾਂਜੀ ਹਾਂਜੀ ਬਸ ਹਾਂਜੀ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਗੱਲ ਪਹਿਲਾਂ ਇਹ ਦੇਖਣ ਵਾਲੀ ਹੈ ਕਿ ਵੀ ਸਾਡੀ ਆਪਣੀ ਕੌਮ ਜਿਹਨੇ, ਜੇ ਅਸੀਂ ਇਸ 36 ਸਾਲ ਦਾ ਪੀਰੀਅਡ ਦੇਖੀਏ, ਕਿਉਂਕਿ ਅੱਜ ਸਬਜੈਕਟ ਆਫ ਡਿਸਕਸ਼ਨ ਡਿਫਰੈਂਟ ਸੀ, ਬਿਲਕੁਲ, ਲੇਕਿਨ ਇੱਕ ਗੱਲ ਦਾ ਧਿਆਨ ਰਹੇ ਕਿ ਅਸੀਂ ਉੱਥੇ ਜੰਗ ਦੇ ਮੈਦਾਨ ਵਿੱਚ ਨਹੀਂ ਹਾਰੇ। ਸਾਡੇ ਯੋਧਿਆਂ, ਸਾਡੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਰਾਜਵਾੜਿਆਂ, ਹਵਾਰਿਆਂ ਨੇ ਉਹ ਇਤਿਹਾਸ ਲਿਖਿਆ ਜਿਸ ਨੂੰ ਅਗਲੀ ਜਨਰੇਸ਼ਨ ਫਖਰ ਕਰੇਗੀ, ਜਿਵੇਂ ਅਸੀਂ 18ਵੀਂ ਸਦੀ ਦੀਆਂ ਆਪਣੀਆਂ ਪ੍ਰਾਪਤੀਆਂ ਦੇ ਫਖਰ ਕਰਦੇ। ਹਾਂਜੀ, ਅਸੀਂ ਜੇ ਹਾਰੇ ਉਸ ਖਿੱਤੇ ਦੇ ਵਿੱਚ ਵੀ ਔਰ ਉਹਦੀ ਬਦੌਲਤ ਦੁਨੀਆ ਭਰ
ਉਹ ਅਸੀਂ ਮੀਡੀਆ ਦੀ ਜੰਗ ਹਾਰੇ, ਕਿਉਂਕਿ ਪ੍ਰੋਪੇਗੈਂਡੇ ਦੀ ਜੰਗ ਹਾਰੇ ਆਪਾਂ। ਹਾਂ, ਕਿਉਂਕਿ ਉਹਨਾਂ ਦੇ ਕੋਲ ਉਹ ਸਾਰਾ ਕੰਟਰੋਲ ਸੀ। ਅਸੀਂ ਸੱਤਵਾਦੀ ਹੁੰਦੇ ਹੋਏ ਵੀ, ਹੱਕ ਬਨਾਜ਼ਬ ਸਾਡੀ ਸਟਰਗਲ ਹੁੰਦਿਆਂ ਵੀ ਸਾਨੂੰ ਆਤੰਕਵਾਦ, ਅਲਗਾਵਵਾਦ, ਉਗਰਵਾਦ ਦੇ ਖਾਤੇ 'ਚ ਪਾਇਆ ਗਿਆ। ਔਰ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਸੀ ਉਦੋਂ ਤਾਂ ਉਹਨਾਂ ਕੋਲ ਭਾਰਤੀ ਦੂਰਦਰਸ਼ਨ ਸੀ, ਤੇ ਜਾਂ ਉਹਨਾਂ ਨੇ ਬਾਹਰਲੇ ਆਪਣੀਆਂ ਐਮਬੈਸੀਆਂ ਜਾਂ ਕੌਂਸਲੇਟਾਂ ਤੱਕ ਪੂਰੀ ਕਿਟਸ ਪ੍ਰਪੇਅਰ ਕਰਕੇ ਮੀਡੀਆ ਦੀ ਨੈਗੇਟਿਵਿਟੀ ਕਿਵੇਂ ਸੰਤ ਭਿੰਡਰਾਂ ਵਾਲਿਆਂ ਨੂੰ ਪੋਰਟਰੇ ਕੀਤਾ, ਕਿਵੇਂ ਜੂਨ 84 ਦੇ ਘੱਲੂਘਾਰੇ ਨੂੰ ਕੀਤਾ। ਪਰ ਹੁਣ ਜਦੋਂ ਅਸੀਂ ਅੱਜ ਗੱਲ ਵੀ ਕਰ ਰਹੇ ਹਾਂ, ਤੁਸੀਂ ਪਿਛਲੇ 2 ਦਿਨ ਤੋਂ ਦੇਖ ਰਹੇ ਹੋਵੋਗੇ ਕਿ ਫੇਸਬੁੱਕ ਨੇ ਕਿਵੇਂ ਕੰਪਰੋਮਾਈਜ਼ ਕੀਤਾ ਬੀਜੇਪੀ ਦੇ ਨਾਲ, ਕਿ ਉਹ ਬਾਕੀਆਂ ਨੂੰ ਹੇਠ ਦੇ ਥੱਲੇ ਕੱਢ ਦਿਓ, ਉਹਨਾਂ ਨੂੰ ਰਹਿਣ ਦਿਓ। ਸੋ ਅੱਜ ਜਿਹੜਾ ਸਾਡਾ ਦੁਸ਼ਮਣ ਹੈ ਉਹ ਮੱਚ ਮੋਰ ਫੋਰਟੀਫਾਈਡ ਹੈ। ਉਹਨਾਂ ਦਾ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਬਿਠਾਏ ਹੋਏ ਨੇ ਪੇਡ IT ਸੈੱਲ ਦੇ ਲੋਕ, ਮੀਡੀਆ ਓਵਰਆਲ ਉਹਨਾਂ ਨੇ ਈਵਨ 2014 ਚ ਮੋਦੀ ਨੂੰ ਜਿਤਾਉਣ ਤੋਂ ਪਹਿਲਾਂ ਹੀ 24/7 ਜਿਹੜਾ ਮੀਡੀਆ ਉਹਨਾਂ ਦੇ ਗੁਣ ਗਾਇਨ ਕਰ ਰਿਹਾ ਸੀ। ਔਰ ਇਹਨਾਂ ਹਾਲਾਤਾਂ ਦੇ ਵਿੱਚ ਬੇਸ਼ੱਕ, ਔਰ ਇਹ ਗੱਲ ਮੈਂ ਫੋਰਸਫੁਲੀ ਕਹਿਣਾ ਚਾਹੁੰਦਾ ਕਿ ਬਹੁਤ ਵਾਰ ਅਸੀਂ ਇਹ ਤੁਕ ਦੁਹਰਾ ਕੇ ਕੂੜ ਨੇ ਖੁੱਟਾ ਨਾਨਕਾ ਓੜਕ ਸੱਚ ਰਹੀ, ਅਸੀਂ ਸਮਝਦੇ ਹਾਂ ਜੀ ਸੱਚ ਜਿੱਤਦਾ। ਜੇ ਵੈਸੇ ਤੁਸੀਂ 7000 ਸਾਲ ਦਾ ਮਨੁੱਖੀ ਇਤਿਹਾਸ ਦੇਖੋ ਤੇ ਸੱਚ ਜਿੱਤਦਾ ਨਹੀਂ ਹੈ। ਸੱਚ ਨੂੰ ਜਿੱਤਣ ਦੇ ਲਈ ਕੂੜ ਨੂੰ ਵੰਗਾਰਨਾ ਪੈਂਦਾ, ਕੂੜ ਦੇ ਬਰਾਬਰ ਖਲੋਣਾ ਪੈਂਦਾ, ਉਹਨੂੰ ਐਕਸਪੋਜ਼ ਕਰਨਾ ਪੈਂਦਾ। ਇਹ ਗੁਰੂ ਸਾਹਿਬ ਦੀ ਤੁਕ ਜਿਹੜੀ ਹੈ ਇਹ ਅਲਟੀਮੇਟ ਰਿਐਲਿਟੀ ਹੈ ਕਿ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਮਾਲੇ ਦੀ ਦਰਗਾਹ ਦੀ ਗੱਲ ਹੈ। ਦੁਨੀਆ 'ਚ ਕੂੜ ਨੂੰ ਹਰਾਉਣ ਲਈ ਤੁਹਾਨੂੰ ਕਿਲੇ ਬਣਾਉਣੇ ਪੈਂਦੇ ਨੇ, ਤੁਹਾਨੂੰ ਫੌਜਾਂ ਰੱਖਣੀਆਂ ਪੈਂਦੀਆਂ, ਉਹਨਾਂ ਦੇ ਟ੍ਰੇਨ ਟੀਚਰ ਰੱਖਣੇ ਪੈਂਦੇ ਨੇ, ਵਧੀਆ ਹਥਿਆਰ ਖਰੀਦਣੇ ਪੈਂਦੇ ਨੇ। 6ਵੇਂ ਪਾਤਸ਼ਾਹ 10ਵੇਂ ਪਾਤਸ਼ਾਹ ਇਸ ਤੇ ਤਾਂ ਨਹੀਂ ਬੈਠ ਗਏ ਕਿ ਜੀ ਕੂੜ ਨੇ ਖੁੱਟੇ ਨਾਲ ਕਿ ਅਸੀਂ ਜਿੱਤਾਂਗੇ। ਸੋ ਮੈਂ ਅੱਜ ਦੇ ਕੰਟੈਕਸਟ ਵੀ ਇਹ ਕਹਿਣਾ ਚਾਹੁੰਦਾ ਕਿ ਜੇ ਅੱਜ ਦਾ ਸਭ ਤੋਂ ਪਾਵਰਫੁਲ ਹਥਿਆਰ ਮੀਡੀਆ ਹੈ ਜਾਂ ਪ੍ਰੋਪੇਗੈਂਡਾ ਸ਼ਬਦ ਜਿਹੜਾ ਨਾਜ਼ੀਆਂ ਦਾ, ਨਾਜ਼ੀ ਲੈਂਗੁਏਜ ਦਾ, ਜਰਮਨ ਲੈਂਗੁਏਜ ਦਾ ਜਿਹੜਾ ਉਹਨਾਂ ਦੇ ਤੇ ਬੜਾ ਕੀਤਾ, ਉਹਦਾ ਨਾ ਹੀ ਉਹ ਹੈ ਹੀ ਪ੍ਰੋਪੇਗੈਂਡਾ ਮਿਨਿਸਟਰ ਸੀ। ਤੇ ਇਸ ਗੱਲ ਦਾ ਧਿਆਨ ਰਹੇ ਕਿ ਜੇ ਝੂਠ ਇੰਨਾ ਵੱਡਾ ਬੋਲਿਆ ਜਾਏ, ਜਿਹੜਾ ਇਹਨਾਂ ਦਾ ਚਾਣਕਿਆ ਕਹਿੰਦਾ ਕਿ ਆਮ ਲੋਕ ਸਮਝਣ ਵੀ ਇਹ ਝੂਠ ਹੋ ਹੀ ਨਹੀਂ ਸਕਦਾ ਤੇ ਉਹ ਸੱਚ ਬਣ ਜਾਂਦਾ, ਤੇ ਜੇ ਉਹਨੂੰ ਤੁਸੀਂ 100 ਵਾਰ ਰਿਪੀਟ ਕਰੋ ਤੇ ਉਹ ਧਾਰਮਿਕ ਸੱਚ ਬਣ ਜਾਂਦਾ। ਬਹੁਤ ਸਾਰਾ ਜਿਹੜਾ ਧਾਰਮਿਕ ਲਿਟਰੇਚਰ ਪੁਰਾਣਾ ਦਾ ਜਿਹਨਾਂ 'ਚ ਉਹਨਾਂ ਨੇ ਸਾਰਾ ਅਵਤਾਰਵਾਦ ਖੜਾ ਕੀਤਾ, ਉਹ ਇਸ ਕਿਸਮ ਦਾ ਪਾਰਟ ਹੈ। ਸੋ ਮੈਂ ਸਮਝਦਾ ਦੁਸ਼ਮਣ ਬਾਤ ਕਰੇ ਅਨਹੋਣੀ, ਕੋਈ ਸ਼ੱਕ ਨਹੀਂ ਹੈ। ਦੁਸ਼ਮਣ ਮਕਾਰ ਵੀ ਹੈ, ਜ਼ਾਲਮ ਵੀ ਹੈ, ਝੂਠਾ ਵੀ ਹੈ। ਪਰ ਗੱਲ ਇਹ ਹੈ ਕਿ ਅਸੀਂ ਇਹ ਦੇਖਣਾ ਹੈ ਕਿ ਕੀ ਅਸੀਂ ਸਿਰਫ ਇਸ ਗੱਲ ਤੇ ਹੀ ਕਹਿਣਾ ਹੈ ਜੀ ਫਲਾਣੇ 'ਚ ਖਬਰ ਕਿਉਂ ਲੱਗ ਗਈ, ਫਲਾਣੇ ਮੀਡੀਆ ਦੇ ਤੇ ਇੰਟਰਵਿਊ 'ਚ ਕਿਉਂ ਕਹਿ ਦਿੱਤਾ, ਜਾਂ ਅਸੀਂ ਪ੍ਰੋਐਕਟਿਵ ਅਪਰੋਚ ਰੱਖ। ਦੇਖੋ ਜਿਹੜੀ ਰਿਐਕਸ਼ਨ ਦੀ ਅਪਰੋਚ ਹੁੰਦੀ ਹੈ ਉਹ ਲੂਜ਼ਿੰਗ ਗੇਮ ਹੁੰਦੀ ਹੈ। ਜਦੋਂ ਏਜੰਸੀਆਂ ਸਾਡੀ ਮੂਵਮੈਂਟ 'ਚ ਇਨਫਿਲਟਰੇਟ ਕੀਤੀਆਂ, ਉਹਨਾਂ ਨੇ ਸਾਨੂੰ ਰਿਐਕਟ ਕਰਵਾਇਆ ਸੀ। ਵੀ ਕੈਪਟ ਔਨ ਰਿਐਕਟਿੰਗ, ਕੰਟਰੋਲ ਉਹਨਾਂ ਕੋਲ ਸੀ, ਰਿਮੋਟ ਉਹਨਾਂ ਕੋਲ ਸੀ। ਜਦੋਂ ਉਹਨਾਂ ਨੇ ਐਕਟ ਬੰਦ ਕਰ ਦਿੱਤਾ, ਅਸੀਂ ਰਿਐਕਟ ਬੰਦ ਕਰ ਦਿੱਤਾ। ਹੁਣ ਅੱਜ ਵੀ ਜਿਹੜਾ ਬਹੁਤ ਸਾਰਾ ਸੋਸ਼ਲ ਮੀਡੀਆ ਤੇ ਸਾਡੀ એનર્ਜੀ ਵੇਸਟ ਹੋਣ ਦੀ ਲਾਈਨ ਹੈ, ਇਹ ਰਿਐਕਟਿਵ ਪਾਰਟ ਹੈ। ਕਦੇ ਕਿਸੇ ਨੇ ਇਹ ਪੋਸਟ ਪਾਤੀ, ਕੋਈ ਸ਼ਿਵ ਸੈਨਾ ਨਿਕਲ ਆਇਆ, ਕੋਈ ਦੂਜਾ ਸਾਡੇ ਵੀ ਵੰਗਾਰ ਤੇ ਆ ਜਾ, ਤੈਨੂੰ ਦੇਖ ਲੈਣੇ, ਇੱਥੇ ਆ ਜਾ, ਉੱਥੇ ਆ ਜਾ। ਇਹ ਜਿਹੜਾ ਪਾਰਟ ਠੀਕ ਹੈ, ਲੋਕਲ ਲੈਵਲ ਤੇ ਬਹੁਤ ਵਾਰ ਸ਼ਾਇਦ ਇਹ ਜ਼ਰੂਰੀ ਵੀ ਹੁੰਦਾ ਹੈ ਇਸ ਕਿਸਮ ਦੀ ਵੰਗਾਰ, ਪਰ ਅਸੀਂ ਵੱਡੀ ਪਿਕਚਰ ਦੇ ਵਿੱਚ ਦੇਖੀਏ। ਔਰ ਤੁਸੀਂ, ਤੁਹਾਡੇ ਤੋਂ ਵੀ ਬਿਹਤਰ ਕੋਈ ਨਹੀਂ ਜਾਣਦਾ, ਤੁਸੀਂ ਖੁਦ ਮੀਡੀਆ ਦੇ ਨਾਲ ਆਪਣਾ ਸਾਰਾ ਕਰੀਅਰ ਵਾਸਤਾ ਕੀਤਾ, ਔਰ ਮੈਂ ਵੀ ਇੱਥੇ ਦੇਖਦਾ ਭਾਵੇਂ ਇੱਕ ਸਾਈਡ ਲਾਈਨ ਤੇ ਹੀ ਸੀ ਕਿ ਭਾਈ ਮੀਡੀਆ ਰਾਹੀਂ ਅਸੀਂ ਆਪਣੀ ਗੱਲ ਕਿਵੇਂ ਕਰਨੀ ਹੈ, ਕਿ ਸਾਡੇ ਮੇਜਰ ਇੰਸਟੀਟਿਊਸ਼ਨਸ ਨੂੰ, ਗੁਰਦੁਆਰਾ ਕਮੇਟੀਆਂ ਨੂੰ, ਜਾਂ ਈਵਨ ਸਾਡੇ ਜਿਹੜੇ ਐਕਸਪੈਕਟ ਕਰਦੇ ਨੇ ਵੀ ਅਸੀਂ ਜੇ ਕਿਸੇ ਨੇ ਕੁਝ ਕਿਹਾ ਅਸੀਂ ਉਹਨੂੰ ਕਾਊਂਟਰ ਕਰੀਏ ਇੱਕਦਮ, ਲੇਕਿਨ ਸਪੋਰਟ ਬੇਸ ਕਿੱਥੇ ਲਾਈ ਕਰਦਾ। ਸੋ ਮੈਂ ਸਮਝਦਾ ਵੀ ਇਹ ਗੱਲ ਸਾਨੂੰ ਧਿਆਨ ਦੇਣੀ ਪਏਗੀ। ਅਸੀਂ ਇਹੀ ਕਹੀ ਜਾਣਾ ਬਾਰ-ਬਾਰ ਕਿ ਜੀ ਸ਼ਾਹ ਮੁਹੰਮਦ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਉਦੋਂ ਤੁਹਾਡਾ ਸਰਕਾਰ ਲੜ ਰਿਹਾ ਹੋਏ ਅੱਗੇ, ਉਹਨੂੰ ਤੁਸੀਂ ਨਾ ਦਾਣਾ ਜਿਹੜਾ ਉਹ ਪਹੁੰਚਾਓ ਦਾਰੂ ਸਿੱਕਾ, ਨਾ ਉਹਨੂੰ ਤੁਸੀਂ ਫੂਡ ਦਿਓ ਤੇ ਫਿਰ ਕਹੋ ਜੀ ਉਹਦਾ ਭੋਗ ਪਾ ਦਿਓ, ਬਾਅਦ ਨਾਲ ਕਹੀ ਜਾਓ ਜੀ ਸ਼ਾਹ ਮੁਹੰਮਦ ਇੱਕ ਸਰਕਾਰ ਬਾਜੋ। ਇਹ ਸਾਨੂੰ ਦੇਖਣਾ ਪਏਗਾ ਕਿ ਜਿਹੜੀਆਂ ਸਾਡੀਆਂ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਅਸੀਂ ਸਮੇਂ ਦੇ ਹਾਣ ਦਾ ਤਾਂ ਹੀ ਬਣਾ ਸਕਦੇ ਹਾਂ ਕਿਉਂਕਿ ਬਹੁਤ ਕੁਝ ਪ੍ਰੋਫੈਸ਼ਨਲ ਢੰਗ ਦੇ ਨਾਲ ਅੱਜ ਲਾਈ ਕਰਦਾ। ਅਸੀਂ ਕਰਾਂਗੇ ਜੀ ਸਾਡਾ ਇਤਿਹਾਸ ਰੁਲ ਗਿਆ, ਪਿਛਲਿਆਂ ਨੇ ਨਹੀਂ ਲਿਖਿਆ, ਅਗਲਿਆਂ ਨੇ ਨਹੀਂ ਲਿਖਿਆ, ਅੱਜ ਅਸੀਂ ਕਿੰਨਾ ਕੁ ਸਾਂਭ ਸਕੇ 36 ਸਾਲ ਦਾ। ਕੱਲ ਹੀ ਇੱਕ ਵੀਰ ਦੀ ਕਾਲ ਆਈ, ਉਹ ਕੰਮ ਕਰ ਰਹੇ ਨੇ
ਭਾਈ ਜਿੱਤ ਸਿੰਘ ਹੋਰਾਂ ਦੀਆਂ ਰਚਨਾਵਾਂ ਤੇ ਉਹ ਕਹਿੰਦੇ ਜੀ ਉਹਨਾਂ ਦੀ 50 ਤੋਂ ਜ਼ਿਆਦਾ ਕਿਤਾਬਾਂ ਨੇ, ਈਵਨ ਜਿੰਨਿਆਂ ਕਿ ਨੇ ਪਬਲਿਸ਼ ਕੀਤੀਆਂ ਉਹ 26-27 ਤੋਂ ਜ਼ਿਆਦਾ ਮਿਲੀਆਂ ਹੀ ਨਹੀਂ ਹੈ। ਹੁਣ ਲਾਹੌਰ 'ਚ ਦੇਖੀਏ ਕਿੱਥੇ ਹੈ, ਮੈਂ ਕਿਹਾ ਜੀ ਇਹ ਵੀ ਨਹੀਂ ਮਿਲਣੀਆਂ। ਮੈਂ ਕਿਹਾ ਸ਼ਤਾਬਦੀ ਕਮੇਟੀ ਬਣਾਈ ਸੀ ਇਹਨਾਂ ਨੇ, ਹੁਣ ਇਹਨਾਂ ਨੂੰ ਪੁੱਛੋ ਅਕਾਲੀਆਂ ਨੂੰ, ਇਹ ਸਾਰਾ ਜੂਨ 84 ਦੇ ਖਾਤੇ 'ਚ ਪਾ ਦੇ, ਲੈ ਗਏ ਜੀ ਉਹ। ਮੈਂ ਵੀ ਉਹ ਪੱਤਰਕਾਰੀ ਦਾ ਫੀਲਡ ਜਿਹੜਾ ਜਾਂ ਮੀਡੀਆ ਦਾ, ਇਹਦੇ 'ਚ ਸਾਨੂੰ ਇਹ ਸਾਡੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ। ਅੱਜ ਦੀਆਂ ਜੰਗਾਂ, ਜਿਵੇਂ ਅਸੀਂ ਸ਼ੁਰੂਆਤ 'ਚ ਇਹ ਕੀਤਾ ਸੀ ਕਿ ਭਾਈ ਜਿਸ ਖਿੱਤੇ ਨੂੰ ਕਾਬੂ ਕਰਨਾ ਹੁੰਦਾ ਇਹਨਾਂ ਨੇ, ਜਾਂ ਉੱਥੇ ਕੋਈ ਨਾ ਕੋਈ ਆਪਣਾ ਦਬਕਾ ਬਣਾਉਣਾ ਹੁੰਦਾ, ਮੀਡੀਆ ਰਾਹੀਂ ਉਹ ਮਾਹੌਲ ਕ੍ਰੀਏਟ ਕਰਦੇ ਨੇ। ਜਿਵੇਂ ਅੱਜ ਚੀਨ ਬਾਰੇ ਅਸੀਂ ਦੇਖਦੇ ਹਾਂ ਜਾਂ ਦੂਸਰੇ ਮੁੱਦਿਆਂ ਤੇ ਜੇ ਦੁਸ਼ਮਣ ਦੀ ਇਹ ਲਾਈਨ ਹੈ, ਉਹਨਾਂ ਨੇ ਉੱਥੇ ਬੈਨ ਵੀ ਕਰ ਦਿੱਤਾ, ਈਵਨ TV 84 ਦੇ ਹਵਾਲੇ ਨਾਲ ਜਾਂ KTV ਜਾਂ ਦੂਜਾ, ਔਰ ਬਹੁਤ ਸਾਰੀਆਂ ਈਵਨ ਇੰਡੀਵਿਜੂਅਲ ਫੇਸਬੁੱਕ ਪੇजेस ਜਾਂ ਦੂਸਰੇ ਜਿਹੜੇ ਗੱਲ ਕਰਦੇ ਸੀ ਪੰਥ ਦੀ, ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਇਹ ਸਾਰਾ ਕੁਝ ਕੀਤਾ। ਤੇ ਜੇ ਅਸੀਂ ਜਿਹੜਾ ਮਾੜਾ ਮੋਟਾ ਇੱਥੇ ਕੰਮ ਹੋ ਰਿਹਾ ਜੇ ਉਹਨੂੰ ਵੀ ਸਪੋਰਟ ਕਰਨ ਦੀ ਸਮਰੱਥਾ ਨਹੀਂ ਰੱਖਦੇ, ਤਾਂ ਫਿਰ ਮੇਰਾ ਖਿਆਲ ਹੈ ਕਿ ਵੀ ਇਹ ਫੇਲਿਅਰਸ ਦੇ ਵਿੱਚ ਇੱਕ ਹੋਰ ਚੈਪਟਰ ਜੁੜ ਜਾਏਗਾ। ਮੈਂ ਇਹ ਗੱਲ ਹਾਲਾਂਕਿ ਸੈਕੰਡ ਵਰਲਡ ਵਾਰ ਦੇ ਵੇਲੇ, ਕਿਉਂਕਿ ਪ੍ਰੋਪੇਗੈਂਡਾ ਬੜਾ ਜ਼ਬਰਦਸਤ ਸੀ ਨਾਜ਼ੀਆਂ ਦਾ, ਉਦੋਂ ਇੱਕ ਸਾਡੇ ਬਰੇ ਸਗੀਰ ਦੇ ਖਿੱਤੇ ਦੇ ਇੱਕ ਉਰਦੂ ਸ਼ਾਇਰ ਨੇ ਇੱਕ ਕਪਲੇਟ ਕਿਹਾ ਸੀ कि खींचो ना कमानों को, ना तलवार निकालो, जब तोप मुकाबिल हो तो अखबार निकालो। उन्हें जमाने प्रिंट मीडिया ਦੀ ਇੰਪੋਰਟੈਂਸ ਸੀ। ਸੋ ਬਈ ਤੋਪਾਂ ਦਾ ਮੁਕਾਬਲਾ ਵੀ ਜੇ 70-80 ਸਾਲ ਪਹਿਲਾਂ ਅਖਬਾਰ ਨਾਲ ਹੁੰਦਾ ਸੀ, ਅੱਜ ਤਾਂ ਜੰਗ ਹੀ ਸਾਰੀ ਜਿਹੜੀ ਹੈ ਉਹ ਗੱਲ ਕੱਲੀ ਇੰਟਰਨੈਟ ਜਾਂ ਸੋਸ਼ਲ ਮੀਡੀਆ ਦੀ ਨਹੀਂ ਹੈ, ਆਰਟੀਫੀਸ਼ੀਅਲ ਇੰਟੈਲੀਜੈਂਸ। ਔਰ ਜਿੱਧਰ ਨੂੰ ਜਾ ਰਿਹਾ ਹੁਣ ਤਾਂ ਇਹ ਵੀ ਕੈਲਕੂਲੇਟ ਕਰ ਰਹੇ ਨੇ, ਜੰਗਾਂ ਕੋਈ ਜੰਗ ਦੇ ਮੈਦਾਨ 'ਚ ਫੌਜੀਆਂ ਨੇ ਇੱਕ ਦੂਜੇ ਦੇ ਉਲਟ ਨਹੀਂ ਲੜਨੀ ਹੈ। ਹਾਊ ਦਾ ਲੇਟੈਸਟ ਟੈਕਨੋਲੋਜੀ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਇਹਨੇ ਕੀ ਰੋਲ ਅਦਾ ਕਰਨਾ ਹੈ। ਸੋ ਅਸੀਂ ਘੱਟੋ ਘੱਟ ਜਿੰਨੇ ਸਾਡੇ ਅਦਾਰੇ ਜਿਹੜੇ ਵੀਰ ਭੈਣਾਂ ਵਿਚਾਰੇ ਆਪਣਿਆਂ ਦੀਆਂ ਵੀ ਗੱਲਾਂ ਤੱਤੀਆਂ ਠੰਡੀਆਂ ਸੁਣ ਕੇ ਲੱਗੇ ਹੋਏ ਨੇ, ਘੱਟੋ ਘੱਟ ਉਹਨਾਂ ਦੀ ਜ਼ਰੂਰ ਹਮਾਇਤ ਕਰੀਏ। ਜੀ ਡਾਕਟਰ ਅਮਰਜੀਤ ਸਿੰਘ ਜੀ, ਮੈਂ ਤਹਿ ਦਿਲੋਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣਾ ਖਾਸ ਸਮਾਂ ਸਾਨੂੰ ਦਿੱਤਾ ਤੇ ਸਾਡੇ ਨਾਲ ਗੱਲਬਾਤ ਕੀਤੀ। ਹਾਲਾਂਕਿ 1 ਘੰਟੇ ਦਾ ਪ੍ਰੋਗਰਾਮ ਸੀ ਤੇ ਅਸੀਂ ਚਾਹੁੰਦੇ ਸੀ ਕਿ 50-55 ਮਿੰਟ ਗੱਲਬਾਤ ਕਰਾਂਗੇ, ਪਰ ਇਸ ਗੱਲ ਦਾ ਇਲਮ ਨਹੀਂ ਹੋਇਆ ਕਿ ਇਹ ਸਮਾਂ 1.5 ਘੰਟਾ ਹੋ ਗਿਆ ਕਿ ਉੱਤੇ ਸਾਨੂੰ, ਤੇ ਅਸੀਂ ਇਹ ਗੱਲਬਾਤ ਕਰਦੇ ਕਿ ਇਸ ਤਰ੍ਹਾਂ ਲੰਘ ਗਿਆ ਕਿ ਹਾਲੇ ਵੀ ਇਸ ਤਰ੍ਹਾਂ ਲੱਗਦਾ ਕਿ ਅਸੀਂ ਬਹੁਤ ਸਮਾਂ ਅਸੀਂ ਕੁਝ ਬੁਨਿਆਦੀ ਜਿਹੜੇ ਮੁੱਦੇ ਨੇ ਉਹਨਾਂ ਨੂੰ ਅਸੀਂ ਖੰਗਾਲ ਸਕਦੇ ਹਾਂ, ਉਹਨਾਂ ਦੇ ਉੱਤੇ ਗੱਲਬਾਤ ਕਰ ਸਕਦੇ ਹਾਂ। ਮੈਂ ਉਮੀਦ ਕਰਦਾ ਕਿ ਸਾਡੇ ਦਰਸ਼ਕਾਂ ਲਈ ਤੁਸੀਂ ਅੱਗੋਂ ਵੀ ਸਮਾਂ ਕੱਢੋਗੇ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਤੁਹਾਡੀ ਵੀ ਬਹੁਤ ਬਹੁਤ ਮਿਹਰਬਾਨੀ। ਸਤਿਗੁਰੂ ਰਹਿਮਤ ਕਰਨ। ਅਲਟੀਮੇਟਲੀ ਸਾਡੀ ਕੌਮ ਦਾ ਨਿਸ਼ਾਨਾ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਇੰਡੀਅਨ ਆਰਮੀ ਜੈਕ ਬੂਟ ਤੋਂ ਲਿਬਰੇਟ ਕਰਵਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਦੇ ਸੰਘਰਸ਼ ਦੇ ਲਈ ਕਾਫੀ ਲੰਮੇ ਸਮੇਂ ਤੋਂ ਯਤਨ ਕਰ ਰਹੇ ਨੇ, ਬੌਧਿਕ ਤੌਰ ਦੇ ਉੱਤੇ ਨੌਜਵਾਨਾਂ ਨੂੰ ਪ੍ਰੇਰ ਰਹੇ ਨੇ ਤੇ ਇੱਕ ਲਾਮਬੰਦੀ ਦੇ ਵਿੱਚ ਜੁਟੇ ਹੋਏ ਨੇ। ਪਿਛਲੇ ਲੰਮੇ ਸਮੇਂ ਤੋਂ ਕੌਮ ਕਈ ਉਤਰਾਵਾਂ ਚੜਾਵਾਂ ਦੇ ਵਿੱਚੋਂ ਲੰਘਦੀ ਹੋਈ ਅੱਜ ਜਿਸ ਮੁਕਾਮ ਤੇ ਹੈ, ਜਿਸ ਮੁਕਾਮ ਦੇ ਉੱਤੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਖਾਲਿਸਤਾਨ ਦੇ ਲਈ ਜੁਝਾਰੂ ਹੋ ਕੇ ਅੱਗੇ ਆਉਣਾ ਚਾਹੁੰਦੇ ਨੇ। ਖਾਸ ਕਰਕੇ ਜਿਹੜੀ ਸ਼ਬਦ ਦੀ ਲੜਾਈ ਆ ਜਾਂ ਅਸੀਂ ਗੱਲ ਡੈਮੋਕ੍ਰੇਸੀ ਦੀ ਕਰਦੇ ਹਾਂ, ਉਸ ਪੱਧਰ ਦੇ ਉੱਤੇ ਵੀ ਅੱਗੇ ਆਉਣਾ ਚਾਹੁੰਦੇ ਨੇ, ਪਰ ਸਰਕਾਰ ਵੱਖ-ਵੱਖ ਤਰੀਕੇ ਅਪਣਾ ਕੇ ਨਾ ਪੱਖੀ ਪ੍ਰੋਪੇਗੈਂਡਾ ਜਿਹੜਾ ਹੈ ਉਹਦੇ ਰਾਹੀਂ ਸਿੱਖਾਂ ਨੂੰ ਅੱਤਵਾਦੀ ਸਿੱਧ ਕਰਨ ਦੇ ਯਤਨਾਂ ਦੇ ਵਿੱਚ ਲੱਗੀ ਹੋਈ ਹੈ। ਗੁਰੂ ਦੇ ਸਿੱਖ ਨੇ ਜਿਹੜੇ ਗੁਰੂ ਦਾ ਓਟ ਆਸਰਾ ਲੈ ਕੇ ਉਹ ਲੱਗੇ ਹੋਏ ਨੇ, ਤੇ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ, ਜਿਨ੍ਹਾਂ ਦਾ ਜ਼ਿਕਰ ਡਾਕਟਰ ਸਾਹਿਬ ਨੇ ਆਪਣੀ ਗੱਲਬਾਤ ਦੇ ਵਿੱਚ ਵੀ ਕੀਤਾ, ਉਹਨਾਂ ਨੂੰ ਸਲਾਮ ਹੈ। ਤੇ ਡਾਕਟਰ ਅਮਰਜੀਤ ਸਿੰਘ ਹੋਰਾਂ ਨੂੰ ਵੀ ਅਸੀਂ ਸਲਾਮ ਕਰਦੇ ਹਾਂ ਤੇ ਉਹਨਾਂ ਦੀ ਤੰਦਰੁਸਤੀ ਅਤੇ ਲੰਮੀ ਉਮਰ ਲਈ ਅਰਦਾਸ ਕਰਦੇ ਹਾਂ। ਸਾਡਾ ਅੱਜ ਦਾ ਇਹ ਪ੍ਰੋਗਰਾਮ ਚੀਨ ਭਾਰਤ ਦੇ ਸਰਹੱਦੀ ਮਸਲੇ ਅਤੇ ਦੱਖਣ ਏਸ਼ੀਆ ਦੇ ਵਿੱਚ ਜਿਹੜੇ ਪੋਲੀਟੀਕਲ ਹਾਲਾਤ ਬਣੇ ਹੋਏ ਨੇ ਉਹਨਾਂ ਦਾ ਅਸੀਂ ਵੇਰਵੇ ਸਹਿਤ ਉਹਨਾਂ ਤੇ ਵਿਚਾਰ ਵਟਾਂਦਰਾ ਕੀਤਾ ਤੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਜਾਂ ਸਿੱਖ ਇਸ ਦੌਰ ਦੇ ਵਿੱਚ ਕਿੱਥੇ ਖੜੇ ਨੇ ਤੇ ਉਹਨਾਂ ਨੂੰ ਕੀ ਪੇਸ਼ਨਗੋਈਆਂ ਇਹ ਜਿਹੜੀਆਂ ਪੇਸ਼ਨਗੋਈਆਂ ਕੀਤੀਆਂ ਨੇ ਡਾਕਟਰ ਸਾਹਿਬ ਨੇ, ਇਹਨਾਂ ਦੇ ਮੱਦੇਨਜ਼ਰ ਅੱਗੇ ਕੀ ਕਦਮ ਪੁੱਟਣੇ ਚਾਹੀਦੇ ਨੇ। ਸਿੱਖ ਮੀਡੀਆ ਬਾਰੇ ਵੀ ਗੱਲਬਾਤ ਕੀਤੀ, ਪ੍ਰੋਪੇਗੈਂਡਾ ਬਾਰੇ ਗੱਲਬਾਤ ਕੀਤੀ ਤੇ ਹੋਰ ਕਾਫੀ ਅਹਿਮ ਜਿਹੜੇ
ਮਜ਼ਮੂਨ ਸਨ, ਉਹਨਾਂ ਦੇ ਉੱਤੇ ਅਸੀਂ ਵਿਚਾਰ ਵਟਾਂਦਰਾ ਕੀਤਾ ਅੱਜ ਦੀ ਇਸ ਗੱਲਬਾਤ ਦੇ ਵਿੱਚ। ਸੋ ਅੱਜ ਦਾ ਇਹ ਪ੍ਰੋਗਰਾਮ ਮੈਨੂੰ ਇੱਥੇ ਹੀ ਸਮਾਪਤ ਕਰਨ ਦੀ ਇਜਾਜ਼ਤ ਦਿਓ। ਬਹੁਤ ਸਾਰੇ ਜਿਹੜੇ ਸਾਡੇ ਦਰਸ਼ਕ ਸੋਸ਼ਲ ਮੀਡੀਆ ਰਾਹੀਂ ਸਾਡੇ ਨਾਲ ਜੁੜੇ ਰਹੇ ਤੇ ਜਿਨ੍ਹਾਂ ਨੇ ਕਮੈਂਟਸ ਵੀ ਕੀਤੇ ਨੇ, ਮੈਂ ਸਾਰਿਆਂ ਦੇ ਨਾਮ ਨਹੀਂ ਲੈ ਸਕਦਾ। ਬਹੁਮੁੱਲੇ ਵਿਚਾਰ ਸਾਡੇ ਦਰਸ਼ਕਾਂ ਨੇ ਪੇਸ਼ ਕੀਤੇ ਨੇ, ਉਹਨਾਂ ਸਾਰਿਆਂ ਦਾ ਮੈਂ ਸ਼ੁਕਰਗੁਜ਼ਾਰ ਹਾਂ, ਧੰਨਵਾਦ ਕਰਦਾ। ਅੰਮ੍ਰਿਤਸਰ ਦੇ ਸਮੇਂ ਦੇ ਮੁਤਾਬਕ ਰਾਤ 9 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਲਾਈਵ ਕਰਦੇ ਹਾਂ ਤੇ ਵੱਖ-ਵੱਖ IP ਬਾਕਸਿਸ ਦੇ ਜ਼ਰੀਏ ਤੁਸੀਂ TV ਚੈਨਲਾਂ ਤੇ ਸਾਡਾ ਇਹ ਪ੍ਰੋਗਰਾਮ ਦੇਖ ਸਕਦੇ ਹੋ। ਕੱਲ ਫਿਰ ਮਿਲਾਂਗੇ, ਉਦੋਂ ਤੱਕ ਲਈ ਮੈਨੂੰ ਇਜਾਜ਼ਤ ਦਿਓ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਾਪਤ ਕਰਨ ਦੇ ਲਈ ਕਿਸੇ ਭੀੜ ਦਾ ਹਿੱਸਾ ਹੋ ਤੇ ਗੋਲੀਆਂ ਦੀ ਵਾਛੜ ਤੁਹਾਡੇ ਉੱਤੇ ਹੋਣ ਵਾਲੀ ਹੈ। ਇਹੋ ਜਿਹੀਆਂ ਘਟਨਾਵਾਂ ਬਾਰੇ ਅਤੇ ਪੰਜਾਬ ਦੇ ਹੋਰ ਭਖਦੇ ਮਸਲਿਆਂ ਬਾਰੇ ਸਿੱਧੀ ਜਾਣਕਾਰੀ ਮੈਂ ਆਪਣੇ ਟਾਕਿੰਗ ਪੰਜਾਬ ਸ਼ੋਅ ਦੇ ਵਿੱਚ ਲੈ ਕੇ ਹਾਜ਼ਰ ਹਾਂ, ਸਿਰਫ ਖਬਰਦਾਰ ਪੰਜਾਬ TV ਦੇ ਉੱਤੇ। ਦੇਖਣਾ ਨਾ ਭੁੱਲਿਓ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅੰਮ੍ਰਿਤਸਰ ਦੇ ਸਮੇਂ ਦੇ ਮੁਤਾਬਕ ਰਾਤ ਨੂੰ 9 ਵਜੇ ਤੋਂ ਲੈ ਕੇ 10 ਵਜੇ ਤੱਕ।